ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦਵਿੰਦਰ ਤੂਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਾਡੇ ਚੱਕਦੇ ਟੀਵੀ ਵੱਲੋਂ ਆਯੋਜਿਤ ਪ੍ਰੋਗਰਾਮ ਪੱਟ ਦੀਆਂ ਖਬਰਾਂ ਵਿੱਚ ਬਹੁਤ-ਬਹੁਤ ਸਵਾਗਤ। ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਹਰਪ੍ਰੀਤ ਸਿੰਘ ਜੀ, ਕੁਲਬੀਰ ਸਿੰਘ ਜੀ ਤੇ ਪਰਮਿੰਦਰ ਸਿੰਘ ਜੀ। ਪਹਿਲਾਂ ਤਾਂ ਤੁਹਾਡਾ ਤਿੰਨਾਂ ਦਾ ਹੀ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ। ਥੈਂਕ ਯੂ। ਧੰਨਵਾਦ ਜੀ। ਗੱਲਬਾਤ ਸ਼ੁਰੂ ਕਰਦੇ ਹਾਂ ਅਸੀਂ ਹਿੰਦੁਸਤਾਨ ਤੋਂ ਆਉਣ ਵਾਲੀ ਉਸ ਖਬਰ ਦੇ ਵਿੱਚ ਜਿੱਥੇ ਸੁਦਿੰਦਰਾ ਕੁਲਕਰਨੀ ਜਿਹੜੇ ਨੇ ਉਹਨਾਂ ਦੇ ਮੂੰਹ ਤੇ ਸ਼ਿਵ ਸੈਨਾ ਦੇ ਵਰਕਰਸ ਵੱਲੋਂ ਕਾਲਾ ਪੇਂਟ ਮਲ ਦਿੱਤਾ ਗਿਆ, ਜਿਸ ਨੂੰ ਇੱਕ ਮੂੰਹ ਕਾਲੇ ਕਰਨ ਵਾਲੀ ਘਟਨਾ ਵੀ ਕਰ ਦਿੰਦੇ ਹਾਂ। ਉਹਨਾਂ ਦਾ ਕਸੂਰ ਇੰਨਾ ਸੀ ਕਿ ਉਹਨਾਂ ਨੇ ਇੱਕ ਨਹਿਰੂ ਸੈਂਟਰ ਬੰਬੇ ਦੇ ਵਿੱਚ ਕਿਤੇ ਪ੍ਰੋਗਰਾਮ ਰੱਖਿਆ ਸੀ, ਇੱਕ ਬੁੱਕ ਰਿਲੀਜ਼ ਹੋਣੀ ਸੀ ਜੋ ਪਾਕਿਸਤਾਨ ਦੇ ਪੁਰਾਣੇ ਫੋਰਨ ਮਿਨਿਸਟਰ ਹੁੰਦੇ ਸੀ ਕਸਤੂਰੀ ਜੀ, ਉਹਨਾਂ ਦੀ ਉਸ ਕਿਤਾਬ ਨੂੰ ਲਾਂਚ ਕਰਨਾ ਸੀ। ਸਵੇਰੇ ਜਦੋਂ ਉਹ ਨਹਿਰੂ ਸੈਂਟਰ ਦੇ ਵਿੱਚ ਗਏ, ਇੱਕ ਦਿਨ ਪਹਿਲਾਂ ਉਹ ਸ਼ਿਵ ਸੈਨਾ ਦੇ ਪ੍ਰਧਾਨ ਉਧਵ ਠਾਕਰੇ ਜੀ ਨੂੰ ਵੀ ਮਿਲੇ ਸੀ ਕਿ ਇਸ ਦੇ ਵਿੱਚ ਕੋਈ ਸ਼ੋਰ ਸ਼ਰਾਬਾ ਨਾ ਪਾਇਆ ਜਾਵੇ। ਕੁਝ ਦਿਨ ਪਹਿਲਾਂ ਗੁਲਾਮ ਨਬੀ ਸਾਹਿਬ ਜਿਹੜੇ ਨੇ ਉਹਨਾਂ ਦਾ ਸ਼ੋਅ ਹੋਣਾ ਸੀ, ਤਾਂ ਉਹ ਜਿਹੜਾ ਸ਼ੋਅ ਵੀ ਉੱਥੇ ਕੈਂਸਲ ਕਰ ਦਿੱਤਾ ਗਿਆ ਸੀ ਗਜ਼ਲਾਂ ਦਾ। ਹਾਲਾਂਕਿ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਤੇ ਦਿੱਲੀ ਦੇ ਵਿੱਚ ਸ਼ੋਅ ਹੋਣ ਦੀ ਸੰਭਾਵਨਾ ਆ, ਪਰ ਕਈ ਗੱਲਾਂ ਇਹ ਨੇ ਕਿ ਜਿਹੜੇ ਪਾਕਿਸਤਾਨ ਦੇ ਐਕਸ ਫੋਰਨ ਮਿਨਿਸਟਰ ਉੱਥੇ ਬੁੱਕ ਲਾਂਚ ਕਰਨ ਆਉਂਦੇ ਨੇ, ਤਾਂ ਉਹਨਾਂ ਦੇ ਜਿਹੜਾ ਪ੍ਰੋਗਰਾਮ ਆਯੋਜਿਤ ਕਰਨ ਵਾਲੇ ਨੇ ਉਹਨਾਂ ਦਾ ਮੂੰਹ ਸ਼ਰੇਆਮ ਜਾ ਕੇ ਕਾਲੇ ਪੇਂਟ ਦੇ ਨਾਲ ਤੱਪ ਦੇਣਾ। ਅਸੀਂ ਆਪਣੇ ਤਿੰਨੇ ਜਾਣੇ ਇਹ ਚਾਰੇ ਜਾਣੇ ਇਸ ਗੱਲ ਦਾ ਵਿਚਾਰ ਲਵਾਂਗੇ ਕਿ ਘਟਨਾ ਇੱਕ ਪੋਲੀਟੀਕਲ ਘਟਨਾ ਸੀ, ਇਸ ਦਾ ਸਾਥ ਦਿੱਤਾ ਜਾਵੇ ਜਾਂ ਨਾ। ਸ਼ੁਰੂਆਤ ਕਰਦੇ ਹਾਂ ਪਰਮਿੰਦਰ ਸਿੰਘ ਜੀ ਤੋਂ। ਦਵਿੰਦਰ ਜੀ, ਆਈ ਥਿੰਕ ਇਹ ਪੋਲੀਟੀਕਲ ਨਾਲੋਂ ਇੱਕ ਸ਼ਰਾਰਤ ਜਿਹੜੀ ਆ ਮੈਂ ਜ਼ਿਆਦਾ ਸਮਝਦਾ, ਔਰ ਸਿੱਧਾ ਜਿਹੜਾ ਦਾ ਫਾਇਦਾ ਹੈਗਾ ਆ ਉਹਦਾ ਫਾਇਦਾ ਵੀ ਸੁਦਿੰਦਰ ਕੁਲਕਰਨੀ ਜੀ ਨੂੰ ਹੋਇਆ, ਔਰ ਨਾਲ ਦੀ ਨਾਲ ਜਿਹੜੇ ਕਸੂਰੀ ਸਾਹਿਬ ਦੀ ਇਹ ਬੁੱਕ ਸੀਗੀ ਉਹਨੂੰ ਫਾਇਦਾ ਹੋਇਆ। ਉਹਦੀ ਸੇਲ ਕਹਿੰਦੇ ਕਾਫੀ ਜ਼ਿਆਦਾ ਵੱਧ ਗਈ ਹੈ, ਉਸ ਮਤਲਬ ਜਿੰਨੀ ਵੀ ਬੁੱਕ ਸੀਗੀਆਂ ਉਸ ਟਾਈਮ 'ਤੇ ਉਹ ਸੋਲਡ ਆਊਟ ਵੀ ਹੋ ਗਈਆਂ ਬੁੱਕਸ। ਸੋ ਉਹਦਾ ਨੁਕਸਾਨ ਤਾਂ ਸ਼ਾਇਦ ਕੋਈ ਨਹੀਂ ਹੋਇਆ, ਉਹਦਾ ਫਾਇਦਾ ਜਿਹੜਾ ਫਾਇਦਾ ਆਲਰੇਡੀ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਦੀ ਬੁੱਕ ਸੋਲਡ ਹੋਣ ਦੇ ਨਾਲ ਉਹਦਾ ਫਾਇਦਾ ਸਿੱਧਾ ਦੇਖਣ ਨੂੰ ਮਿਲਿਆ। ਸੋ ਇਹ ਚਾਹੇ ਸ਼ਿਵ ਸੈਨਾ ਵੱਲੋਂ ਕਾਫੀ ਦੇਰ ਪਹਿਲਾਂ ਤੋਂ ਇਹਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਕਿ ਹਾਂਜੀ ਤੁਸੀਂ ਇਹ ਜਿਹੜੀ ਬੁੱਕ ਆ ਉਹ ਨਾ ਰਿਲੀਜ਼ ਕਰੋ, ਜਿਸ ਤਰ੍ਹਾਂ ਤੁਸੀਂ ਆਲਰੇਡੀ ਦੱਸ ਦਿੱਤਾ ਕਿ ਸਾਡੇ ਜਿਹੜੇ ਗਜ਼ਲ ਸਿੰਗਰ ਹੈਗੇ ਆ ਗੁਲਾਮ ਅਲੀ ਸਾਹਿਬ, ਉਹਨਾਂ ਦਾ ਵਿਰੋਧ ਕੀਤਾ ਗਿਆ ਸੀਗਾ। ਸੋ ਇਹ ਸ਼ਿਵ ਸੈਨਾ ਜਿਹੜੀ ਆ ਉਹ ਆਪਣੇ ਆਪ ਨੂੰ ਮਹਾਰਾਸ਼ਟਰ ਦੇ ਵਿੱਚ ਜਾਂ ਖਾਸ ਤੌਰ 'ਤੇ ਮੁੰਬਈ ਦੇ ਵਿੱਚ ਇੱਕ ਗੁੰਡਾ ਰਾਜ ਵਾਂਗੂ ਸਥਾਪਿਤ ਜਿਹੜਾ ਕਰ ਚੁੱਕੀ ਆ, ਤੇ ਉਹ ਕੁਛ ਨਾ ਕੁਛ ਇੱਦਾਂ ਦਾ ਕਰਨਾ ਚਾਹੁੰਦੀ ਹੈ ਜਿਹਦਾ ਹੁਣ ਇਫੈਕਟ ਆ ਉਹ ਸਰਕਾਰ ਦੇ ਉੱਤੇ ਪੈ ਸਕੇ। ਕੁਲਬੀਰ ਸਿੰਘ ਜੀ। ਹਾਂਜੀ ਤੂਰ ਸਾਹਿਬ, ਗੱਲ ਪਰਮਿੰਦਰ ਜੀ ਨੇ ਜਿੱਦਾਂ ਕੀਤੀ ਹੈ ਐਂਡ ਵਿੱਚ ਆ ਕੇ ਕਿ ਸ਼ਿਵ ਸੈਨਾ ਦਾ ਇਹੋ ਜਿਹਾ ਹੀ ਰਵੱਈਆ ਹੈ। ਜਦੋਂ ਤੋਂ ਸ਼ਿਵ ਸੈਨਾ ਹੋਂਦ ਵਿੱਚ ਆਈ ਹੈ ਉਹਨਾਂ ਦਾ ਇਹੀ ਰਵੱਈਆ ਰਿਹਾ ਹੈ ਕਿ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰਦੇ ਰਹਿਣਾ। ਆਪਣੀ ਥੋੜ੍ਹੇ ਦਿਨ ਪਹਿਲਾਂ ਗੁਲਾਮ ਅਲੀ ਜੀ ਦੇ ਸ਼ੋਅ ਬਾਰੇ ਵੀ ਗੱਲਬਾਤ ਹੋਈ ਸੀ। ਮੈਂ ਉਦਣ ਵੀ ਇਸ ਚੀਜ਼ ਨੂੰ ਜਿਹੜਾ ਕਿ ਕਿਹਾ ਸੀਗਾ ਕਿ ਇਹ ਸਿਆਸੀ ਲਾਹਾ ਲੈਣ ਲਈ ਤੇ ਆਪਣੀ ਇੱਕ ਦਿੱਖ ਬਣਾਉਣ ਲਈ ਇੱਕ ਆਪਣੇ ਆਪ ਨੂੰ ਮਹਾਰਾਸ਼ਟਰ ਦਾ ਤੇ ਹਿੰਦੁਸਤਾਨ ਦਾ ਕਹਿ ਸਕਦੇ ਰਖਵਾਲਾ ਕਹਾਉਣ ਲਈ ਪ੍ਰਟੈਂਡ ਕੀਤਾ ਜਾ ਰਿਹਾ। ਇਹਦੇ ਪਿੱਛੇ ਸਿਆਸਤ ਤੋਂ ਇਲਾਵਾ ਹੋਰ ਕੋਈ ਇਹਦਾ ਬੈਨੀਫਿਟ ਨਹੀਂ ਹੈਗਾ, ਉਹ ਸਿਰਫ ਸਿਆਸਤੀ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਹਰਪ੍ਰੀਤ ਜੀ। ਤਾਂ ਜੇ ਮੈਂ ਥੋੜ੍ਹਾ ਜਿਹਾ ਇਸ ਇਸ਼ੂ ਨੂੰ ਡਿਫਰੈਂਟ ਤਰੀਕੇ ਨਾਲ ਵਿੰਦਾ ਹਾਂ। ਆਪਾਂ ਸਾਰੇ ਜਾਣਦੇ ਹਾਂ ਜੋ ਸ਼ਿਵ ਸੈਨਾ ਕਰਦੀ ਰਹੀ ਹੈ, ਜੋ ਕੁਲਬੀਰ ਜੀ ਪਰਮਿੰਦਰ ਸਿੰਘ ਜੀ ਨੇ ਕਿਹਾ ਕਿ ਉਹ ਰਾਜਨੀਤਿਕ ਲਾਹਾ ਲੈਣ ਵਾਸਤੇ ਧਰਮ ਜਾਂ ਕਿ ਹੋਰ ਚੀਜ਼ 'ਤੇ ਫੂਟ ਪਾਉਂਦੇ ਨੇ। ਪਰ ਜੇ ਵੇਖਿਆ ਜਾਵੇ ਤਾਂ ਮੈਂ ਇੱਥੇ ਜੋ ਸ਼ਿਵ ਸੈਨਾ ਨੇ ਸਟੈਂਡ ਲਿਆ, ਉਹ ਭਾਵੇਂ ਗਲਤ ਤਰੀਕੇ ਨਾਲ ਮੈਸੇਜ ਦਿੰਦੇ ਨੇ, ਪਰ ਗੌਰਮੈਂਟ ਨੂੰ ਇਹ ਮੈਸੇਜ ਕਲੀਅਰ ਜਾਂਦਾ ਵਾ ਕਿ ਜੇ ਪਾਕਿਸਤਾਨ ਨਾਲ ਅਸੀਂ ਸਰਹੱਦ 'ਤੇ ਲੜਨ ਡਏ ਹਾਂ, ਸਾਡੇ ਫੌਜੀ ਮਰਨ ਡਏ ਨੇ, ਪਾਕਿਸਤਾਨੀਆਂ ਇੰਡੀਆ ਕੇ ਵੀ ਲਾਸਟ 65 ਸਾਲਾਂ ਤੋਂ ਕੋਈ ਇੱਦਾਂ ਦੀ ਪਲਾਨ ਜਾਂ ਇੱਦਾਂ ਦਾ ਕੁਛ ਨਹੀਂ ਤਿਆਰ ਕਰ ਪਾਇਆ ਜਿਹਦੇ ਨਾਲ ਦੋਵੇਂ ਪਾਸੇ ਸ਼ਾਂਤੀ ਰਹੇ। ਤੇ ਅਸੀਂ ਉਹਨਾਂ ਕ੍ਰਿਕਟ ਟਾਈਸ ਬੰਦ ਕਰਤੀਆਂ, ਅਸੀਂ ਉਹਨਾਂ ਨੂੰ ਹੋਰ ਬਹੁਤ ਕੁਝ ਬੰਦ ਕੀਤਾ ਵਾ। ਤੇ ਫਿਰ ਸਿਰਫ ਕੀ ਕਹਿੰਦੇ ਬਾਲੀਵੁੱਡ ਜਾਂ ਮਿਊਜ਼ਿਕ ਦੇ ਨਾਂ 'ਤੇ ਅਸੀਂ ਕਿਉਂ ਕੰਟੀਨਿਊ ਰੱਖੀਏ? ਕਿਤੇ ਨਾ ਕਿਤੇ ਮੇਰੇ ਖਿਆਲ ਨਾਲ ਇੰਡੀਆ ਨੂੰ ਪਾਕਿਸਤਾਨ ਨੂੰ ਟੋਟਲੀ ਬੈਨ ਕਰਨਾ ਚਾਹੀਦਾ, ਜਿੱਦਾਂ US ਕਰਦਾ ਵਾ ਜਦੋਂ ਉਹਨਾਂ ਨੇ ਕਿ ਦੇਸ਼ ਨਾਲ ਨਹੀਂ ਕੋਈ ਦੇਸ਼ ਨਾਲ ਕੋਈ ਪ੍ਰੋਬਲਮ ਹੁੰਦੀ, ਸਭ ਤੋਂ ਪਹਿਲਾਂ ਉਹਨਾਂ ਨਾਲ ਇਕਨੋਮਿਕ ਬੈਨ ਲਾਉਂਦੇ ਨੇ, ਬਿਜ਼ਨਸ ਬੈਨ ਕਰਦੇ ਨੇ, ਤਾਂ ਕਿ ਜਦੋਂ ਕੰਟਰੀ ਨੂੰ ਨੁਕਸਾਨ ਹੋਵੇ ਤੇ ਆਪਣੇ ਆਪ ਹੀ ਉਹ ਦੇਸ਼ ਵੀ ਸੋਚਦਾ ਹੈ ਕਿ ਜੇ ਮੈਂ ਦੁਨੀਆ ਨਾਲ ਚੱਲਣਾ, ਮੈਂ ਸ਼ਾਂਤੀ ਵਾਲੇ ਤਰੀਕੇ ਵੱਲ ਚੱਲਾਂ, ਨਾ ਕਿ ਆਪਣੀ ਧਰਤੀ ਦੇ ਟੈਰਰਿਸਟ ਕੈਂਪ ਲਾਵਾਂ ਤੇ ਉਹਨਾਂ ਨੂੰ ਬੜਾਵਾ ਦੇਵਾਂ। ਉੱਤੋਂ ਜੇ ਇੰਡੀਆ ਉਹਨਾਂ ਨੂੰ ਪ੍ਰੂਫ ਵੀ ਦਿੰਦਾ ਵਾ, ਉਸ ਤੋਂ ਬਾਅਦ ਵੀ ਕੁਝ ਕੀਤਾ ਨਹੀਂ ਜਾਂਦਾ। ਤੁਸੀਂ ਕਹਿ ਰਹੇ ਹੋ ਕਿ ਜਿਹੜੇ ਅਜਿਹੇ ਕਾਰਨਾਮੇ ਕੀਤੇ ਜਾਂਦੇ ਨੇ ਕਿ ਜਿਹੜੇ ਇੱਕ ਆਰਗੇਨਾਈਜ਼ ਸ਼ਾਂਤਮਈ ਢੰਗ ਦੇ ਨਾਲ ਇਵੈਂਟ ਕਰਾਏ ਜਾਂਦੇ ਨੇ, ਜਦੋਂ ਉਸ ਦੇ ਆਰਗੇਨਾਈਜ਼ਰ ਦਾ ਸ਼ਰੇਆਮ ਮੂੰਹ ਕਾਲਾ ਕੀਤਾ ਜਾਂਦਾ, ਸ਼ਿਵ ਸੈਨਾ ਵੱਲੋਂ ਮਾਰਕੁੱਟ ਕੀਤੀ ਜਾਂਦੀ ਆ,
ਜਦੋਂ ਵਰਲਡ ਦੇ ਵਿੱਚ ਇਹ ਨਿਊਜ਼ ਆਊਗੀ ਤਾਂ ਇੰਡੀਆ ਦੇ ਵਿੱਚ ਜਿਹੜਾ ਸ਼ਿਵ ਸੈਨਾ ਨਾ ਉਹਨਾਂ ਦਾ ਜਿਹੜਾ ਕੱਦ ਆ ਉੱਚਾ ਹੋਊਗਾ ਕਿ ਨੀਵਾਂ ਹੋਊਗਾ? ਦੇਖੋ ਕੱਦ ਤੇ ਇਹ 'ਚ ਇੰਡੀਆ ਦਾ ਵੀ ਸ਼ਾਇਦ ਨੀਵਾਂ ਹੋਊਗਾ, ਸ਼ਾਇਦ ਸ਼ਿਵ ਸੈਨਾ ਦਾ ਵੀ ਨੀਵਾਂ ਹੋਊਗਾ। ਮੈਂ ਇਹ ਨਹੀਂ ਕਹਿ ਰਿਹਾ ਉਹਨਾਂ ਨੇ ਜੋ ਕੀਤਾ ਉਹ ਠੀਕ ਹੈ, ਜੋ ਉਹਨਾਂ ਨੇ ਤਰੀਕਾ ਅਪਣਾਇਆ ਉਹ ਠੀਕ ਆ, ਪਰ ਮੈਂ ਕਹਿ ਰਿਹਾ ਕਿ ਇਹਦੇ ਨਾਲ ਜੋ ਮੈਸੇਜ ਜਾਂਦਾ ਵਾ ਸੈਂਟਰਲ ਗਵਰਨਮੈਂਟ ਨੂੰ ਕਿ ਤੁਸੀਂ ਪਾਕਿਸਤਾਨ ਨਾਲ ਬਿਜ਼ਨਸ ਵੀ ਬਾਈਕਾਟ ਕਰੋ। ਮੈਂ ਸ਼ਿਵ ਸੈਨਾ ਦੇ ਜੋ ਸ਼ਿਵ ਸੈਨਾ ਨੇ ਕੀਤਾ ਉਹਦੇ ਵੱਲ ਨਹੀਂ ਆ, ਬਟ ਮੈਂ ਉਸ ਮੈਸੇਜ ਵੱਲ ਆ ਕਿ ਇੱਥੇ ਕਿਤੇ ਨਾ ਕਿਤੇ ਸ਼ਿਵ ਸੈਨਾ ਮੈਸੇਜ ਜੋ ਦੇਣਾ ਚਾਹੁੰਦੀ ਉਹ ਰਾਈਟ ਹੈ, ਤਰੀਕਾ ਗਲਤ ਆ। ਪਰਮਿੰਦਰ ਸਿੰਘ ਜੀ, ਹਰਪ੍ਰੀਤ ਜੀ ਕਹਿੰਦੇ ਨੇ ਕਿ ਰਾਈਟ ਮੈਸੇਜ ਤਰੀਕਾ ਗਲਤ, ਪਰ ਜ਼ਿੰਮੇਵਾਰੀ ਸ਼ਿਵ ਸੈਨਾ ਦੀ ਨਹੀਂ ਹੋ ਸਕਦੀ। ਦਵਿੰਦਰ ਜੀ ਇਹ ਕਿੱਦਾਂ ਹੋ ਸਕਦਾ ਜੀ? ਜਦੋਂ ਤੁਸੀਂ ਕੋਈ ਹਰਕਤ ਕਰਦੇ ਹੋ ਉਹਦੀ ਰਿਸਪੌਂਸਿਬਿਲਟੀ ਵੀ ਤੁਹਾਨੂੰ ਹੀ ਲੈਣੀ ਪੈਂਦੀ ਆ। ਆਲਰੇਡੀ ਖਬਰ ਆ ਚੁੱਕੀ ਆ 6 ਜਿਹੜੇ ਸ਼ਿਵ ਸੈਨਾ ਦੇ ਵਰਕਰ ਆ ਆਲਰੇਡੀ ਅਰੈਸਟ ਹੋ ਚੁੱਕੇ ਆ। ਸੋ ਇੱਕ ਵਰਲਡ ਲੈਵਲ ਦੇ ਉੱਤੇ ਤੁਸੀਂ ਇਦਾਂ ਦੀ ਹਰਕਤ ਕਰਦੇ ਹੋ ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਜਿਹੜੇ ਉੱਥੇ ਬੁੱਕ ਆਰਗੇਨਾਈਜ਼ਰ ਹੈਗੇ ਆ ਤੁਸੀਂ ਉਹਨਾਂ ਨੂੰ ਜਾ ਕੇ ਉਹਨਾਂ ਦੇ ਉੱਤੇ ਹਮਲਾ ਕਰ ਰਹੇ ਹੋ ਜਾਂ ਉਹਨਾਂ ਦਾ ਮੂੰਹ ਕਾਲਾ ਕਰ ਰਹੇ ਹੋ। ਇੱਥੇ ਤੁਸੀਂ ਆਪਣੇ ਹੀ ਨੇਤਾ ਦਾ ਮੂੰਹ ਜਿਹੜਾ ਉਹ ਕਾਲਾ ਕਰਦੇ ਪਏ ਆ। ਸੋ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਵਧੀਆ ਮੈਸੇਜ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਾਸ ਤੌਰ ਤੇ ਕੋਈ ਵਧੀਆ ਮੈਸੇਜ ਜਾਂਦਾ ਹੋਊਗਾ। ਹਾਂ, ਅਗਰ ਕਹੋ ਵੀ ਪਾਕਿਸਤਾਨ ਨੂੰ ਇਹਦਾ ਕੋਈ ਫਰਕ ਪੈਣ ਲੱਗਾ, ਮੈਨੂੰ ਤਾਂ ਨਹੀਂ ਲੱਗਦਾ ਕੋਈ ਪਾਕਿਸਤਾਨ ਨੂੰ ਇਹਦੇ ਨਾਲ ਕੋਈ ਫਰਕ ਪਊਗਾ ਕਿ ਹਾਂਜੀ ਮੂੰਹ ਕਾਲਾ ਕੀਤਾ ਜਾਂ ਆਪਣੇ ਨੇਤਾ ਦਾ ਕੀਤਾ, ਸਾਡਾ ਕੀ। ਸੋ ਜੀ ਇੱਕ ਗੱਲ ਹਰਪ੍ਰੀਤ ਜੀ ਮੈਂ ਤੁਹਾਤੋਂ ਪੁੱਛਣਾ ਚਾਹੂੰਗਾ ਕਿ ਜੇ ਗੱਲ ਤੁਸੀਂ ਪੈਟਰੀਓਟਿਜ਼ਮ ਦੀ ਕਰਦੇ ਹੋ, ਦੇਸ਼ ਭਗਤੀ ਦੀ ਕਰਦੇ ਹੋ, ਇਸ ਦਾ ਠੇਕਾ ਇਕੱਲਾ ਸ਼ਿਵ ਸੈਨਾ ਨੂੰ ਹੀ ਦੇ ਦੇਣਾ ਚਾਹੀਦਾ ਕਿ ਜਦੋਂ ਗੱਲਾਂ ਦੇਸ਼ ਭਗਤੀ ਦੀਆਂ ਕਰਦੇ ਆ, ਕ੍ਰਿਕਟ ਦੀਆਂ ਟੀਮਾਂ ਦੇ ਬੰਦ ਕਰ ਦਿੰਦੇ ਹੋ, ਉੱਥੋਂ ਦੇ ਆਉਣ ਵਾਲੇ ਕਲਾਕਾਰਾਂ ਤੇ ਬੈਨ ਲਗਾਉਣਾ ਚਾਹੁੰਦੇ ਹੋ, ਆਪਣੇ ਆਪ ਨੂੰ ਦੇਸ਼ ਭਗਤੀ ਦਾ ਸਬੂਤ ਕਰਦੇ ਹੋ। ਜੇ ਤੁਸੀਂ ਕਹਿੰਦੇ ਹੋ ਕਿ ਸ਼ਿਵ ਸੈਨਾ ਨੂੰ ਸੱਚੀ ਠੇਕਾ ਦਿੱਤਾ ਹੋਇਆ, ਅੱਜ ਤੱਕ ਜਿੰਨੇ ਫੌਜੀ ਸਾਡੇ ਸਰਹੱਦ ਤੇ ਸ਼ਹੀਦ ਹੋਏ ਨੇ ਸ਼ਿਵ ਸੈਨਾ ਦੇ, ਇਨਕਲੂਡਿੰਗ ਉਹਨਾਂ ਦੇ ਲੀਡਰ, ਇਨਕਲੂਡਿੰਗ ਉਹਨਾਂ ਦੇ ਸਮਰਥਕ, ਕੋਈ ਵੀ ਅੱਜ ਤੱਕ ਉਹਨਾਂ ਦੇ ਫਿਊਨਰਲ ਤੱਕ ਤੇ ਤਾਂ ਜਾ ਕੇ ਇੱਕ ਸ਼ਰਧਾਂਜਲੀ ਭੇਟ ਕਰ ਨਹੀਂ ਗਿਆ, ਤੇ ਪੈਟਰੀਓਟਿਜ਼ਮ ਦਾ ਠੇਕਾ ਤੁਸੀਂ ਸ਼ਿਵ ਸੈਨਾ ਨੂੰ ਦੇਣਾ ਚਾਹੁੰਦੇ ਹੋ? ਨਹੀਂ, ਬਿਲਕੁਲ ਨਹੀਂ। ਮੈਂ ਤੁਹਾਨੂੰ ਐਕਚੁਅਲੀ ਪਹਿਲਾਂ ਹੀ ਕਹਿ ਚੁੱਕਿਆ ਹਾਂ, ਸ਼ਿਵ ਸੈਨਾ ਜੋ ਕਰਦੀ ਰਹੀ ਹੈ ਜਾਂ ਸ਼ਿਵ ਸੈਨਾ ਦੀ ਇੰਟੈਂਸ਼ਨ ਆ ਉਹ ਆਪਾਂ ਸਭ ਨੂੰ ਕਲੀਅਰ ਆ, ਬਟ ਜੋ ਇਹਨਾਂ ਦੇ ਇੱਥੇ ਮੈਸੇਜ ਆ ਮੈਨੂੰ ਕਿਹੜਾ ਮੈਸੇਜ ਬੇਸਿਕਲੀ ਕਿ ਜੇ ਤੁਸੀਂ ਪਾਕਿਸਤਾਨ ਨਾਲ ਜੇ ਤੁਸੀਂ ਹਰਪ੍ਰੀਤ ਜੀ ਮੈਂ ਤੁਹਾਨੂੰ ਸੌਰੀ ਸ਼ਾਂਤੀ ਨਹੀਂ ਤੁਸੀਂ ਇਹ ਦੇਖ ਰਹੇ ਹੋ ਕਿ ਪਾਕਿਸਤਾਨ ਵਾਲੇ ਰੋਜ਼ ਹੈਗੀ ਆ ਉਹ ਸੈਂਟਰਲ ਗਵਰਨਮੈਂਟ ਨੂੰ ਕੀ ਮੈਸੇਜ ਦੇ ਰਹੀ ਹੈ। ਤੁਸੀਂ ਇਹ ਨਹੀਂ ਦੇਖ ਰਹੇ ਕਿ ਸ਼ਿਵ ਸੈਨਾ ਪੂਰੇ ਵਰਲਡ ਨੂੰ ਸਾਡਾ ਕੀ ਮੈਸੇਜ ਦੇ ਰਹੀ ਹੈ। ਕਿਉਂ ਨਹੀਂ ਅਸੀਂ ਉਹਨਾਂ ਨੂੰ ਬਿਜ਼ਨਸ ਟਾਈਜ਼ ਵੀ ਬੰਦ ਕਰਦੇ ਹਾਂ ਤਾਂ ਕਿ ਪਾਕਿਸਤਾਨ ਉੱਤੇ ਪ੍ਰੈਸ਼ਰ ਪਵੇ ਕਿ ਕਿਤੇ ਨਾ ਕਿਤੇ ਪਾਕਿਸਤਾਨ ਜੋ ਉਹਨਾਂ ਦੇ ਸਰਹੱਦ ਤੇ ਉਹਨਾਂ ਦੇ ਏਰੀਆ ਵਿੱਚ ਟੈਰਰਿਸਟ ਕੈਂਪ ਟ੍ਰੇਨਿੰਗ ਕੈਂਪ ਲੱਗੇ ਨੇ। ਹਾਂਜੀ ਹਾਂਜੀ, ਪਾਕਿਸਤਾਨੀ ਏਜੰਡਾ ਬੰਦ ਕਰੋ। ਸ਼ਿਵ ਸੈਨਾ ਨੇ ਜੇ ਮੈਸੇਜ ਦੇਣਾ, ਇਹੀ ਸ਼ਿਵ ਸੈਨਾ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਭਾਈਵਾਲ ਆ, ਕੇਂਦਰ ਸਰਕਾਰ ਜੋ ਦਿੱਲੀ ਦੇ ਵਿੱਚ ਆ ਉਹਨਾਂ ਦੀ ਸਮਰਥਨ ਕਰ ਰਹੀ ਆ। ਬਾਲ ਠਾਕਰੇ ਜਿਹੜੇ ਇਹਨਾਂ ਦੇ ਪਹਿਲਾਂ ਸਮਰਥਕ ਹੁੰਦੇ ਸੀ ਉਹ ਤਾਂ ਜ਼ੋਰ ਨਾਲ ਬੋਲਦੇ ਸੀ, ਅੱਜ ਉद्धਵ ਠਾਕਰੇ ਦੀ ਗੱਲ ਕੀਤੀ ਜਾਵੇ ਜਿਹੜੇ ਬੜੇ ਨਾਅਰੇ ਲਾ ਰਹੇ ਨੇ ਕਿ ਇਹੋ ਜਿਹੇ ਕਾਰਨਾਮੇ ਕੀਤੇ ਜਾਣੇ, ਇਹੋ ਜਿਹੇ ਕਾਰਨਾਮੇ ਕਰਨ ਤੋਂ ਪਹਿਲਾਂ ਦਿੱਲੀ ਸਰਕਾਰ ਨੂੰ ਜੇ ਮੈਸੇਜ ਦੇਣਾ ਤਾਂ ਆਪਣੀ ਸਪੋਰਟ ਕਿਉਂ ਨਹੀਂ ਪੁੱਲ ਕਰ ਲੈਂਦੇ? ਬਿਲਕੁਲ ਕਰਨੀ ਚਾਹੀਦੀ। ਮੈਂ ਤਾਂ ਤੁਹਾਨੂੰ ਆਖਣ ਡਿਆ ਵਾਂ ਸ਼ਿਵ ਸੈਨਾ ਦਾ ਤਰੀਕਾ, ਮੈਂ ਸ਼ਿਵ ਸੈਨਾ ਨੇ ਜੋ ਕੀਤਾ ਦਵਿੰਦਰ ਜੀ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਆ, ਬਟ ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਵੀ ਮੂੰਹ ਕਾਲਾ ਨਹੀਂ ਸੀ ਕਰਨਾ ਚਾਹੀਦਾ, ਲਾਲ ਰੰਗ ਲਾ ਦੇਣਾ ਚਾਹੀਦਾ। ਨਹੀਂ, ਮੈਂ ਧਿਆਨ ਨਾਲ ਕਿ ਸ਼ਾਂਤੀ ਮੈਂ ਪ੍ਰੋਟੈਸਟ ਕਰਨਾ ਚਾਹੀਦਾ ਸੀ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸੈਂਟਰ ਗਵਰਨਮੈਂਟ ਤੇ ਪ੍ਰੈਸ਼ਰ ਜਾਂ ਮਹਾਰਾਸ਼ਟਰ ਗਵਰਨਮੈਂਟ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਸੀ। ਤਰੀਕਾ ਉਹਨਾਂ ਦਾ ਗਲਤ ਹੈ, ਪਰ ਜੋ ਇੱਥੋਂ ਉਹਨਾਂ ਦੀ ਐਕਚੁਅਲੀ ਇੰਟੈਂਸ਼ਨ ਵੀ ਉਹ ਨਹੀਂ ਹੈਗੀ ਕਿ ਪਾਕਿਸਤਾਨ ਨਾਲ ਬਿਜ਼ਨਸ ਟਾਈਜ਼ ਟੁੱਟਣ। ਇੰਟੈਂਸ਼ਨ ਸ਼ਿਵ ਸੈਨਾ ਦੀ ਕਿਤੇ ਪੋਲੀਟੀਕਲ ਹੀ ਆ, ਜੋ ਉਹ ਜਾਤੀ ਦੇ ਨਾਂ ਤੇ ਕਰਦੇ ਉਹੀ ਆ। ਬਟ ਮੈਂ ਇਹ ਜ਼ਰੂਰ ਚਾਹੁੰਦਾ ਵਾਂ ਕਿ ਜੇ ਅਸੀਂ ਬਾਰਡਰ ਤੇ ਸ਼ਾਂਤੀ ਨਹੀਂ ਲਿਆ ਸਕਦੇ ਤੇ ਅਸੀਂ ਬਿਜ਼ਨਸ ਟਾਈਜ਼ ਕਿਉਂ ਕੰਟੀਨਿਊ ਕਰਨ ਡਿਆ? ਕੁਲਬੀਰ ਸਿੰਘ ਜੀ, ਹਰਪ੍ਰੀਤ ਸਿੰਘ ਜੀ ਥੋੜਾ ਜਿਹਾ ਅੱਜ ਕਨਫਿਊਜ਼ ਨੇ। ਉਹ ਪਹਿਲਾਂ ਤਾਂ ਕਦੇ ਕਹਿਣਾ ਚਾਹੁੰਦੇ ਨੇ ਕਿ ਪਾਕਿਸਤਾਨ ਦੇ ਨਾਲ ਜਿਹੜੇ ਰਿਸ਼ਤੇ ਨੇ ਉਹ ਬਿਲਕੁਲ ਬੰਦ ਕਰ ਦੇਣੇ ਚਾਹੀਦੇ ਨੇ। ਸ਼ਿਵ ਸੈਨਾ ਜਿਹੜਾ ਮੈਸੇਜ ਦੇਣਾ ਚਾਹੁੰਦਾ ਉਹ ਮੈਸੇਜ ਦੇਣ ਦਾ ਤਰੀਕਾ ਗਲਤ ਸੀ, ਪਰ ਮੈਸੇਜ ਜ਼ਰੂਰ ਆਉਂਦਾ ਕਿ ਪਾਕਿਸਤਾਨ ਨਾਲ ਟਾਈਜ਼ ਖਤਮ ਕਰ ਦੇਣੀ ਚਾਹੀਦੀ ਆ। ਦੂਜੇ ਪਾਸੇ ਇੱਕ ਸ਼ਾਂਤਮਈ ਪ੍ਰੋਟੈਸਟ ਦੀ ਗੱਲ ਕਰਦੇ ਆ, ਤੀਜੇ ਪਾਸੇ ਸ਼ਿਵ ਸੈਨਾ ਦੀ ਇਸ ਨੂੰ ਰਾਜਨੀਤਿਕ ਚਾਲ ਕਹਿੰਦੇ ਨੇ। ਤੁਸੀਂ ਹਰਪ੍ਰੀਤ ਜੀ ਦੇ ਇਸ ਕਮੈਂਟ ਨਾਲ ਸਹਿਮਤ ਹੋ ਜਾਂ ਨਹੀਂ? ਮੈਂ ਤਾਂ ਜੀ ਇੱਕੋ ਗੱਲ ਨਾਲ ਸਹਿਮਤ ਹਾਂ ਕਿ ਜੇ ਸੈਂਟਰ ਗਵਰਨਮੈਂਟ ਨੂੰ ਇਸ ਗੱਲ ਦਾ ਮੈਸੇਜ ਦਿੱਤਾ ਜਾਵੇ ਕਿ ਪਾਕਿਸਤਾਨ ਨਾਲ ਅਸੀਂ ਸਬੰਧ ਰੱਖਣੇ ਜਾਂ ਨਹੀਂ ਰੱਖਣੇ, ਉਹ ਕੀ ਸੋਚਦੇ ਨੇ ਉਹਨਾਂ ਨੂੰ ਪਬਲਿਕ ਦਾ ਮੈਸੇਜ ਚਲਾ ਜਾਵੇ। ਪਰ ਜਿਹੜਾ ਤਰੀਕਾ ਸ਼ਿਵ ਸੈਨਾ ਅਪਣਾਉਂਦੀ ਆ ਉਹ ਬਿਲਕੁਲ ਗਲਤ ਆ। ਇਹ ਕੋਈ ਤਰੀਕਾ ਨਹੀਂ ਹੈਗਾ ਸਰਕਾਰ ਨੂੰ ਮੈਸੇਜ ਦੇਣ ਦਾ। ਜਿੱਦਾਂ ਤੁਸੀਂ ਗੱਲ ਕੀਤੀ ਆ, ਉਹ ਆਪਣੀ ਸਪੋਰਟ ਸਰਕਾਰ ਤੋਂ ਵਾਪਸ ਲੈ ਸਕਦੇ ਆ, ਉਹ ਅਸੈਂਬਲੀ ਵਿੱਚ ਬੋਲ ਸਕਦੇ ਆ, ਹੋਰ ਬਹੁਤ ਤਰੀਕੇ ਹੈਗੇ ਨੇ। ਇਹ ਕੋਈ ਤਰੀਕਾ ਨਹੀਂ ਹੈਗਾ ਮੂੰਹ ਕਾਲਾ ਕਰ ਦਿਓ। ਜੋ ਇਹਨਾਂ ਨੇ ਪਹਿਲਾਂ ਕੀਤਾ ਆਤਿਫ ਅਸਲਮ ਨਾਲ, ਜੋ ਗੁਲਾਮ ਅਲੀ ਵੇਲੇ ਹੋਇਆ, ਇਹ ਉਸ ਤੋਂ ਉੱਪਰ ਦੀ ਗੱਲ ਹੋ ਗਿਆ। ਮੈਂ ਤੁਹਾਡੇ ਨਾਲ ਥੋੜੀ ਜਿਹੀ ਹੋਰ ਇੱਕ ਐਡੀਸ਼ਨ ਕਰਦਾ। ਇੱਕ
ਹੁਣੇ ਪੂਨੇ ਤੋਂ ਖਬਰ ਆਈ ਹੈ ਜੀ, ਪੂਨੇ ਤੋਂ ਕੀ ਹੈ ਕਿ ਉੱਥੇ ਕੋਈ ਪਾਕਿਸਤਾਨ ਫੂਡ ਫੈਸਟੀਵਲ ਹੋਣ ਜਾ ਰਿਹਾ, ਤਹਿਸੀਨ ਪੂਨਾ ਵਾਲਾ ਕੋਈ ਹੈਗੇ ਨੇ ਜੀ, ਉਹ ਕਰਵਾਉਣ ਜਾ ਰਿਹਾ ਜਿਹੜਾ ਪਾਕਿਸਤਾਨ ਫੂਡ ਫੈਸਟੀਵਲ ਹੈਗਾ, ਉਹ ਉੱਥੇ ਪਾਕਿਸਤਾਨ ਦੇ ਸ਼ੈਫਸ ਨੂੰ ਬੁਲਾ ਰਹੇ ਨੇ। ਹੁਣ ਉਹਨਾਂ ਨੂੰ ਵੀ ਸ਼ਿਵ ਸੈਨਾ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਤੁਸੀਂ ਸ਼ੋਅ ਨਹੀਂ ਕਰਾ ਸਕਦੇ, ਨਹੀਂ ਤਾਂ ਅਸੀਂ ਗੜਬੜ ਕਰਾਂਗੇ। ਇਸ ਤਰ੍ਹਾਂ ਤੇ ਉਹ ਕੁਛ ਵੀ ਨਹੀਂ ਹੋਣ ਦੇਣਗੇ ਜੀ ਕਿਸੇ ਪਾਸੇ। ਇਹ ਤਾਂ ਕੋਈ ਮੈਸੇਜ ਦੇਣ ਦਾ ਤਰੀਕਾ ਨਹੀਂ ਹੈਗਾ ਜੀ। ਇਹ ਤਾਂ ਇਹਨਾਂ ਦੀ ਜੋ ਅੱਗੇ ਕਰਦੇ ਨੇ, ਕਦੀ ਉਹ ਪਿੱਛੇ ਪੈ ਜਾਂਦੇ ਨੇ ਵੀ ਅਸੀਂ ਇੱਥੇ ਭੋਜਪੁਰੀ ਬੋਲਣ ਵਾਲੇ ਨੂੰ ਰਹਿਣ ਨਹੀਂ ਦੇਣਾ, ਕਦੀ ਉਹ ਪਿੱਛੇ ਪੈ ਜਾਂਦੇ ਨੇ ਅਸੀਂ ਬਿਹਾਰੀਆਂ ਨੂੰ ਆਟੋ ਨਹੀਂ ਚਲਾਉਣ ਦੇਣਾ। ਚਲੋ ਮੰਨ ਲਿਆ ਪਾਕਿਸਤਾਨ ਨਾਲ ਤਾਂ ਸਾਡਾ ਵੈਰ ਹੈ, ਠੀਕ ਹੈ ਜੀ, ਸਾਡੀ ਸਰਹੱਦ ਤੇ ਸਾਡੇ ਫੌਜੀਆਂ ਨੂੰ ਮਾਰਦੇ, ਮੈਂ ਹਰਪ੍ਰੀਤ ਜੀ ਨਾਲ ਸਹਿਮਤ ਹੋ ਜਾਣਾ 1 ਮਿੰਟ ਦੇ ਲਈ, ਤੇ ਉਹ ਪ੍ਰੋਟੈਸਟ ਕਰਦੇ ਨੇ। ਜਦੋਂ ਉਹ ਆਪਣੇ ਹੀ ਦੇਸ਼ ਵਾਲਿਆਂ ਨੂੰ ਉੱਥੇ ਫੜ ਕੇ ਮਾਰਦੇ ਨੇ, ਆਟੋ ਵਾਲਿਆਂ ਨੂੰ ਕੁੱਟਦੇ ਨੇ, ਮੈਂ ਤਾਂ ਸ਼ਿਵ ਸੈਨਾ ਦੇ ਕਦੀ ਵੀ ਇਸ ਗੱਲ ਦੇ ਵਿੱਚ ਹੱਕ 'ਚ ਨਹੀਂ ਹੈਗਾ। ਉਹ ਕਿਉਂਕਿ ਜੋ ਵੀ ਕਰਦੇ ਨੇ ਉਹਨਾਂ ਦਾ ਪ੍ਰੋਪੋਗੰਡਾ ਹੁੰਦਾ, ਉਹਨਾਂ ਦਾ ਸਿਰਫ ਤੇ ਸਿਰਫ ਲੋਕਾਂ ਨੂੰ ਜਿਹੜਾ ਹੈਗਾ ਉਹ ਦੇਸ਼ ਦੇ ਨਾਂ ਤੇ, ਆਪਣੇ ਧਰਮ ਦੇ ਨਾਂ ਤੇ, ਮਹਾਰਾਸ਼ਟਰ ਦੇ ਨਾਂ ਤੇ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਨਾ ਹੁੰਦਾ, ਔਰ ਉਹਨਾਂ ਦਾ ਕੋਈ ਮੁੱਦਾ ਨਹੀਂ ਹੁੰਦਾ। ਇਸ ਤਰ੍ਹਾਂ ਜਿੰਨੀਆਂ ਕੁ ਵੋਟਾਂ ਖਿੱਚ ਸਕਦੇ ਨੇ, ਜਿੰਨੇ ਕੁ ਲੋਕਾਂ ਨੂੰ ਉੱਦਾਂ ਦੀ ਸੋਚ ਵਾਲੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਨੇ, ਉਹਨਾਂ ਦਾ ਕੰਮ ਇਸੇ ਕਰਕੇ ਹੁੰਦਾ। ਉਹਦੇ ਪਿੱਛੇ ਉਹਨਾਂ ਦੀ ਹੋਰ ਕੋਈ ਅਟੈਂਸ਼ਨ ਨਹੀਂ ਹੈਗੀ। ਉਹ ਪਾਵਰ ਵਿੱਚ ਰਹਿਣਾ ਚਾਹੁੰਦੇ ਆ, ਉਹ ਚਾਹੁੰਦੇ ਕਿ ਸਾਡੀ ਗੁੰਡਾਗਰਦੀ ਮਹਾਰਾਸ਼ਟਰ 'ਚ ਬਣੀ ਰਹੇ। ਉਹ ਉਸੇ ਗੁੰਡਾਗਰਦੀ ਨੂੰ ਬਣਾਉਣ ਵਾਸਤੇ ਉਹ ਇਦਾਂ ਦੇ ਕੰਮ ਕਰਦੇ ਰਹਿੰਦੇ ਆ। ਇੱਕ ਕੁਐਸਚਨ ਮੈਂ ਜਿਹੜਾ ਇੱਕ ਸਿੰਪਲ ਪੁੱਛੂੰਗਾ, ਛੋਟਾ ਜਿਹਾ ਜਵਾਬ ਰੱਖਿਓ ਵੀ ਨਾ ਹੀ ਲਿਓ ਵੀ ਕੌਣ ਜ਼ਿੰਮੇਵਾਰ ਆ ਇਸ ਘਟਨਾ ਦੇ ਲਈ। ਸਭ ਤੋਂ ਵੱਡੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾ ਸਕਦੀ ਆ? ਗਵਰਨਮੈਂਟ ਨੂੰ, ਮਹਾਰਾਸ਼ਟਰ ਗਵਰਨਮੈਂਟ ਨੂੰ, ਸ਼ਿਵ ਸੈਨਾ ਨੂੰ, ਜਾਂ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਉਹਨਾਂ ਨੂੰ? ਪਰਮਿੰਦਰ ਸਿੰਘ ਜੀ। ਆਈ ਥਿੰਕ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀਗਾ ਉਹਨਾਂ ਨੂੰ ਹੋਣੀ ਚਾਹੀਦੀ ਹੈ। ਮੈਂ ਰੀਜ਼ਨ ਵੀ ਨਾਲ ਦੱਸ ਦੇਣਾ ਚਾਹੁੰਦਾ, ਕਿਉਂਕਿ ਇਹ ਉਹਨਾਂ ਨੂੰ ਪਹਿਲਾਂ ਤੋਂ ਹੀ ਜਿਹੜੀ ਇਹ ਧਮਕੀ ਸੀਗੀ ਸ਼ਿਵ ਸੈਨਾ ਨੇ ਦੇ ਦਿੱਤੀ ਸੀ। ਉਸ ਦੇ ਬਾਵਜੂਦ ਉਹਨਾਂ ਵੱਲੋਂ ਕੋਈ ਸਿਕਿਉਰਿਟੀ ਪ੍ਰੀਕਾਸ਼ਨ ਜਿਹੜੇ ਆ ਉਹ ਨਹੀਂ ਲੈ ਗਏ ਪ੍ਰੋਪਰ। ਸੋ ਉਹਦੇ ਲਈ ਉਹਨਾਂ ਨੂੰ ਖੁਦ ਜ਼ਿੰਮੇਵਾਰੀ ਇਹਦੀ ਚੱਕਣੀ ਚਾਹੀਦੀ ਹੈ। ਬਿਲਕੁਲ ਨਹੀਂ ਜੀ, ਇਹ ਮਹਾਰਾਸ਼ਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਹੈਗੀ ਹੈ। ਇਹ ਉਹਨਾਂ ਦਾ ਕਸੂਰ ਹੈਗਾ। ਜਦ ਉਹਨਾਂ ਨੂੰ ਪਤਾ ਹੈ ਕਿ 2 ਵਾਰ ਇਹ ਕਿੱਸਾ ਹੋ ਚੁੱਕਿਆ, ਤੇ ਜਦੋਂ ਵੀ ਇਦਾਂ ਦਾ ਕੋਈ ਇਵੈਂਟ ਹੁੰਦਾ ਉਹ ਉਹਨਾਂ ਨੂੰ ਪ੍ਰੋਟੈਕਟ ਕਰਨਾ ਉਹਨਾਂ ਦਾ ਫਰਜ਼ ਬਣਦਾ। ਉਹਨਾਂ ਨੂੰ ਸ਼ਿਵ ਸੈਨਾ ਨੂੰ ਕੌਨਫੀਡੈਂਸ ਲੈਣਾ ਬਣਦਾ, ਜਾਂ ਉਹਨਾਂ ਨੂੰ ਇੰਸਟਰਕਸ਼ਨ ਦੇਣੇ ਚਾਹੀਦੀਆਂ, ਜਾਂ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਵੀ ਇਹ ਕੰਮ ਨਾ ਕਰੋ। ਇਹ ਜੋ ਠੀਕ ਨਹੀਂ ਹੈਗਾ ਉਹ ਠੀਕ ਨਹੀਂ ਹੈਗਾ, ਚਾਹੇ ਉਹਨੂੰ ਕਿਸੇ ਵੀ ਹਾਲਾਤਾਂ 'ਚ ਕੀਤਾ ਜਾਵੇ। ਜਿਹੜੀ ਗੱਲ ਗਲਤ ਆ ਉਹ ਗਲਤ ਹੀ ਰਹਿਣੀ ਹੈ। ਇੱਥੇ ਐਕਚੁਅਲੀ ਰਿਸਪੌਂਸੀਬਲ ਦੋਵੇਂ ਨੇ ਦਵਿੰਦਰ ਜੀ, ਸ਼ਿਵ ਸੈਨਾ ਵੀ ਤੇ ਮਹਾਰਾਸ਼ਟਰ ਗਵਰਨਮੈਂਟ ਵੀ। ਜੇ ਆਪਾਂ ਸ਼ਿਵ ਸੈਨਾ ਕੋਈ ਰਿਸਪੌਂਸੀਬਲ ਹੋ ਆਪਾਂ ਜਾਣਦੇ ਹਾਂ ਕਿਉਂਕਿ ਉਹਨਾਂ ਨੇ ਕੰਮ ਕੀਤਾ ਇਸ ਕਰਕੇ ਰਿਸਪੌਂਸੀਬਲ ਹੈ। ਜੇ ਆਪਾਂ ਮਹਾਰਾਸ਼ਟਰ ਗਵਰਨਮੈਂਟ ਨੂੰ ਕਹੀਏ ਕਿ ਉਹਨਾਂ ਨੇ ਸਿਕਿਉਰਿਟੀ ਵੀ ਪ੍ਰੋਵਾਈਡ ਨਹੀਂ ਕੀਤੀ। ਪਰ ਇੱਥੇ ਇੱਕ ਹੋਰ ਕੁਐਸਚਨ ਹੈ ਦਵਿੰਦਰ ਜੀ, ਜੇ ਮਹਾਰਾਸ਼ਟਰ ਗਵਰਨਮੈਂਟ ਇੱਕ ਆਰਗੇਨਾਈਜ਼ਰ ਨੂੰ ਸਿਕਿਉਰਿਟੀ ਅਪਲਾਈ ਕਰਦੀ ਸੀ, ਸ਼ਿਵ ਸੈਨਾ ਕੋਈ ਹੋਰ ਕਾਰਨਾਮਾ ਕਰ ਸਕਦੀ ਸੀ ਕਿ ਹੋਰ ਆਰਗੇਨਾਈਜ਼ਰ ਨੂੰ ਜਾਂ ਕਿ ਹੋਰ ਜਿਹੜਾ ਉੱਥੇ ਪਰਫਾਰਮ ਕਰਦਾ ਉਹਦੇ ਨਾਲ ਕੁਝ ਕਰ ਸਕਦੀ ਸੀ, ਤੇ ਦੋਵੇਂ ਹੀ ਪੂਰੇ ਰਿਸਪੌਂਸੀਬਲ ਨੇ ਇਸ ਘਟਨਾ ਦੇ। ਸੋ ਹਰਪ੍ਰੀਤ ਜੀ ਕਹਿੰਦੇ ਨੇ ਸ਼ਿਵ ਸੈਨਾ ਤੇ ਮਹਾਰਾਸ਼ਟਰ ਦੀ ਗਵਰਨਮੈਂਟ, ਕੁਲਬੀਰ ਜੀ ਕਹਿ ਰਹੇ ਨੇ ਮਹਾਰਾਸ਼ਟਰ ਦੀ ਗਵਰਨਮੈਂਟ, ਤੇ ਪਰਮਿੰਦਰ ਸਿੰਘ ਕਹਿ ਰਹੇ ਨੇ ਕਿ ਆਰਗੇਨਾਈਜ਼ਰ। ਪਰ ਜੇ ਮੈਂ ਸਹੀ ਗੱਲ ਕਰਾਂ ਕਿ ਪੁਆੜੇ ਦੀ ਜਿਹੜੀ ਜੜ ਆ, ਪੁਆੜੇ ਦੀ ਜੜ ਕਸੂਰੀ ਸਾਹਿਬ ਨੇ, ਜੋ ਕਿ ਪਾਕਿਸਤਾਨ ਦੇ ਐਕਸ ਫੋਰਨ ਮਿਨਿਸਟਰ ਨੇ। ISI ਦੇ ਨਾਲ ਉਹਨਾਂ ਦੇ ਸੰਬੰਧ ਰਹੇ ਨੇ। ਉਹਨਾਂ ਦੇ ਇੱਕ ਤਰ੍ਹਾਂ ਦੇ ਕਹਿੰਦੇ ਹੁੰਦੇ ਆ ਉਹਨਾਂ ਦੇ ਸਪੋਰਟਸ ਪਰਸਨ ਵੀ ਰਹੇ ਹੋਏ ਨੇ ਪਹਿਲਾਂ, ਕਿ ਜਦੋਂ ਹਿੰਦੁਸਤਾਨ ਦੇ ਵਿੱਚ ਆਉਂਦੇ ਸੀ ਤਾਂ ਜਿਹੜੀ ਹਿੰਦੁਸਤਾਨ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਪ੍ਰੋਬਲਮ ਆ ਉਸ ਦੇ ਵਿੱਚ ਚੱਲ ਇਹ ਹਾਲਾਂਕਿ ਫੋਰਨ ਮਿਨਿਸਟਰ ਬਣ ਕੇ ਸਾਈਡ ਲੈਂਦੇ ਹੋਣਗੇ, ਪਰ ਹਿੰਦੁਸਤਾਨ ਨੂੰ ਕਾਫੀ ਬੁਰਾ ਭਲਾ ਕਹਿੰਦੇ ਹੁੰਦੇ ਸਨ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਆਪਣੀ ਕੌਨਸ਼ੀਅਸ ਦੇ ਨਾਲ ਜਾ ਕੇ ਜਵਾਬ ਦਿਓ। ਤੁਸੀਂ ਜਵਾਬ ਤਾਂ ਪਹਿਲਾਂ ਵੀ ਦੇ ਚੁੱਕੇ ਹੋ। ਇੱਕ ਉਹ ਬੰਦਾ ਜਿਸ ਨੇ ਕਿਤਾਬ ਲਿਖੀ ਹੈ ਜਿਸ ਦੇ ਵਿੱਚ ਸ਼ੰਕਾ ਹੋ ਸਕਦੀ ਹੈ ਕਿ ਹਿੰਦੁਸਤਾਨ ਨੂੰ ਹੀ ਬੁਰਾ ਭਲਾ ਕਿਹਾ ਹੋਵੇ, ਉਹ ਬੰਦਾ ਜੋ ਪਾਕਿਸਤਾਨ ਦੇ ਵਿੱਚ ਇੱਕ ਮਿਨਿਸਟਰ ਰਿਹਾ ਹੋਇਆ, ਉਸ ਨੂੰ ਇਹ ਬੰਦੇ ਨੂੰ ਪਤਾ ਕਿ ਜਦੋਂ ਵੀ ਬੰਬੇ ਦੇ ਵਿੱਚ ਅਜਿਹੀ ਗੱਲ ਕਰਦੇ ਆ ਤਾਂ ਸ਼ਿਵ ਸੈਨਾ ਭੜਕ ਜਾਂਦੀ ਆ। ਜੇ ਇਹ ਬੁੱਕ ਦਾ ਪ੍ਰਕਾਸ਼ਨ ਕਰਨਾ ਹੀ ਸੀ ਤਾਂ ਬੰਬੇ, ਮੁੰਬਈ ਨੂੰ ਕਿਉਂ ਹੀ ਚੁਣਿਆ ਗਿਆ? ਜੇ ਮੁੰਬਈ ਨੂੰ ਕੋਈ ਜਾਣਬੁੱਝ ਕੇ ਚੁਣਿਆ ਗਿਆ ਤਾਂ ਕਸੂਰੀ ਸਾਹਿਬ ਤੇ ਕੁਲਕਰਨੀ ਸਾਹਿਬ ਦੀ ਵੀ ਕੁਛ ਨਾ ਕੁਛ ਜ਼ਿੰਮੇਵਾਰੀ ਤਾਂ ਬਣਦੀ ਆ ਕਿ ਜੋ ਅੱਜ ਹਾਲਤ ਬਣੇ ਨੇ ਉਹਨਾਂ ਨੂੰ ਹਾਲਤ ਤੇ ਕਿਤੇ ਅੱਗ ਪਾਉਣ ਦੇ ਵਿੱਚ ਇਹਨਾਂ ਦੀ ਜ਼ਿੰਮੇਵਾਰੀ ਹੈ ਜਾਂ ਨਹੀਂ? ਕੁਲਬੀਰ ਸਿੰਘ ਜੀ। ਜੇ ਆਪਾਂ ਜਿਹੜੀ ਹੁਣ ਤੁਸੀਂ ਰੋਸ਼ਨੀ ਪਾਈ ਹੈ ਇਸ ਗੱਲ ਦੇ ਉੱਪਰ ਵੀ ਕਿਤੇ ਉਹਨਾਂ ਨੇ ਪਰਪਸਲੀ ਤਾਂ ਨਹੀਂ ਕੀਤਾ, ਸ਼ੱਕ ਕੀਤਾ ਜਾ ਸਕਦਾ ਜੀ। ਆਪਾਂ ਇਹ ਵੀ ਮੰਨਦੇ ਹਾਂ ਕਿ ਉੱਥੇ ਹਾਲਾਤ ਖਰਾਬ ਸੀਗੇ। ਇੱਕ ਆਰਗੇਨਾਈਜ਼ਰ ਤੌਰ ਤੇ ਉਹਨਾਂ ਨੂੰ ਸੋਚਣਾ ਵੀ ਚਾਹੀਦਾ ਸੀਗਾ ਕਿ ਇਹ ਇੱਥੇ ਹੋ ਸਕਦਾ ਜਾਂ ਨਹੀਂ ਹੋ ਸਕਦਾ, ਜਾਂ ਕੀ ਦਿੱਕਤਾਂ ਆਉਣਗੀਆਂ। ਜੇ ਉਹਨਾਂ ਦੀ ਮਜਬੂਰੀ ਸੀ ਕਿ ਉਹਨਾਂ ਨੇ ਮੁੰਬਈ ਵਿੱਚ ਹੀ ਕਰਨਾ, ਤਾਂ ਫਿਰ ਉਹਨਾਂ ਨੂੰ ਸਾਰੇ ਬੰਦੋਬਸਤ ਪਹਿਲਾਂ ਪ੍ਰੋਪਰ ਕਰ ਵੀ ਲੈਣੇ ਚਾਹੀਦੇ ਸੀਗੇ, ਸਰਕਾਰ ਨੂੰ ਇਨਫੋਰਮ ਕਰਕੇ, ਔਰ ਸਿਰਫ ਇਨਫੋਰਮੇਸ਼ਨ ਨਹੀਂ, ਉਹਨਾਂ ਨੂੰ ਪੂਰਾ ਰਿਕੁਐਸਟ ਕਰਕੇ ਕਿ ਅਸੀਂ ਆਹ ਕਰਨ ਜਾ ਰਹੇ ਹਾਂ। ਕਿਉਂਕਿ ਉਹਨਾਂ ਨੂੰ ਇਹ ਤਾਂ ਗੱਲ ਕਲੀਅਰ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਇਹ ਸਭ ਕੁਝ ਹੋ ਸਕਦਾ, ਕਿਉਂਕਿ ਉਹਨਾਂ ਨੇ ਸ਼ਿਵ ਸੈਨਾ ਨਾਲ ਪਹਿਲਾਂ ਮੀਟਿੰਗ ਵੀ ਕੀਤੀ ਸੀ। ਉਹਨਾਂ ਨੇ ਕਿਹਾ ਵੀ ਸੀਗਾ ਕਿ ਅਸੀਂ ਕਰਨ ਜਾ ਰਹੇ ਹਾਂ, ਉਹਨਾਂ ਨੇ ਦੱਸਿਆ ਵੀ ਸੀਗਾ। ਸ਼ੱਕ ਦੇ ਘੇਰੇ 'ਚ ਹੈਗੇ ਨੇ। ਗਲਤੀ
ਮੈਂ ਮੰਨ ਸਕਦਾ ਕਿ ਹਾਂ ਉਹਨਾਂ ਦੀ ਗਲਤੀ ਹੈਗੀ ਆ, ਕਿਉਂਕਿ ਅਜੇ ਤਾਜ਼ਾ ਗੁਲਾਮ ਅਲੀ ਜੀ ਵਾਲਾ ਕਿੱਸਾ ਹੋਇਆ ਸੀਗਾ ਤੇ ਉਹਨਾਂ ਨੂੰ ਇਹ ਜਿਹੜਾ ਸੀਗਾ ਇਵੈਂਟ ਹੋਰ ਕਿਤੇ ਵੀ ਕਰ ਸਕਦੇ। ਇੰਡੀਆ ਬਹੁਤ ਵੱਡਾ ਕੰਟਰੀ ਹੈਗਾ, ਹੋਰ ਕਿਸੇ ਸ਼ਹਿਰ 'ਚ ਵੀ ਕਰ ਸਕਦੇ ਸੀਗੇ। ਇੱਕ ਗੱਲ ਹੋਰ ਵੀ ਹੈਗੀ ਆ ਕਿ ਬਿਫੋਰ ਆਈ ਥਿੰਕ ਆਈ ਆਸਕਡ ਪਰਮਿੰਦਰ ਸਿੰਘ ਔਰ ਹਰਪ੍ਰੀਤ ਜੀ ਕਿ ਗੱਲ ਸੁਣੋ ਕਿ ਕੱਲ ਨੂੰ ਕੋਈ ਹਿੰਦੁਸਤਾਨ ਦਾ ਉਹ ਕੋਈ ਲਿਟਰੇਟ ਕੋਈ ਪਾਕਿਸਤਾਨ ਦੇ ਵਿਰੁੱਧ ਕੋਈ ਕਿਤਾਬ ਲਿਖਦਾ ਹੋਵੇ ਤੇ ਉਸ ਦਾ ਪ੍ਰਕਾਸ਼ਨ ਜਦੋਂ ਬੁੱਕ ਦੀ ਜਿਹੜੀ ਰਿਲੀਜ਼ ਆ ਉਹ ਪਾਕਿਸਤਾਨ ਵਿੱਚ ਕਰਨ ਜਾਵੇ ਤਾਂ ਕੀ ਅਜਿਹੀਆਂ ਘਟਨਾਵਾਂ ਪਾਕਿਸਤਾਨ ਦੇ ਵਿੱਚ ਨਹੀਂ ਹੋਣਗੀਆਂ? ਦੇਖੋ ਜੀ, ਮੈਨੂੰ ਤਾਂ ਪੂਰੀ ਉਮੀਦ ਆ, ਕਿਉਂਕਿ ਜੋ ਸ਼ਿਵ ਸੈਨਾ ਕਰਦੀ ਆ ਉਸ ਤੋਂ ਗਾਂਹ ਵਾਲੇ ਆ ਪਾਕਿਸਤਾਨ ਵਾਲੇ ਵੀ, ਉਹਨਾਂ ਤੋਂ ਕੋਈ ਬਹੁਤ ਵਧੀਆ ਉਮੀਦ ਨਹੀਂ ਕੀਤੀ ਜਾ ਸਕਦੀ। ਹੋ ਸਕਦੀਆਂ ਜੀ ਉੱਥੇ ਵੀ ਇਹੋ ਜਿਹੀਆਂ ਘਟਨਾਵਾਂ। ਹਾਂਜੀ ਪਰਮਿੰਦਰ ਸਿੰਘ ਜੀ, ਜ਼ਿੰਮੇਵਾਰੀ ਕਸੂਰੀ ਸਾਹਿਬ ਦੀ ਬਣਦੀ ਆ ਕਿ ਆਪਣਾ ਇੱਕ ਬਿਜ਼ਨਸ ਵੈਂਚਰ ਆਪਣੀ ਬੁੱਕ ਦੀ ਜ਼ਿਆਦਾ ਸੇਲ ਬਣਾਉਣ ਦੇ ਲਈ ਜਿਹੜੀ ਇਹ ਚਾਲ ਚੱਲੀ ਸੀ, ਜਿਸ ਦੇ ਵਿੱਚ ਚਾਹੇ ਸ਼ਿਵ ਸੈਨਾ ਨੇ ਭੜ ਕੇ ਜਿਹੜਾ ਟਾਰਾ ਕੀਤਾ ਉਸ ਦੇ ਅਸੀਂ ਸਾਰਾ ਕੁਝ ਸਮਰਥਨ ਤਾਂ ਨਹੀਂ ਕਰਦੇ, ਪਰ ਜ਼ਿੰਮੇਵਾਰੀ ਤਾਂ ਕਿਤੇ ਨਾ ਕਿਤੇ ਕਸੂਰੀ ਸਾਹਿਬ ਤੇ ਕੁਲਕਰਨੀ ਸਾਹਿਬ ਦੋਹਾਂ ਦੀ ਬਣਦੀ ਆ ਕਿ ਤੁਸੀਂ ਸੈਂਟਰ ਨੂੰ ਦੱਸ ਦਿੰਦੇ ਹੋ ਕਿ ਅਸੀਂ ਪ੍ਰਕਾਸ਼ਨ ਕਰ ਰਹੇ ਹਾਂ, ਅਸੀਂ ਬੁੱਕ ਦੀ ਵੱਧ ਸੇਲ ਤਾਂ ਹੋਊਗੀ ਜਿੰਨਾ ਚਿਰ ਇਹ ਨੈਸ਼ਨਲ ਨਿਊਜ਼ ਨਹੀਂ ਬਣਦੀ। ਨੈਸ਼ਨਲ ਨਿਊਜ਼ ਤਾਂ ਬਣੂਗੀ ਕਿ ਸ਼ਿਵ ਸੈਨਾ ਭੜਕੂਗੀ, ਸ਼ਿਵ ਸੈਨਾ ਕੋਈ ਕਾਰਾ ਕਰੂਗੀ, ਉਸ ਦੇ ਨਾਲ ਸਾਡਾ ਬਿਜ਼ਨਸ ਵੈਂਚਰ ਵੱਧ ਸਕਦਾ। ਤਾਂ ਜ਼ਿੰਮੇਵਾਰੀ ਤਾਂ ਜਿਹੜੀ ਪੁਆੜੇ ਦੀ ਜੜ ਆ ਉਹ ਕਸੂਰੀ ਸਾਹਿਬ ਤੇ ਕੁਲਕਰਨੀ ਸਾਹਿਬ ਦੀ ਹੀ ਬਣਦੀ ਆ। ਬਿਲਕੁਲ ਦਵਿੰਦਰ ਜੀ, ਮੈਂ ਆਲਰੇਡੀ ਦਾ ਸਟਾਰਟਿੰਗ ਦੇ ਵਿੱਚ ਕਹਿ ਚੁੱਕਾ ਕਿ ਇਹਦੇ ਨਾਲ ਜੇ ਕਹੀਏ ਕਿ ਕਿਸੇ ਨੂੰ ਫਾਇਦਾ ਹੋਇਆ ਤਾਂ ਫਾਇਦਾ ਸਿਰਫ ਕੁਲਕਰਨੀ ਸਾਹਿਬ ਤੇ ਔਰ ਕਸੂਰੀ ਸਾਹਿਬ ਨੂੰ ਹੀ ਹੋਇਆ ਆ। ਹੋਰ ਤੇ ਇਹਦੇ ਵਿੱਚ ਕਿਸੇ ਦਾ ਕੋਈ ਜੇ ਨੁਕਸਾਨ ਦੀ ਗੱਲ ਕਰ ਲਈਏ ਸਿਰਫ ਇਹ ਹਾਂਜੀ ਮੂੰਹ ਕਾਲਾ ਹੀ ਹੋਇਆ, ਉਹਦਾ ਕੀ ਘਰ ਜਾ ਕੇ ਨੁਕਸਾਨ ਤਾਂ ਜੀ ਸਾਡੇ ਦੇਸ਼ ਦਾ ਹੋਇਆ, ਧੱਬਾ ਸਾਡੇ ਦੇਸ਼ ਦੇ ਨਾਂ ਤੇ ਲੱਗਿਆ ਜੀ। ਚਾਹੇ ਉਹਨਾਂ ਨੇ ਪਲਾਨ ਕੀਤਾ ਚਾਹੇ ਉਹਨਾਂ ਨੇ ਪਲਾਨ ਕੀਤਾ, ਭਾਵੇਂ ਦੋਨੋਂ ਪਾਰਟੀਆਂ ਦੋਸ਼ੀ ਨੇ, ਪਰ ਜਿਹੜਾ ਨੁਕਸਾਨ ਅਲਟੀਮੇਟਲੀ ਹੋ ਰਿਹਾ ਸਾਨੂੰ ਵਿਸ਼ਵ ਪੱਧਰ ਦੇ ਉੱਪਰ ਸਾਡੇ ਦੇਸ਼ ਦੀ ਸ਼ਾਖ ਨੂੰ ਹੋ ਰਿਹਾ ਜੀ। ਪਰ ਇੱਕ ਜਿਹੜਾ ਇਹਦਾ ਇੱਕ ਸਟ੍ਰੈਟੇਜਿਕਲੀ ਮਾਰਕੀਟਿੰਗ ਸਟ੍ਰੈਟੇਜੀ ਵੱਲੋਂ ਦੇ ਤੌਰ ਤੇ ਸੋਚਿਆ ਗਿਆ ਕਿ ਹਾਂਜੀ ਮੈਨੂੰ ਲੱਗਦਾ ਕਿ ਜਿਹੜਾ ਕਸੂਰੀ ਸਾਹਿਬ ਨੇ ਚੰਗਾ ਪੈਸਾ ਦਿੱਤਾ ਹੋਣਾ ਆ ਕਿ ਹਾਂਜੀ ਤੁਸੀਂ ਆਪਣੇ ਉੱਤੇ ਸ਼ਾਹੀ ਪਵਾ ਲਿਓ, ਕੋਈ ਗੱਲ ਨਹੀਂ ਵੀ ਉਹਦੇ ਲਈ ਤੁਹਾਨੂੰ ਜਿਹੜਾ ਵੀ ਬਣਦਾ ਹੈਗਾ ਆ ਤੁਹਾਨੂੰ ਰੀਇਨਵਰਸ ਕੀਤਾ ਜਾਊਗਾ। ਸੋ ਉਹੀ ਕੰਮ ਹੋਇਆ ਹੋਣਾ ਹੈ ਕਿ ਹਾਂਜੀ ਅਸੀਂ ਇੱਕ ਤਰ੍ਹਾਂ ਦਾ ਐਡਵਰਟਾਈਜ਼ਮੈਂਟ ਸਟੰਟ ਵੀ ਹੋ ਸਕਦਾ ਆ। ਔਰ ਬਿਲਕੁਲ ਜਦੋਂ ਤੁਸੀਂ ਕੋਈ ਵੀ ਇੱਕ ਖਾਸ ਤੌਰ ਤੇ ਜਦੋਂ ਤੁਸੀਂ ਇੱਕ ਫੋਰਨ ਅਫੇਅਰਸ ਮਿਨਿਸਟਰ ਰਹਿ ਚੁੱਕੇ ਹੋ ਔਰ ਤੁਹਾਡੀ ਜਿਹੜੀ ਸਿਕਿਉਰਿਟੀ ਏਜੰਸੀ ਹੈ ਤੁਸੀਂ ਉਹਦੇ ਨਾਲ ਵੀ ਇਨਵੋਲਵ ਰਹੇ ਹੋ, ਤੇ ਉਹ ਜੋ ਤੁਸੀਂ ਇੱਕ ਦੂਸਰੇ ਦੇਸ਼ ਦੇ ਵਿੱਚ ਜਾ ਕੇ ਕੋਈ ਵੀ ਬੁੱਕ ਜਿਹੜੀ ਲਿਖ ਰਹੇ ਹੋ, ਦੂਸਰੇ ਦੇਸ਼ ਵਿੱਚ ਜਾ ਕੇ ਉੱਥੇ ਪਬਲਿਸ਼ ਕਰਕੇ ਉੱਥੇ ਤੁਸੀਂ ਉਹਦੀ ਇਨੋਗ੍ਰੇਸ਼ਨ ਕਰ ਰਹੇ ਹੋ, ਉੱਥੇ ਜਾ ਕੇ ਰਿਲੀਜ਼ ਕਰ ਰਹੇ ਹੋ, ਕੁਐਸਚਨਸ ਤੇ ਉੱਠਣੇ ਆ ਔਰ ਉਸ ਨੂੰ ਕਿੱਦਾਂ ਪਪੂਲੈਰਿਟੀ ਦਿੱਤੀ ਜਾ ਸਕਦੀ ਹੈ। ਸੋ ਉਹ ਪਪੂਲੈਰਿਟੀ ਦੇਣ ਦਾ ਇੱਕ ਵਧੀਆ ਤਰੀਕਾ ਜੀ। ਪਰਮਿੰਦਰ ਜੀ, ਕੁਲਵੀਰ ਜੀ, ਮੈਨੂੰ ਲੱਗਦਾ ਤੁਸੀਂ ਜੋ ਮੈਂ ਪਹਿਲਾਂ ਕਹਿੰਦੇ ਸੀ ਉਹੀ ਗੱਲ ਕਹਿਣ ਲੱਗੇ, ਜੋ ਜਦੋਂ ਬਿਜ਼ਨਸ ਵਾਸਤੇ ਪਾਕਿਸਤਾਨ ਨੂੰ ਵੱਡੀ ਮਾਰਕੀਟ ਚਾਹੀਦੀ ਹੈ ਉਦੋਂ ਇੰਡੀਆ ਚੇਤੇ ਆਉਂਦਾ ਵਾ, ਪਰ ਜਦੋਂ ਅਸੀਂ ਬਾਰਡਰ ਤੇ ਜਾਂ ਸ਼ਾਂਤੀ ਵਾਸਤੇ ਜਾਂ ਕਸ਼ਮੀਰ ਦੇ ਮੁੱਦੇ ਨੂੰ ਸੋਲਵ ਕਰਨ ਦੀ ਗੱਲ ਕਰਦੇ ਹਾਂ ਉਦੋਂ ਇੰਡੀਆ ਦਾ ਕਿਤੇ ਚੇਤਾ ਨਹੀਂ ਆਉਂਦਾ। ਇੱਥੇ ਇੱਕ ਮੈਂ ਕਮੈਂਟ ਜ਼ਰੂਰ ਐਡ ਕਰਨਾ ਚਾਹੂੰਗਾ। ਯੂਐਸ ਦੇ ਸੈਨੇਟਰ ਜੌਨ ਮਕੇ ਤੇ ਲਿੰਡਸਾ ਗ੍ਰੈਹਮ ਨੇ ਪਾਕਿਸਤਾਨ ਦੇ ਜੋ ਫਾਰਮਰ ਫੋਰਨ ਮਿਨਿਸਟਰ ਆ ਕਸੂਰੀ ਜੀ ਨੂੰ ਪੁੱਛਿਆ ਸੀ ਕਿ ਜੇ ਇੰਡੀਆ ਅੱਜ ਪਾਕਿਸਤਾਨ ਵਿੱਚ ਕੋਈ ਟੈਰੋਰਿਸਟ ਕੈਂਪ ਆ ਉੱਥੇ ਅਟੈਕ ਕਰੇ ਤੇ ਪਾਕਿਸਤਾਨ ਕੀ ਕਰੂਗਾ? ਪਰਮਿੰਦਰ ਸਿੰਘ ਜੀ ਮੈਨੂੰ ਦੱਸ ਸਕਦੇ ਹੋ ਪਾਕਿਸਤਾਨ ਕੀ ਕਰੂਗਾ? ਕੁਝ ਨਹੀਂ ਕਰ ਸਕਦਾ ਜੀ। ਤੁਸੀਂ ਸ਼ੋਰ ਜੋ ਤੁਹਾਨੂੰ ਇਹ ਲੱਗਦਾ ਕਿ ਵਾਰ ਲੱਗੂਗੀ ਜੇ ਇੰਡੀਅਨ ਜਾ ਕੇ ਪਾਕਿਸਤਾਨ ਦੇ ਅੰਦਰ ਕੋਈ ਕੈਂਪ ਹੈ ਉੱਥੇ ਅਟੈਕ ਕਰੇ ਭਾਵੇਂ ਉਹ ਟੈਰਰਿਸਟ ਕੈਂਪ ਹੋਵੇ? ਆਈ ਥਿੰਕ ਦਿਸ ਵਿਲ ਲੀਡ ਟੂ ਵਾਰ। ਪਾਕਿਸਤਾਨ ਨੇ ਇਹ ਨਹੀਂ ਕਹਿਣਾ ਨਾ ਕਿ ਇਹ ਟੈਰਰਿਸਟ ਕੈਂਪ ਹੈ, ਜੇ ਇੰਡੀਆ ਇੱਥੇ ਅਟੈਕ ਕਰ ਰਿਹਾ ਦੈਟਸ ਗੁੱਡ, ਟੈਰਰਿਸਟ ਮਰਨਗੇ, ਕਿਉਂਕਿ ਜੇ ਉਹੀ ਟੈਰਰਿਸਟ ਦੀ ਪ੍ਰੋਬਲਮ ਪਾਕਿਸਤਾਨ ਨੂੰ ਵੀ ਆ ਬਟ ਉਸ ਟਾਈਮ ਪਾਕਿਸਤਾਨ ਵਿਲ ਹੈਵ ਅ ਪ੍ਰੋਬਲਮ। ਬਟ ਜੇ ਹੁਣ ਪਾਕਿਸਤਾਨ ਨੇ ਕੋਈ ਬੁੱਕ ਲਾਂਚ ਕਰਨੀ ਹੈ ਜਾਂ ਕੋਈ ਹੋਰ ਬਿਜ਼ਨਸ ਟਾਈ ਹੈ ਜਿਹਦੇ ਨਾਲ ਇੰਡੀਆ ਦੀ ਮਾਰਕੀਟ ਜਾ ਕੇ ਫਾਇਦਾ ਹੁੰਦਾ ਵਾ, ਉਹਦਾ ਇੰਡੀਆ ਦਾ ਚੇਤਾ ਆਉਂਦਾ ਹੀ ਆਉਂਦਾ ਵਾ। ਇੱਕ ਉਹ ਫੋਰਨ ਮਿਨਿਸਟਰ ਜਿਹੜੇ ਪਹਿਲਾਂ ਫੋਰਨ ਮਿਨਿਸਟਰ ਸੀ, ਜਿਵੇਂ ਅਸੀਂ ਕੈਨੇਡਾ ਦੇ ਵਿੱਚ ਜਾ ਕੇ ਤਾਂ ਕਹਿੰਦੇ ਹਾਂ ਕਿ ਅਸੀਂ ਹਿੰਦੋ ਪਾਕਿਸਤਾਨ ਦੇ ਵਿੱਚ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਪਰ ਹਿੰਦੁਸਤਾਨ ਦੇ ਵਿੱਚ ਅੱਜ ਦੀ ਇੱਕ ਜਿਹੜੀ ਸਥਿਤੀ ਆ ਪਾਕਿਸਤਾਨ ਨੂੰ ਇੱਕ ਐਨੀਮੀ ਸਟੇਟ ਮੰਨਿਆ ਜਾਂਦਾ। ਹੁਣ ਇੱਕ ਫੋਰਨ ਮਿਨਿਸਟਰ ਉਹ ਪਹਿਲਾਂ ਉਸ ਸਟੇਟ ਦਾ ਫੋਰਨ ਮਿਨਿਸਟਰ ਹੋਵੇ ਜਿਹੜੀ ਆਪਣੀ ਮਿਨਿਸਟਰੀ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਆਉਣਾ ਚਾਹੁੰਦਾ ਹੋਵੇ ਆਪਣਾ ਬਿਜ਼ਨਸ ਵੈਂਚਰ ਲੈ ਕੇ ਆਪਣੀ ਬੁੱਕ ਦਾ ਪ੍ਰਕਾਸ਼ਨ ਕਰਨ ਦੇ ਲਈ, ਪਹਿਲੀ ਜ਼ਿੰਮੇਵਾਰੀ ਤਾਂ ਸੈਂਟਰ ਗਵਰਨਮੈਂਟ ਦੀ ਬਣਦੀ ਆ ਕਿ ਉਹਨਾਂ ਨੂੰ ਇਸ ਗੱਲ ਦੇ ਲਈ ਵੀਜ਼ਾ ਦੇਣਾ ਚਾਹੀਦਾ ਸੀ ਜਾਂ ਨਹੀਂ। ਪਰਮਿੰਦਰ ਸਿੰਘ ਜੀ। ਦਵਿੰਦਰ ਜੀ, ਹੁਣ ਇੱਥੇ ਵੀਜ਼ਾ ਤਾਂ ਮੇਰੇ ਹਿਸਾਬ ਨਾਲ ਸ਼ਾਇਦ ਉਹ ਆਪ ਨਹੀਂ ਆਏ ਹੈਗੇ। ਪਹਿਲੀ ਗੱਲ ਤੇ ਬਿਜ਼ਨਸ ਵੈਂਚਰ ਅਲਾਉਡ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ, ਉਹ ਬੁੱਕ ਦੇ ਕੰਟੈਂਟਸ ਕੀ ਹੈਗੇ ਸੀਗੇ, ਜਿਹੜੀ ਉਹਦੀ ਰਿਲੀਜ਼ ਜਿਹੜੀ ਅਲਾਉ ਕੀਤੀ ਗਈ ਹੈ ਹਿੰਦੁਸਤਾਨ ਦੇ ਵਿੱਚ।
ਜੇ ਇੰਡੀਆ ਜਾਂ ਪਾਕਿਸਤਾਨ ਦੀਆਂ ਕੋਈ ਮੂਵੀਜ਼ ਜਿਹੜੀਆਂ ਹੈਗੀਆਂ ਉਹ ਬੈਨ ਹੋ ਸਕਦੀਆਂ ਤੇ ਉਹ ਬੁੱਕਸ ਨੂੰ ਵੀ ਬੈਨ ਕੀਤਾ ਜਾ ਸਕਦਾ ਕਿ ਹਾਂਜੀ ਉੱਥੋਂ ਤੁਸੀਂ ਇਹ ਕੋਈ ਬੁੱਕ ਜਿਹੜੀ ਆ ਉੱਥੇ ਹਿੰਦੁਸਤਾਨ ਜਾਂ ਪਾਕਿਸਤਾਨ ਦਰਮਿਆਨ ਉਹ ਇੱਕ ਦੂਜੇ ਪਾਸੇ ਨਹੀਂ ਰਿਲੀਜ਼ ਹੋ ਸਕਦੀ। ਸੋ ਸਭ ਤੋਂ ਪਹਿਲਾ ਮਸਲਾ ਤੇ ਅਗਰ ਵੀਜ਼ੇ ਤੱਕ ਜਾਣ ਤੋਂ ਪਹਿਲਾਂ ਹੀ ਅਸੀਂ ਦੇਖ ਲਈਏ ਵੀ ਬੁੱਕ ਦੇ ਕੰਟੈਂਟਸ ਕੀ ਹੈਗੇ ਆ, ਉੱਤੇ ਹੀ ਡਿਸਾਈਡ ਕਰ ਲੈਣਾ ਚਾਹੀਦਾ ਸੀਗਾ ਕਿ ਹਾਂਜੀ ਇਹ ਬੁੱਕ ਰਿਲੀਜ਼ ਹੋਣੀ ਆ ਜਾਂ ਅੱਗੇ ਉਹਨਾਂ ਨੂੰ ਵੀਜ਼ਾ ਮਿਲਣਾ ਜਾਂ ਨਹੀਂ ਮਿਲਣਾ, ਇਹ ਉੱਤੇ ਡਿਪੈਂਡ ਕਰਨਾ ਸੀਗਾ। ਇੱਕ ਹੋਰ ਕੁਐਸਚਨ ਪੁੱਛਦਾ ਕਿ ਰਿਊਮਰ ਆ ਰਹੇ ਨੇ, ਪਤਾ ਨਹੀਂ ਕੁਐਸਚਨ ਜਾਇਜ਼ ਹੈ ਜਾਂ ਨਹੀਂ, ਪਰ ਪੁੱਛੂੰਗਾ, ਤੁਹਾਡੇ ਸਾਰਿਆਂ ਦੇ ਵਿਚਾਰ ਜ਼ਰੂਰ ਲਵਾਂਗਾ, ਕਿਉਂਕਿ ਜਿਹੜੀ ਇਹ ਬੁੱਕ ਦੀ ਸੇਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਪਾਇਆ ਉਹ ਉद्धਵ ਠਾਕਰੇ ਨੇ ਜਾਂ ਸ਼ਿਵ ਸੈਨਾ ਨੇ ਪਾਇਆ। ਕਿ ਸ਼ਿਵ ਸੈਨਾ ਨੇ ਜੋ ਵੀ ਕੀਤਾ, ਜਿਵੇਂ ਕੁਲਵੀਰ ਸਿੰਘ ਨੇ ਕੀਤਾ, ਜਿਹੜਾ ਟਵਾਰਾ ਕੀਤਾ, ਉਹ ਟਵਾਰਾ ਜਾਣਨ ਦੇ ਲਈ ਲੋਕਾਂ ਨੂੰ ਕਸੂਰੀ ਸਾਹਿਬ ਦਾ ਨਾਂ ਤੱਕ ਨਹੀਂ ਪਤਾ ਸੀ, ਪਰ ਹੁਣ ਉਹ ਬੁੱਕ ਬਾਰੇ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਇਹ ਬੁੱਕ ਦੀ ਸੇਲ ਦੇ ਵਿੱਚੋਂ 15 ਜਾਂ 20% ਦੀ ਰਾਇਲਟੀ ਸ਼ਿਵ ਸੈਨਾ ਜਾਂ ਉद्धਵ ਠਾਕਰੇ ਨੂੰ ਦਿੱਤੀ ਜਾ ਸਕਦੀ ਆ, ਕਿਉਂਕਿ ਉਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਕਾਫੀ ਬਹੁਤ ਵੱਡਾ ਯੋਗਦਾਨ ਪਾਇਆ। ਦਵਿੰਦਰ ਜੀ ਬਿਲਕੁਲ ਮੇਰੇ ਹਿਸਾਬ ਨਾਲ ਉਹ ਰਾਇਲਟੀ ਕਲੇਮ ਕਰ ਸਕਦੇ ਆ, ਸ਼ਾਇਦ ਦਿੱਤੀ ਤਾਂ ਨਹੀਂ ਜਾਊਗੀ ਪਰ ਕਲੇਮ ਕਰ ਸਕਦੇ ਆ। ਕਲੇਮ ਕਰ ਸਕਦੇ ਆ। ਮੈਨੂੰ ਤਾਂ ਲੱਗਦਾ ਜੀ ਕੁਝ ਨਾ ਕੁਝ ਹੋ ਵੀ ਸਕਦਾ, ਸ਼ੱਕ ਦੇ ਦਾਇਰੇ 'ਚ ਤਾਂ ਹੈਗੀ ਆ ਜੀ, ਕਿ ਕੀ ਪਤਾ, ਕਿਉਂਕਿ ਉਹਨਾਂ ਨੇ ਉਹ ਪਹਿਲਾਂ ਮਿਲੇ ਵੀ ਨੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਆ ਕਿ ਅਸੀਂ ਇਹ ਬੁੱਕ ਰਿਲੀਜ਼ ਕਰਨ ਜਾ ਰਹੇ ਹਾਂ। ਪਤਾ ਨਹੀਂ ਹੁਣ ਕੋਈ ਉਹਨਾਂ ਨੇ ਆਪਸ ਦੇ ਵਿੱਚ ਕੋਈ ਐਡਵਰਟਾਈਜ਼ਿੰਗ ਡੀਲ ਹੀ ਸਾਈਨ ਕੀਤੀ ਹੋਈ ਹੋਵੇ ਦੋਨਾਂ ਜਣਿਆਂ ਨੇ, ਇਹਦਾ ਕੋਈ ਪਤਾ ਨਹੀਂ ਹੈ। ਕਿਉਂਕਿ ਇੱਕ ਚੀਜ਼ ਹੋਰ ਵੀ ਥੋੜਾ ਜਿਹਾ ਸ਼ੱਕ ਦੇ ਦਾਇਰੇ 'ਚ ਲੈ ਕੇ ਆਉਂਦੀ ਆ ਕੁਲਕਰਨੀ ਜੀ ਨੂੰ, ਕਿਉਂਕਿ ਉਹ ਜਿੱਦਾਂ ਉਹਨਾਂ ਨੂੰ ਰੰਗ ਲਾਇਆ ਗਿਆ ਉਹ ਉਸੇ ਰੰਗ ਦੇ ਨਾਲ ਉਹਨਾਂ ਨੇ ਫੁੱਲ ਕਾਨਫਰੰਸ ਤੇ ਸਭ ਕੁਝ ਕੀਤਾ। ਮਤਲਬ ਕਿ ਨਹੀਂ ਤਾਂ ਨਾਰਮਲੀ ਅੱਗੇ ਵੀ ਇਦਾਂ ਦੀਆਂ ਕਈ ਵਾਰੀ ਘਟਨਾਵਾਂ ਹੁੰਦੀਆਂ, ਲੋਕ ਨਿਕਲ ਜਾਂਦੇ ਨੇ, ਆਪਣਾ ਧੋ ਲੈਂਦੇ ਨੇ, ਮੂੰਹ ਸਾਫ਼ ਕਰ ਲੈਂਦੇ ਨੇ, ਉਸ ਤੋਂ ਬਾਅਦ ਕਿਸੇ ਨਾਲ ਮੀਡੀਆ ਨਾਲ ਜਾਂ ਕਿਸੇ ਨਾਲ ਗੱਲ ਕਰਦੇ ਨੇ, ਪਰ ਉਸੇ ਤਰੀਕੇ ਆ ਕੇ ਉਸੇ ਤਰੀਕੇ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਕਿਤੇ ਨਾ ਕਿਤੇ ਸ਼ੱਕ ਦੇ ਦਾਇਰੇ 'ਚ ਆਉਂਦੇ ਆ ਵੀ ਕਿ ਕਿਤੇ ਇਹਨਾਂ ਦੋਨਾਂ ਦੀ ਮਿਲੀ ਭੁਗਤ ਤਾਂ ਨਹੀਂ, ਸਾਰੇ ਕਿਉਂਕਿ ਸਭ ਨੂੰ ਬੇਵਕੂਫੀ ਤਾਂ ਨਹੀਂ ਬਣਾ ਰਹੇ। ਪਰ ਇੱਥੇ ਇੱਕ ਹੋਰ ਚੀਜ਼ ਹੈ ਕੁਲਵੀਰ ਸਿੰਘ ਜੀ, ਜੇ ਉਹ ਮੂੰਹ ਧੋ ਲੈਂਦੇ, ਜੇ ਮੀਡੀਆ ਸਾਹਮਣੇ ਇਦਾਂ ਨਹੀਂ ਜਾਂਦੇ ਕੁਲਕਰਨੀ ਜੀ, ਤੇ ਸ਼ਾਇਦ ਇਹ ਨਿਊਜ਼ ਉਨੀ ਵੱਡੀ ਨਾ ਜਾਂਦੀ। ਉਹਨਾਂ ਨੇ ਇੱਕ ਨਹੀਂ ਕਾਫੀ ਜ਼ਿਆਦਾ ਪ੍ਰੈਸ ਕਾਨਫਰੰਸ ਕੀਤੀਆਂ ਨੇ ਆਪਣੇ ਕਾਲੇ ਮੂੰਹ ਨਾਲ ਹੀ। ਦੂਜੀ ਗੱਲ ਜੋ ਦਵਿੰਦਰ ਜੀ ਤੁਸੀਂ ਕੁਐਸਚਨ ਕਹਿ ਰਹੇ ਜੋ ਕਿ ਕੀ ਸ਼ਿਵ ਸੈਨਾ ਨੂੰ ਦੇ ਵਿੱਚ ਕੋਈ ਹਿੱਸਾ ਹੋਊਗਾ, ਐਕਚੁਅਲੀ ਇਸ ਗੱਲ ਨਾਲ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਸ਼ਿਵ ਸੈਨਾ ਇਕੱਲੀ ਦਾ ਨਹੀਂ ਹੋ ਸਕਦਾ ਕਿ ਮਹਾਰਾਸ਼ਟਰ ਦੀ ਬੀਜੇਪੀ ਗਵਰਨਮੈਂਟ ਦਾ ਵੀ ਕੋਈ ਨਾ ਕੋਈ ਨਾਲ ਉਹਨਾਂ ਨੇ ਕੋਈ ਡੀਲ ਬਣਾਈ ਹੋਵੇ, ਕਿਉਂਕਿ ਸਿੰਪਲ ਜੀ ਗੱਲ ਹੈ, ਜੇ ਕੰਟਰੋਵਰਸੀ ਕ੍ਰੀਏਟ ਹੁੰਦੀ ਆ, ਚਾਹੇ ਮੂਵੀ ਹੋਵੇ, ਚਾਹੇ ਬੁੱਕ ਹੋਵੇ, ਚਾਹੇ ਜੋ ਮਰਜ਼ੀ, ਚਾਹੇ ਸੌਂਗ ਹੀ ਹੋਵੇ, ਉਹਦੀ ਸੇਲ ਜਾਂ ਉਹਦੀ ਵਿਊਜ਼ ਵੱਧਦੇ ਹੀ ਵੱਧਦੇ ਨੇ। ਕੀ ਇਹ ਬੁੱਕ ਪਾਕਿਸਤਾਨ ਦੇ ਵਿੱਚ ਰਿਲੀਜ਼ ਹੋ ਚੁੱਕੀ ਆ? ਜੇ ਰਿਲੀਜ਼ ਹੋ ਚੁੱਕੀ ਆ ਤਾਂ ਉਸ ਦੀ ਸੇਲ ਕਿਹੋ ਜੀ ਆ? ਉਸ ਬਾਰੇ ਤੁਹਾਡੇ ਤਿੰਨਾਂ 'ਚ ਕੋਈ ਜਾਣਨਾ ਪਾਉਣਾ ਚਾਹੂਗਾ? ਇਹ ਬੁੱਕ ਐਕਚੁਅਲੀ ਪਾਕਿਸਤਾਨ ਜੀ ਹਰਪ੍ਰੀਤ ਜੀ, ਪਰਵਿੰਦਰ ਜੀ ਗੋ ਹੈਡ। ਨਹੀਂ ਹਰਪ੍ਰੀਤ ਜੀ ਤੁਸੀਂ ਗੋ ਹੈਡ। ਮੈਂ ਆਈ ਥਿੰਕ ਦਵਿੰਦਰ ਜੀ ਇਹ ਬੁੱਕ ਪਾਕਿਸਤਾਨ 'ਚ ਰਿਲੀਜ਼ ਹੋ ਚੁੱਕੀ ਆ। ਦੂਜੀ ਗੱਲ ਜਿਹੜੀ ਪਰਮਿੰਦਰ ਸਿੰਘ ਜੀ ਕਹਿੰਦੇ ਸੀ ਕਿ ਬੁੱਕ ਆਲਰੇਡੀ ਸੋਲਡ ਆਊਟ ਹੋ ਗਈ ਆ, ਦਵਿੰਦਰ ਜੀ ਮੈਨੂੰ ਨਹੀਂ ਲੱਗਦਾ ਕਿ ਬੁੱਕ ਸੋਲਡ ਆਊਟ ਹੋ ਗਈ ਹੋਊਗੀ। ਡਿਪੈਂਡ ਕਰੂਗਾ ਸਪਲਾਈ ਐਂਡ ਡਿਮਾਂਡ ਤੇ। ਜੇ ਤੁਸੀਂ 100 ਬੁੱਕਾਂ ਕਿ ਸ਼ਹਿਰ 'ਚ 200 ਬੁੱਕਾਂ 1000 ਬੁੱਕਾਂ ਸਪਲਾਈ ਕਰੋਗੇ, ਅਫਕੋਰਸ ਉਹਨੇ ਸੋਲਡ ਆਊਟ ਹੋਣਾ ਇੰਨੀ ਵੱਡੀ ਕੰਟਰੋਵਰਸੀ ਤੋਂ ਬਾਅਦ। ਪਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਲੱਖਾਂ ਤੇ ਹਿਸਾਬ ਨਾਲ ਬੁੱਕ ਪ੍ਰਿੰਟ ਹੋਈ ਹੋਊਗੀ ਤਾਂ ਸੋਲਡ ਆਊਟ ਹੋਈ ਹੋਊਗੀ। ਦ ਫੈਕਟ ਇਜ਼ ਇਹ ਪਾਕਿਸਤਾਨ ਵਿੱਚ ਰਿਲੀਜ਼ ਬੁੱਕ ਹੋ ਚੁੱਕੀ ਹੈ, ਕੁਝ ਇੱਕ ਖਬਰਾਂ ਵੀ ਆਈਆਂ ਸੀਗੀਆਂ ਬੁੱਕ ਦੇ ਵਿੱਚੋਂ ਕੰਟੈਂਟ ਦੇ ਬਾਰੇ। ਜਿਹੜਾ ਫੈਕਟ ਆ ਹੁਣ ਮੈਂ ਦੱਸਦਾ ਕੁਐਸਚਨ, ਆਈ ਇੰਟੈਂਸ਼ਨਲੀ ਆਸਕ ਦਿਸ ਕੁਐਸਚਨ ਕਿਉਂਕਿ ਥੋੜਾ ਜਿਹਾ ਦੇਖਣਾ ਚਾਹੀਦਾ ਕਿ ਲੋਕਾਂ ਨੂੰ ਹੈਰਾਨ ਕਰਨ ਵਾਲੀ ਗੱਲ ਕੀ ਆ। ਬੁੱਕ ਪਾਕਿਸਤਾਨ ਦੇ ਵਿੱਚ ਰਿਲੀਜ਼ ਹੋ ਚੁੱਕੀ ਸੀ, ਸਮਾਂ ਵੀ ਕਾਫੀ ਹੋ ਚੁੱਕਿਆ, ਬੁੱਕ ਦੀ ਸੇਲ ਵੀ ਕਾਫੀ ਮਾੜੀ ਸੀਗੀ। ਹਾਂਜੀ, ਇਹਦੇ ਉੱਪਰ ਨਿਊਜ਼ ਵੀ ਆ ਚੁੱਕੀਆਂ ਜੀ ਪਹਿਲਾਂ। ਕਸੂਰੀ ਸਾਹਿਬ ਨੂੰ ਕਿਸੇ ਨੇ ਦੱਸਿਆ ਜੇ ਸੇਲ ਵਧਾਉਣੀ ਆ ਤੁਹਾਨੂੰ ਇਹਦਾ ਪ੍ਰਕਾਸ਼ਨ ਬੰਬੇ ਜਾਰੀ ਕਰਨਾ ਪੈਣਾ, ਤਾਂ ਹੀ ਵੱਡੀ ਨਿਊਜ਼ ਬਣੂਗੀ। ਨਿਊਜ਼ ਬਣਨ ਦੇ ਨਾਲ ਇਹਦੀ ਵਰਲਡ ਵਾਈਡ ਸੇਲ ਵਧੂਗੀ। ਹੁਣ ਮੈਨੂੰ ਦੱਸ ਦਿਓ ਇਹ 'ਚ ਕਸੂਰਵਾਰ ਕੌਣ ਆ, ਕਸੂਰੀ ਸਾਹਿਬ ਜਾਂ ਸ਼ਿਵ ਸੈਨਾ? ਕੁਲਬੀਰ ਜੀ ਦੋਨੇ ਹੀ ਹੈਗੇ ਨੇ ਜੀ, ਦੋਨੇ ਹੀ ਹੈਗੇ ਨੇ। ਮੈਂ ਤਾਂ ਪਹਿਲਾਂ ਵੀ ਕਿਹਾ ਮਹਾਰਾਸ਼ਟਰ ਗਵਰਨਮੈਂਟ ਵੀ ਹੈਗੀ ਆ। ਸ਼ਿਵ ਸੈਨਾ ਨੇ ਜੋ ਵੀ ਕੀਤਾ ਉਹ ਤੇ ਗਲਤ ਹੈ ਹੀ ਹੈ। ਇਹ ਸਾਰੇ ਪੂਰੇ ਐਪੀਸੋਡ ਦੇ ਵਿੱਚ ਕਿ ਸ਼ਿਵ ਸੈਨਾ ਨੂੰ ਨਹੀਂ ਪਤਾ ਸੀਗਾ ਵੀ ਅਸੀਂ ਕਿਸੇ ਚੀਜ਼ ਤੇ ਕੰਟਰੋਵਰਸੀ ਕਰਦੇ ਹਾਂ। ਇੱਕ ਵਾਰੀ ਤਾਂ ਹੋਇਆ ਨਹੀਂ, ਕਿਸੇ ਵੀ ਚੀਜ਼ ਤੇ ਕੰਟਰੋਵਰਸੀ ਕਰਦੇ ਹੋ ਹਮੇਸ਼ਾ ਉਹਨੇ ਫੇਮਸ ਹੋਣਾ। ਉਹਨਾਂ ਨੂੰ ਵੀ ਪਤਾ ਕਿ ਨੈਸ਼ਨਲ ਨਿਊਜ਼ ਬਣਨੀ, ਇੰਟਰਨੈਸ਼ਨਲ ਨਿਊਜ਼ ਬਣਨੀ। ਸ਼ਿਵ ਸੈਨਾ ਦਾ ਵੀ ਉਨਾ ਹੀ ਕਸੂਰ ਹੈ ਜੀ, ਜਿੰਨਾ ਜੇ ਇਹਨਾਂ ਦੇ ਤਾਂ ਮਾਈਂਡ ਬੈਕਅਪ ਦਾ ਮਾਈਂਡ ਬਿਜ਼ਨਸ ਹੋਊਗਾ ਜਾਂ ਜੋ ਵੀ ਪਲੈਨਿੰਗ ਹੋਏਗੀ, ਪਰ ਸ਼ਿਵ ਸੈਨਾ ਦਾ ਵੀ ਉਨਾ ਹੀ ਕਸੂਰ ਹੈ। ਬਿਲਕੁਲ ਸਹੀ ਗੱਲ ਕੁਲਵੀਰ ਜੀ ਨੇ ਗੱਲ।
ਹਾਂਜੀ ਹਰਪ੍ਰੀਤ ਜੀ। ਇੱਕ ਚੀਜ਼ ਹੋਰ ਇੱਥੇ ਨਿਗਾਹ ਮਾਰਨ ਵਾਲੀ ਹੈ ਦਵਿੰਦਰ ਜੀ, ਇਹ ਦੱਸਿਆ ਜਾ ਰਿਹਾ ਕਿ ਇੱਕ ਦਿਨ ਪਹਿਲਾਂ ਕੁਲਕਰਨੀ ਸਾਹਿਬ ਤੇ ਉद्धਵ ਠਾਕਰੇ ਜੀ ਦੀ ਕੋਈ ਗੱਲ ਹੋਈ ਸੀ। ਜੇ ਗੱਲ ਹੋਈ ਸੀ ਦਵਿੰਦਰ ਜੀ, ਤੇ ਜੇ ਜਾਂ ਤੇ ਉੱਥੇ ਉद्धਵ ਠਾਕਰੇ ਜੀ ਨੂੰ ਅਪੋਜ਼ ਕਰਨਾ ਚਾਹੀਦਾ ਸੀ ਕਿ ਮੈਂ ਮੇਰੇ ਬਿਲਕੁਲ ਬਰਖਲਾਫ ਆ, ਪ੍ਰਾਈਸ ਸੈਟਲਮੈਂਟ ਨਹੀਂ ਹੋਈ। ਹਾਂ, ਮੈਂ ਐਗਜ਼ੈਕਟਲੀ ਇੱਧਰ ਹੀ ਜਾਣਿਆ ਸੀ। ਉਹ ਗੱਲ ਦਾ ਐਗਜ਼ੈਕਟਲੀ ਵੇਰਵਾ ਬਾਹਰ ਨਹੀਂ ਦਿੱਤਾ ਜਾ ਰਿਹਾ। ਕੁਲਕਰਨੀ ਸਾਹਿਬ ਕਹਿ ਰਹੇ ਨੇ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਸੀ, ਇਹ ਚ ਪ੍ਰੋਬਲਮ ਨਾ ਹੋਣ ਦਿੱਤੀ ਜਾਵੇ, ਦੈਟਸ ਐਕਸੈਪਟੇਬਲ, ਬਟ ਇਹ ਨਹੀਂ ਦੱਸ ਰਹੇ ਕਿ ਠਾਕਰੇ ਸਾਹਿਬ ਨੇ ਕੀ ਕਿਹਾ ਸੀ ਕਿ ਉਹਨੂੰ ਅਪੋਜ਼ ਕਰਨਗੇ, ਉਹਨੂੰ ਸਪੋਰਟ ਕਰਨਗੇ। ਸ਼ਿਵ ਸੈਨਾ ਨੂੰ ਜਾ ਕੇ ਕੁਲਕਰਨੀ ਸਾਹਿਬ ਕਹਿ ਸਕਦੇ ਨੇ ਕਿ ਇਹਦੇ ਚ ਕੋਈ ਮੁਸ਼ਕਲ ਨਾ ਹੋਣੀ ਦਿੱਤੀ ਜਾਵੇ। ਮਹਾਰਾਸ਼ਟਰ ਗਵਰਨਮੈਂਟ ਤਾਂ ਉਹਨਾਂ ਨੂੰ ਕਾਬੂ ਨਹੀਂ ਕਰ ਸਕਦੀ ਜੀ। ਸੋ ਕੁਲਵੀਰ ਜੀ ਦੀ ਗੱਲ ਇੱਕ ਮਿੰਟ ਦਵਿੰਦਰ ਜੀ, ਮੈਂ ਇੱਥੇ ਕਮੈਂਟ ਜਿਹੜਾ ਜ਼ਰੂਰ ਕਰਨਾ ਚਾਹੂੰਗਾ। ਕੁਲਵੀਰ ਜੀ ਦੀ ਗੱਲ ਵੀ ਸਹੀ ਹੈਗੀ ਹੈ ਕਿ ਮਹਾਰਾਸ਼ਟਰ ਗਵਰਨਮੈਂਟ ਦੇ ਉੱਤੇ ਵੀ ਕੁਐਸਚਨ ਮਾਰਕ ਲੱਗ ਸਕਦੇ ਆ, ਪਰ ਇੱਥੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਜਦੋਂ ਜੋ ਗੱਲ ਆਪਾਂ ਸਟਾਰਟਿੰਗ ਦੇ ਵਿੱਚ ਕੀਤੀ ਸੀਗੀ ਕਿ ਇੱਥੇ ਫਾਇਦਾ ਜਿਹੜਾ ਹੈਗਾ ਆ ਉਹ ਮੁੱਖ ਦੀ ਗੱਲ ਕਿ ਜਿਹੜੇ ਆਰਗੇਨਾਈਜ਼ਰ ਹੈਗੇ ਉਹਨਾਂ ਨੂੰ ਹੋਇਆ, ਬੁੱਕ ਦੀ ਸੇਲ ਵਧੀ ਆ। ਸੋ ਕਿਤੇ ਨਾ ਕਿਤੇ ਅੰਦਰ ਖਾਤੇ ਹੋ ਸਕਦਾ ਇਹਨਾਂ ਦੀ ਪ੍ਰਾਈਸ ਸੈਟਲਮੈਂਟ, ਜਿੱਦਾਂ ਤੁਸੀਂ ਚਾਹੇ ਉਹ ਹਾਸੇ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ, ਪਰ ਹੋ ਵੀ ਸਕਦਾ ਹੈ ਕਿ ਕਿਤੇ ਨਾ ਕਿਤੇ ਰਾਇਲਟੀ ਦੀ ਮੰਗ ਵੀ ਕੀਤੀ ਗਈ ਹੋ ਸਕਦੀ ਆ। ਤੇ ਪਰ ਉਹਦਾ ਇੰਟਰਨੈਸ਼ਨਲ ਮੀਡੀਆ ਦੇ ਵਿੱਚ, ਇੰਟਰਨੈਸ਼ਨਲ ਲੈਵਲ ਦੇ ਉੱਤੇ ਸ਼ਾਇਦ ਹਿੰਦੁਸਤਾਨ ਨੂੰ ਜਿਹੜਾ ਥੋੜਾ ਜਿਹਾ ਨੁਕਸਾਨ ਉਸ ਚੀਜ਼ ਦਾ ਸਹਿਣਾ ਪੈ ਸਕਦਾ ਕਿ ਹਾਂਜੀ ਇੰਡੀਆ ਦੀ ਇਮੇਜ ਜ਼ਰੂਰ ਖਰਾਬ ਹੋਏਗੀ, ਪਰ ਐਜ਼ ਸੱਚ ਇਹਦੇ ਲਈ ਜ਼ਿੰਮੇਵਾਰੀ ਅਗਰ ਦੇਖੀਏ ਤਾਂ ਸਿਰਫ ਇਹੀ ਦੋ ਪਾਰਟੀਆਂ ਦੀ ਹੋ ਸਕਦੀ ਹੈ, ਜਾਂ ਤੇ ਉਹ ਕਿ ਉਹਨੂੰ ਕ੍ਰਾਸ ਬਾਰਡਰ ਉਹਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਗਈ ਜਾਂ ਕਿਉਂ ਦਿੱਤੀ ਗਈ, ਔਰ ਉਹਦੇ ਨਾਲ ਹੀ ਜੇ ਇੱਥੇ ਮੀਡੀਆ ਆਲਰੇਡੀ ਉਹਨਾਂ ਨੂੰ ਧਮਕੀਆਂ ਮਿਲੀਆਂ ਹੋਈਆਂ ਸੀਗੀਆਂ, ਮੀਡੀਆ ਦੇ ਵਿੱਚ ਵੀ ਖਬਰ ਆਈ ਸੀ ਕਿ ਉਹਨਾਂ ਨੂੰ ਬੁੱਕ ਰਿਲੀਜ਼ ਕਰਨ ਨਹੀਂ ਦਿੱਤੀ ਜਾ ਰਹੀ, ਤੇ ਉਸ ਦੇ ਬਾਵਜੂਦ ਉਹਨਾਂ ਨੇ ਇਹ ਕੀਤੀ ਹੈ ਤੇ ਵਿਦਆਊਟ ਐਨੀ ਸਿਕਿਉਰਿਟੀ ਮੈਜਰਸ ਕੀਤੀ ਹੈ। ਸੋ ਕਿਤੇ ਨਾ ਕਿਤੇ ਉਹ ਖੁਦ ਰਿਸਪੌਂਸਿਬਲ ਹੈਗੇ ਆ। ਜੇ ਮੈਂ ਇਸ ਕੁਐਸਚਨ ਨੂੰ ਇਸ ਤਰ੍ਹਾਂ ਪੁੱਛਾਂ ਕਿ ਸ਼ਿਵ ਸੈਨਾ ਨੇ ਪ੍ਰੋਟੈਸਟ ਕੀਤਾ, ਪਹਿਲਾ ਪਾਰਟ ਦ ਵੇ ਦੇ ਪ੍ਰੋਟੈਸਟਡ ਵਾਸ ਰੋਂਗ। ਤੀਜੀ ਗੱਲ, ਸ਼ਿਵ ਸੈਨਾ ਦੇ ਉੱਤੇ ਅਸੀਂ ਇੱਕ ਮਾੜੀ ਨਜ਼ਰ ਨਾਲ ਤਾਂ ਦੇਖ ਰਹੇ ਹਾਂ ਕਿ ਉਹਨਾਂ ਦਾ ਰੈਕਡ ਜਿਹੜਾ ਪ੍ਰੋਟੈਸਟਰਾਂ ਦਾ ਵਿਦਨ ਇੰਡੀਆ ਵੀ, ਚਾਹੇ ਜੇ ਪਾਕਿਸਤਾਨ ਦੇ ਮੁੱਦੇ ਨੂੰ ਛੱਡ ਦਿੱਤਾ ਜਾਵੇ ਤਾਂ ਕਾਫੀ ਮਾੜਾ। ਇਸ ਲਈ ਸ਼ਿਵ ਸੈਨਾ ਨੂੰ ਹੀ ਜ਼ਿਆਦਾ ਕਸੂਰਵਾਰ ਮੰਨਿਆ ਜਾ ਰਿਹਾ ਕਿ ਪ੍ਰੋਟੈਸਟ ਕਰਨਾ ਉਹਨਾਂ ਦਾ ਫਰਜ਼ ਸੀ, ਪ੍ਰੋਟੈਸਟ ਵੀ ਕਰਨਾ ਚਾਹੀਦਾ ਸੀ, ਫॉर ਵੇ ਆਫ ਪ੍ਰੋਟੈਸਟ ਐਂਡ देयर ਕ੍ਰੈਡੀਬਿਲਿਟੀ। ਇਸ ਰੀਜ਼ਨ ਕਰਕੇ ਸ਼ਿਵ ਸੈਨਾ ਤੇ ਦੋਸ਼ ਜ਼ਿਆਦਾ ਲੱਗ ਰਹੇ ਨੇ। ਹਰਪ੍ਰੀਤ ਜੀ, ਆਈ ਥਿੰਕ ਦਵਿੰਦਰ ਜੀ, ਤੁਸੀਂ ਜੋ ਮੈਂ ਐਗਜ਼ੈਕਟਲੀ ਗੱਲ ਆਖੀ ਸੋ ਉਹੀ ਗੱਲ ਕੀਤੀ ਆ, ਤੇ ਮੈਂ ਤੁਹਾਨੂੰ ਵੀ ਪਹਿਲਾਂ ਹੀ ਕਹਿ ਚੁੱਕਿਆ ਸੀ ਕਿ ਸ਼ਿਵ ਸੈਨਾ ਦਾ ਰੈਕਟ ਆਲਰੇਡੀ ਮਾਰਾ ਵਾ। ਸ਼ਿਵ ਸੈਨਾ ਜੋ ਕਾਰਜ ਇੰਡੀਆ 'ਚ ਕਰਦੀ ਆਈ ਆ, ਜਿੱਦਾਂ ਬਿਹਾਰੀਆਂ ਨਾਲ ਵਿਤਕਰਾ ਜਾਂ ਨਾਰਥ ਇੰਡੀਆ ਨਾਲ ਵਿਤਕਰਾ, ਇਹਦੇ ਨਾਲ ਕੋਈ ਵੀ ਇੰਡੀਅਨ ਸਹਿਮਤ ਨਹੀਂ ਹੋਊਗਾ। ਜ਼ਿਆਦਾਤਰ ਇੰਡੀਅਨ ਐਕਚੁਅਲੀ ਆਪਾਂ ਕਹਿ ਸਕਦੇ ਹਾਂ ਸਹਿਮਤ ਨਹੀਂ ਹੋਣਗੇ, ਪਰ ਹਾਂਜੀ ਉਹਨਾਂ ਪ੍ਰੋਟੈਸਟ ਕਰਨ ਦਾ ਜਿਹੜਾ ਇੱਥੇ ਵੀ ਤਰੀਕਾ ਅਪਣਾਇਆ ਉਹ ਵੀ ਗਲਤ ਹੀ ਆ। ਇਹ ਨਹੀਂ ਕਿ ਉਹਨਾਂ ਨੇ ਸਹੀ ਤਰੀਕਾ ਅਪਣਾਇਆ ਹੋਵੇ। ਜਿੱਦਾਂ ਕਿ ਮੈਂ ਇੱਕ ਟਵੀਟ ਪੜ੍ਹ ਰਿਹਾ ਸੀ, ਆਈ ਥਿੰਕ ਨਸਰੁਦੀਨ ਸ਼ਾਹ ਜਾਂ ਰਸ਼ੀ ਕਪੂਰ, ਆਈ ਥਿੰਕ ਸ਼ਬਾਨਾ ਆਜ਼ਮੀ ਜੀ ਦਾ ਟਵੀਟ ਸੀ। ਉਹਨਾਂ ਕਿਹਾ ਸੀ ਕਿ ਜੇ ਨਾ ਕਰਨਾ ਸੀ ਪ੍ਰੋਟੈਸਟ ਤੇ ਕਾਲੇ ਝੰਡੇ ਵਿਖਾਉਂਦੇ ਪ੍ਰੋਟੈਸਟ ਦੇ ਬਾਹਰ ਤੇ ਮੱਥੇ ਤੇ ਕਾਲੇ ਬੈਂਡ ਲਾ ਲੈਂਦੇ, ਮੈਸੇਜ ਉੱਥੇ ਵੀ ਜਾਂਦਾ ਸੀ। ਬਟ ਸ਼ਿਵ ਸੈਨਾ ਹਮੇਸ਼ਾ ਹੀ ਐਗਰੈਸਿਵ ਰਹੀ ਆ ਤੇ ਇਦਾਂ ਦੇ ਕਾਰਜ ਹੀ ਕਰਦੀ ਹੈ ਜਿਹਦੇ ਨਾਲ ਉਹਨਾਂ ਨੂੰ ਜ਼ਿਆਦਾ ਪਬਲਿਸਿਟੀ ਮਿਲੇ। ਸ਼ਿਵ ਸੈਨਾ ਦੇ ਲੀਡਰਾਂ ਦੇ ਬਿਆਨ ਆ ਰਹੇ ਨੇ, ਇੱਕ ਲੀਡਰ ਉਹਨਾਂ ਦੇ ਬਿਆਨ ਦੇ ਰਹੇ ਨੇ ਕਿ ਕਾਲਾ ਮੂੰਹ ਕਰਕੇ ਜਿਹੜੀ ਪ੍ਰਤੀਕਿਰਿਆ ਪੂਰੀ ਨਹੀਂ ਕੀਤੀ ਜਾ ਰਹੀ, ਕਿਉਂਕਿ ਜਦੋਂ ਕਿਸੇ ਬੰਦੇ ਦਾ ਜਲੂਸ ਕੱਢਿਆ ਜਾਂਦਾ ਉਸ ਦੇ ਵਿੱਚ ਡਦੇ ਦੀ ਵੀ ਲੋੜ ਹੁੰਦੀ ਆ। ਕੀ ਇਸ ਗੱਲ ਨੂੰ ਮੰਨਦੇ ਆ ਕਿ ਸ਼ਿਵ ਸੈਨਾ ਦੇ ਲੀਡਰਾਂ ਨੂੰ ਇਹੋ ਜਿਹੇ ਬਿਆਨ ਦੇਣੇ ਚਾਹੀਦੇ ਨੇ ਕਿ ਕੁਲਕਰਨੀ ਸਾਹਿਬ ਨੂੰ ਉਹਨਾਂ ਦਾ ਮੂੰਹ ਕਾਲਾ ਕਰਕੇ ਡਦੇ ਦੇ ਉੱਤੇ ਬਾਟ ਕੇ ਜਲੂਸ ਕੱਢਣਾ ਚਾਹੀਦਾ ਸੀ? ਪਰਮਿੰਦਰ ਸਿੰਘ ਜੀ। ਦਵਿੰਦਰ ਜੀ, ਬਿਲਕੁਲ ਇਦਾਂ ਦੇ ਬਿਆਨ ਜਿਹੜੇ ਆ ਉਹ ਸ਼ੋਭਾ ਨਹੀਂ ਦਿੰਦੇ ਹੈਗੇ, ਔਰ ਇੱਕ ਬਿਆਨ ਹੋਰ ਵੀ ਆਇਆ ਹੈਗਾ, ਉਹ ਉਹਨਾਂ ਦੇ ਵਿੱਚ ਇਹ ਵੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਹ ਸਿਆਹੀ ਨਹੀਂ ਹੈਗੀ, ਇਹ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਖੂਨ ਆ। ਸੋ ਇਦਾਂ ਦੇ ਬਿਆਨ ਜਿਹੜੇ ਹੈਗੇ ਆ ਇਹ ਕਿਤੇ ਜਿਹੜਾ ਸਮਾਜ ਦੇ ਵਿੱਚ ਥੋੜਾ ਜਿਹਾ ਆਲਰੇਡੀ ਜਿੱਥੇ ਅਨਸਟੇਬਿਲਿਟੀ ਚੱਲਦੀ ਪਈ ਹੋਵੇ ਉੱਥੇ ਹੋਰ ਜ਼ਿਆਦਾ ਅਗਰੈਸ਼ਨ ਭਰ ਸਕਦੀ ਹੈ ਤੇ ਜਿਹੜੀਆਂ ਮੁਸ਼ਕਲਾਂ ਆ ਹੋਰ ਜ਼ਿਆਦਾ ਵੱਧ ਸਕਦੀਆਂ। ਸੋ ਇੱਕ ਨਿਹਾਇਤ ਹੀ ਗਿਰੇ ਹੋਏ ਬਿਆਨ ਜਿਹੜੇ ਆ ਉਹ ਵੀ ਸ਼ਾਇਦ ਸ਼ੋਭਾ ਨਹੀਂ ਦਿੰਦੇ ਹੈਗੇ, ਪਰ ਗਲਤੀ ਉਹੀ ਦੋਨੋਂ ਪਾਸੇ ਹੈਗੀ ਆ। ਸੋ ਜਿੱਦਾਂ ਸ਼ਬਾਨਾ ਆਜ਼ਮੀ ਦਾ ਜੀ ਦਾ ਹਰਪ੍ਰੀਤ ਜੀ ਨੇ ਕਮੈਂਟ ਕੀਤਾ ਕਿ ਉਹਨਾਂ ਨੇ ਟਵੀਟ ਕਰਕੇ ਇਹ ਗੱਲ ਕਹੀ ਕਿ ਪ੍ਰੋਟੈਸਟ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ ਸੀਗੇ। ਬਿਲਕੁਲ ਪ੍ਰੋਟੈਸਟ ਕਰਨ ਦੇ ਹੋਰ ਵੀ ਤਰੀਕੇ ਹੋ ਸਕਦੇ, ਪਰ ਇੱਥੇ ਹੁਣ ਮਿਲੀ ਭੁਗਤ ਕਿਹਨਾਂ ਦੀ ਹੈਗੀ ਹੈ ਤੇ ਕਿੱਥੇ ਕਿਹੜੇ ਲੈਵਲ ਤੱਕ ਮਿਲੀ ਭੁਗਤ ਹੋਈ ਹੋਆ ਉਹਦੀ ਜਿਹੜੀ ਉਹਦੇ ਬਾਰੇ ਅਸੀਂ ਗੱਲ ਸਾਨੂੰ ਪਤਾ ਨਹੀਂ ਲੱਗ ਸਕਦਾ। ਜਿਹੜੇ ਕੁਲਬੀਰ ਜੀ ਇੱਕ ਮਿੰਟ ਕੁਐਸਚਨ ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਕਿ ਜਿਹੜੇ ਸੁਤਿੰਦਰਾ ਕੁਲਕਰਨੀ ਜੀ ਨੇ ਉਹਨਾਂ ਦੀ ਉਹ ਬੀਜੇਪੀ ਦੇ ਸਪੋਰਟਰ ਨੇ, ਬੀਜੇਪੀ ਦੇ ਇੱਕ ਉਹ ਵਰਕਰ ਨੇ, ਬੀਜੇਪੀ ਦੇ ਨਾਲ ਹੀ ਉਹਨਾਂ ਦਾ ਸੰਬੰਧ ਆ। ਜਦੋਂ ਕੁਲਕਰਨੀ ਸਾਹਿਬ ਨੇ ਇਹ ਇਵੈਂਟ ਜੋ ਨਹਿਰੂ ਸੈਂਟਰ ਦੇ ਵਿੱਚ ਅਰੇਂਜ ਕੀਤਾ ਸੀ, ਕਿਤੇ ਨਾ ਕਿਤੇ ਬੀਜੇਪੀ ਦੀ ਚਾਲ ਤਾਂ ਨਹੀਂ ਲੱਗਦੀ ਕਿ ਅਜਿਹੇ ਵਾਦ ਵਿਵਾਦ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਉਹਨਾਂ ਦੀਆਂ ਆਮ ਮੁਸ਼ਕਲਾਂ ਤੋਂ ਜਿਹੜੀਆਂ ਉਹਨਾਂ ਦੀਆਂ ਲੋੜਾਂ ਹੁੰਦੀਆਂ ਨੇ
ਉਹਨਾਂ ਤੋਂ ਭੜਕਾ ਕੇ ਇੱਕ ਜਿਹੜੇ ਅਨਨੋਨ ਇਸ਼ੂਜ਼ ਨੇ ਉਹ ਅੱਗੇ ਲਿਆਂਦੇ ਜਾਣ? ਕੁਝ ਵੀ ਹੋ ਸਕਦਾ ਜੀ। ਉਹ ਮੈਂ ਤਾਂ ਤੁਹਾਨੂੰ ਕਿਹਾ ਜੀ, ਪੂਰੇ ਦਾ ਪੂਰਾ ਜਿਹੜਾ ਐਪੀਸੋਡ ਹੋਇਆ ਇਹ ਸਾਰੇ ਦਾ ਸਾਰੇ ਸ਼ੱਕ ਦੇ ਦਾਇਰੇ 'ਚ ਹੈਗਾ। ਕੁਝ ਵੀ ਹੋ ਸਕਦਾ, ਕੁਝ ਵੀ ਪਲੈਨਿੰਗ ਹੋ ਸਕਦੀ, ਹੋ ਸਕਦਾ ਬੀਜੇਪੀ ਦੀ ਹੋਵੇ, ਹੋ ਸਕਦਾ ਕਿਉਂਕਿ ਇਹਨਾਂ ਦੋਨਾਂ ਦੀ ਹੋਵੇ, ਪਰ ਇਹ ਜਿਹੜੀ ਹੈਗੀ ਆ, ਇਹ ਜੋ ਦਿਖ ਰਹੀ ਆ ਨਿਊਜ਼, ਜੋ ਖਬਰ ਬਣ ਰਹੀ ਆ, ਜੋ ਸਾਹਮਣੇ ਦਿਖ ਰਹੀ ਆ, ਉਹ ਹੈ ਨਹੀਂ ਗੀ। ਦੂਜਾ, ਤੁਸੀਂ ਪਹਿਲਾਂ ਕੁਐਸਚਨ ਕੀਤਾ ਸੀ, ਮੈਂ ਉਹਦਾ ਆਨਸਰ ਦੇਣਾ ਜ਼ਰੂਰ ਚਾਹਾਂਗਾ ਕਿ ਉਹਨਾਂ ਨੂੰ ਇਦਾਂ ਦੇ ਬਿਆਨ ਦੇਣੇ ਚਾਹੀਦੇ ਜਾਂ ਨਹੀਂ। ਮੈਂ ਤੇ ਇਹ ਕਹਿਣਾ ਕਿ ਮੈਂ ਹਰਪ੍ਰੀਤ ਜੀ ਦੀ ਗੱਲ ਨੂੰ ਵੀ ਹੁਣ ਇੱਕ ਵਾਰੀ ਨਾਲ ਹੋਰ ਜੋੜਾਂਗਾ ਕਿ ਹਰਪ੍ਰੀਤ ਜੀ ਕਹਿੰਦੇ ਕਿ ਸਰਕਾਰ ਨੂੰ ਮੈਸੇਜ ਜਾਂਦਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਹਰਕਤਾਂ ਜਦੋਂ ਸਾਡੇ ਲੀਡਰ, ਜਦੋਂ ਸਮਾਜ ਦੇ ਜਿਹੜੇ ਆਪਣੇ ਆਪ ਨੂੰ ਪ੍ਰਤੀਨਿਧ ਦੱਸਦੇ ਹੈਗੇ ਆ, ਉਹ ਕਰਦੇ ਆ, ਤੇ ਸਾਡੀ ਆਉਣ ਵਾਲੀ ਜਿਹੜੀ ਯੰਗ ਜਨਰੇਸ਼ਨ ਹੈਗੀ ਆ, ਬੱਚੇ ਹੈਗੇ ਆ, ਉਹਨਾਂ ਨੂੰ ਕੀ ਮੈਸੇਜ ਜਾਂਦਾ? ਉਹਨਾਂ ਨੂੰ ਕੀ ਇਹ ਮੈਸੇਜ ਦੇਣਾ ਕਿ ਜਦੋਂ ਵੀ ਪ੍ਰੋਟੈਸਟ ਕਰਨਾ ਪਏ ਕਿਸੇ ਦਾ ਮੂੰਹ ਕਾਲਾ ਕਰ ਦਿਓ, ਕਿਸੇ ਨੂੰ ਮਾਰੋ, ਕਿਸੇ ਨੂੰ ਕੁੱਟੋ? ਇਹਦਾ ਜਿਹੜਾ ਇਫੈਕਟ ਹੈਗਾ ਪੂਰੇ, ਇਹਦਾ ਕਿਸੇ ਤਰੀਕੇ ਨਾਲ ਵੀ ਪੋਜ਼ਿਟਿਵ ਇਫੈਕਟ ਨਹੀਂ ਹੈਗਾ। ਦੂਜੀ ਗੱਲ, ਜੇ ਇਹਦੇ 'ਚ ਬੀਜੇਪੀ ਦੀ ਸ਼ਮੂਲੀਅਤ ਵੀ ਹੋ ਸਕਦੀ ਆ ਤੇ ਸ਼ਿਵ ਸੈਨਾ ਦੀ, ਤੇ ਦਿਖ ਹੀ ਰਹੀ ਆ, ਚਾਹੇ ਉਹਨਾਂ ਦੀ ਇੱਕ ਪਾਸੇ ਦੀ ਹੋਵੇ ਚਾਹੇ ਦੋਨੋਂ ਪਾਸੇ ਹੋਵੇ, ਸ਼ਿਵ ਸੈਨਾ ਤੇ ਕਸੂਰਵਾਰ ਹੈ ਹੀ ਹੈ ਜੀ। ਪਰ ਕੁਲਵੀਰ ਜੀ, ਇੱਥੇ ਇੱਕ ਹੋਰ ਕੁਐਸਚਨ ਉੱਠਦਾ। ਤੁਸੀਂ ਮੇਰੀ ਗੱਲ ਦਾ ਰੈਫਰੈਂਸ ਦਿੱਤਾ, ਪਹਿਲਾਂ ਤਾਂ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ, ਮੈਂ ਇੱਕ ਕਦੀ ਵੀ ਨਹੀਂ ਕਿਹਾ ਕਿ ਸ਼ਿਵ ਸੈਨਾ ਨੇ ਜੋ ਕੀਤਾ ਠੀਕ ਕੀਤਾ ਵਾ, ਪਰ ਇੱਥੇ ਜੋ ਮੈਂ ਮੈਸੇਜ ਦੀ ਗੱਲ ਕਰਦਾ ਸੀ, ਡੂ ਯੂ ਥਿੰਕ ਵਟ ਜੋ ਵੀ ਆਪਣੇ ਬਾਰਡਰ ਤੇ ਹੋਣ ਡਿਆ, ਜੋ ਪਿਛਲੇ 65 ਸਾਲ ਤੋਂ ਛੱਡ ਕੇ ਚਲੋ, ਜੋ ਹੁਣ ਪਿਛਲੇ 1 ਸਾਲ ਤੋਂ ਹੋਣ ਡਿਆ ਵਾ, ਐਵਰੀ ਡੇ ਗੋਲਾਬਾਰੀ, ਜਦੋਂ ਮਰਜ਼ੀ ਗੋਲਾਬਾਰੀ, ਡੂ ਯੂ ਥਿੰਕ ਕਿ ਆਪਾਂ ਨੂੰ ਕੰਟੀਨਿਊ ਕਰਨਾ ਚਾਹੀਦਾ ਪਾਕਿਸਤਾਨ ਨਾਲ ਬਿਜ਼ਨਸ, ਜਾਂ ਫਿਰ ਇੰਡੀਆ ਨੂੰ ਪਾਕਿਸਤਾਨ ਦਾ? ਇੱਕ ਮਿੰਟ ਕੁਲਵੀਰ ਜੀ, ਮੈਨੂੰ ਕੁਐਸਚਨ, ਮੇਰੇ ਕੁਐਸਚਨ ਸੁਣੋ ਦੋ ਕੁਲਵੀਰ ਸਿੰਘ ਜੀ, ਜਾਂ ਫਿਰ ਇੰਡੀਆ ਨੂੰ? ਕੁਲਵੀਰ ਜੀ, ਮੇਰੇ ਕੁਐਸਚਨ ਸੁਣ ਲਓ ਪਹਿਲਾਂ, ਮੇਰਾ ਕੁਐਸਚਨ ਪੂਰਾ ਕਰਨ ਦਿਓ ਕੁਲਵੀਰ ਜੀ, ਫਿਰ ਆਨਸਰ ਦਿਓ। ਕੁਲਵੀਰ ਜੀ, ਲੈਟ ਮੀ ਫਿਨਿਸ਼ ਮਾਈ ਕੁਐਸਚਨ ਫਰਸਟ। ਤੁਸੀਂ ਕੁਐਸਚਨ ਤਾਂ ਸੁਣ ਲਓ, क्वेश्चन सुने बिना कितना आंसर दोगे? कि ਤੁਹਾਨੂੰ ਨਹੀਂ ਲੱਗਦਾ ਇੰਡੀਆ ਨੂੰ ਪਾਕਿਸਤਾਨ ਨਾਲ ਬਿਜ਼ਨਸ ਟਾਈਜ਼ ਜਾਂ ਫਿਰ ਬਾਲੀਵੁੱਡ ਦਾ ਰਿਲੇਟਡ ਕੋਈ ਹੋਰ ਟਾਈ ਜਾਂ ਇਦਾਂ ਦੀ ਬੁੱਕ ਰਿਲੀਜ਼ ਤੇ ਬੈਨ ਲਾਉਣਾ ਚਾਹੀਦਾ ਤਾਂ ਕਿ ਪਾਕਿਸਤਾਨ ਗਵਰਨਮੈਂਟ ਉੱਤੇ ਹੋਰ ਪ੍ਰੈਸ਼ਰ ਪਵੇ ਤੇ ਉਹ ਸਿੱਧੇ ਬਣ ਕੇ ਬੰਦਾ ਬਣ ਕੇ ਕੋਈ ਪ੍ਰੋਪਰ ਗੱਲ ਜਾਂ ਸ਼ਾਂਤੀ ਦੀ ਗੱਲ ਕਰ ਸਕਣ? ਬਿਲਕੁਲ ਹਰਪ੍ਰੀਤ ਜੀ, ਮੈਂ ਇਸ ਗੱਲ ਦੇ ਉੱਪਰ ਸਾਡੇ ਥੋੜੇ ਦਿਨ ਪਹਿਲਾਂ ਵੀ ਬਹਿਸ ਹੋਈ ਸੀ, ਜਦੋਂ ਗੁਲਾਮ ਅਲੀ ਵਾਲੀ ਖਬਰ ਆਈ ਸੀਗੀ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਜੇ ਬੈਨ ਕਰਨਾ, ਸਭ ਕੁਝ ਬੈਨ ਕਰੋ। ਉਹਨਾਂ ਨੂੰ ਜਿਸ ਚੀਜ਼ ਤੋਂ ਨੁਕਸਾਨ ਹੁੰਦਾ, ਜਿਸ ਚੀਜ਼ ਜਿਹੜੀ ਇਦਾਂ ਦੀਆਂ ਗੱਲਾਂ ਨਾਲ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਤੁਸੀਂ ਵੇਖੋ ਨਾ ਕੁਲਵੀਰ ਜੀ, ਇੱਕ ਪਾਸੇ ਅਸੀਂ ਕ੍ਰਿਕਟ ਤੇ ਬੈਨ ਲਾਉਂਦੇ ਆ, ਪਰ ਕਬੱਡੀ ਵਰਲਡ ਕੱਪ 'ਚ ਅਸੀਂ ਬੈਨ ਨਹੀਂ ਲਾਉਂਦੇ। ਆਈ ਮੀਨ ਇਹ ਦੋਹਰੀਆਂ ਪਾਲਿਸੀਆਂ ਨਹੀਂ ਹੋਈਆਂ ਦੋਵੇਂ ਦੇਸ਼ਾਂ ਦੀਆਂ? ਮੈਂ ਹੋਈ ਕਹਿੰਦਾ ਨਾ, ਮੈਂ ਤੇ ਕੰਪਲੀਟ ਬੈਨ ਦੀ ਗੱਲ ਕਰਦਾ। ਉਹਨਾਂ ਦਾ ਬਹਿਸ਼ਕਾਰ ਕਰੋ ਜੀ, ਪੂਰੇ ਤੌਰ ਤੇ, ਪੂਰਨ ਤੌਰ ਤੇ ਬਹਿਸ਼ਕਾਰ ਕਰੋ। ਪਰਮਿੰਦਰ ਸਿੰਘ ਜੀ, ਪਤਾ ਹੀ ਤਾਂ ਲੱਗਣਾ। ਅਸੀਂ ਕੱਲ ਹਾਲੇ ਹਾਕੀ ਖੇਲ ਕੇ ਹਟੇ ਆ ਜੀ, ਆ ਪਿਛਲੇ ਹਫਤੇ ਹਾਕੀ ਖੇਲ ਕੇ ਹਟੇ ਆ ਉਹਨਾਂ ਦੇ ਨਾਲ ਅਸੀਂ। ਪਰਮਿੰਦਰ ਜੀ, ਇਹ ਦੇਖੋ ਹੁਣ ਇੱਕ ਕ੍ਰਿਕਟ ਤੇ ਬੈਨ ਆ, ਕਬੱਡੀ ਵਰਲਡ ਕੱਪ ਅਸੀਂ ਪਾਕਿਸਤਾਨ ਤੇ ਇੰਡੀਆ ਦਾ ਵਰਲਡ ਕੱਪ ਵੇਖਣਾ ਵਾ, ਤੇ ਹੁਣ ਹਾਕੀ ਦੀ ਗੱਲ ਕਰ ਰਹੇ ਹਾਂ, ਹਾਕੀ ਤੇ ਬੈਨ ਨਹੀਂ ਆ। ਕਿਤੇ ਨਾ ਕਿਤੇ ਦੋਵੇਂ ਸਰਕਾਰਾਂ ਦੀਆਂ ਦੋਹਰੀਆਂ ਪਾਲਿਸੀਆਂ ਨਹੀਂ ਆ। ਜਿੰਨੇ ਕਿ ਤੁਸੀਂ ਖੜਕੂ ਬਿਆਨ ਦੇ ਰਹੇ ਹੋ ਉਹ ਸ਼ਿਵ ਸੈਨਾ ਨਾਲੋਂ ਕਾਫੀ ਘੱਟ ਨਹੀਂ ਹੈਗੇ। ਤੁਸੀਂ ਤਾਂ ਕਹਿੰਦੇ ਹੋ ਕਿ ਰੋਟੀ ਦਾ ਨਾਤਾ ਤੋੜ ਦਿਓ, ਸਾਰੇ ਨਾਤੇ ਤੋੜ ਦਿਓ। I don't think it's even possible. I don't know why we are even talking about ਕਿ ਉਹਨਾਂ ਨਾਲ ਇੰਨੇ ਨਾਤੇ ਤੋੜੇ ਜਾ ਸਕਦੇ ਨੇ। ਜਦੋਂ ਵਰਲਡ ਕੱਪ ਕ੍ਰਿਕਟ ਦਾ ਹੁੰਦਾ ਤਾਂ ਵਰਲਡ ਕੱਪ ਕ੍ਰਿਕਟ ਦੇ ਵਿੱਚ ਇੰਡੀਆ ਪਾਕਿਸਤਾਨ ਦੀ ਟੀਮ ਨਹੀਂ ਖੇਡਦੀ ਤਾਂ ਸਾਰੇ ਸੰਸਾਰ ਦੇ ਕ੍ਰਿਕਟ ਪ੍ਰੇਮੀਆਂ ਨੂੰ ਫਰਕ ਪੈਂਦਾ। ਜਦੋਂ ਕੋਈ ਪਾਕਿਸਤਾਨ ਦੇ ਕਲਾਕਾਰ ਆਉਂਦੇ ਨੇ, ਜਦੋਂ ਅਸੀਂ ਕੈਨੇਡਾ ਦੇ ਬੈਠੇ ਸ਼ੋਅ ਦੇਖਦੇ ਹਾਂ, ਜਿੰਨਾ ਕੁ ਪਿਆਰ ਅਸੀਂ ਉਹਨਾਂ ਨੂੰ ਕਰਦੇ ਹਾਂ ਇਹ ਵੀ ਦੇਖਣ ਦੇ ਵਿੱਚ ਮਿਲਦਾ। ਤੁਸੀਂ ਆ ਕੇ ਕਹਿੰਦੇ ਹੋ ਕਿ ਜਿਹੜਾ ਰੌਲਾ, ਜਿਹੜੇ ਗੋਲੀਆਂ ਚੱਲਣੀਆਂ ਬੰਦ ਹੋ ਜਾਣਗੀਆਂ, ਉਹ ਅਜਿਹੇ ਕੰਮਾਂ ਨਾਲ ਤਾਂ ਬੰਦ ਨਹੀਂ ਹੋਣੀਆਂ। ਗੋਲੀਆਂ ਚੱਲਣਗੀਆਂ ਤੇ ਸਰਕਾਰਾਂ ਨੂੰ ਹੀ ਗੱਲਬਾਤ ਕਰਨੀ ਪਊਗੀ। ਤੁਸੀਂ ਜੇ ਆਪਣੀ ਸਰਕਾਰਾਂ ਤੇ ਪ੍ਰੈਸ਼ਰ ਐਜ਼ ਏ ਸਿਟੀਜ਼ਨ ਪਾਉਣਾ ਚਾਹੁੰਦੇ ਹੋ, ਸ਼ਿਵ ਸੈਨਾ ਕੋਲ ਨੇ ਉਹਨਾਂ ਨੂੰ ਸਪੋਰਟ ਦਿੱਤੀ ਹੋਈ ਆ। ਸ਼ਿਵ ਸੈਨਾ ਕੈਨ ਪੁੱਲ ਦਾ ਸਪੋਰਟ। ਸ਼ਿਵ ਸੈਨਾ ਸਾਡੇ ਪ੍ਰੈਸੀਡੈਂਟ ਇਹ ਗੱਲਾਂ ਠੀਕ ਨਹੀਂ ਹੈਗੀਆਂ। ਇੰਨਾ ਕੁਛ ਕਰਨ ਤੋਂ ਬਾਅਦ ਇੱਕ ਦੂਜੇ ਦੇ ਦੇਸ਼ ਦੇ ਸਿਟੀਜ਼ਨ ਨੂੰ ਇੰਨਾ ਹੱਟ ਕਰਨ ਦੀ ਗੱਲ ਕੀਤੀ ਜਾਵੇ। ਆਈ ਡੋਂਟ ਥਿੰਕ ਕਿ ਯੂ ਗਾਇਜ਼ ਆਰ ਐਨੀ ਡਿਫਰੈਂਟ ਦੈਨ ਸ਼ਿਵ ਸੈਨਾ ਦੇ ਵਿੱਚ ਜਿਹੜੀ ਉਹ ਜਿੰਨੀ ਖਤਰਨਾਕ ਅਪਰੋਚ ਉਹ ਲੈ ਕੇ ਚੱਲ ਰਹੇ ਨੇ ਕਿ ਇਹ ਰਿਸ਼ਤੇ ਇੰਨੀ ਛੇਤੀ ਖਤਮ ਨਹੀਂ ਹੋ ਸਕਦੇ। ਤੁਸੀਂ ਬਾਰਡਰ ਤੇ ਤੰਗੀਆਂ ਲਾ ਸਕਦੇ ਹੋ, ਵੀਜ਼ੇ ਦੇਣ ਤੋਂ ਪਾਬੰਦੀ ਲਾ ਸਕਦੇ ਹੋ। ਅੱਜ ਸੰਸਾਰ ਕਾਫੀ ਛੋਟਾ ਹੋ ਚੁੱਕਿਆ, ਟੈਕਨੋਲੋਜੀ ਦਾ ਯੁੱਗ ਆ। ਜਿਹੜੇ ਯਾਰਾਂ ਦੋਸਤਾਂ ਨੂੰ ਅਸੀਂ ਪਾਕਿਸਤਾਨੀਆਂ ਨੂੰ ਮਿਲਦੇ ਆ, ਉਸ ਟੈਕਨੋਲੋਜੀ ਨੂੰ ਕਿਵੇਂ ਬੈਨ ਕਰੋਗੇ? ਪਰ ਦਵਿੰਦਰ ਜੀ, ਤੇ ਕੁਐਸਚਨ ਹੋ ਰਿਹਾ ਜੇ ਯੂਐਸਏ ਇਕਨੋਮੀ ਬੈਨ ਲਾ ਸਕਦਾ ਵਾ, ਰਸ਼ੀਆ ਨਾਲ ਕੈਨੇਡਾ ਇਕਨੋਮੀ ਸਾਰੇ ਬਿਜ਼ਨਸ ਰਿਲੇਸ਼ਨ ਤੋੜ ਸਕਦਾ ਵਾ, ਵਾਈ ਇੰਡੀਆ ਹੈਵ ਟੂ ਕੰਟੀਨਿਊ ਬਿਜ਼ਨਸ ਵਿਦ ਪਾਕਿਸਤਾਨ? ਅਸੀਂ ਦਵਿੰਦਰ ਜੀ, ਮੈਂ ਇਸ ਚੀਜ਼ ਦਾ ਜਵਾਬ ਨਹੀਂ ਕਹਿੰਦਾ ਪਬਲਿਕ ਨੂੰ ਤੋੜਿਆ ਜਾ। ਮੈਂ ਉਦੋਂ ਵੀ ਕਿਹਾ ਸੀਗਾ ਕਿ ਪਾਕਿਸਤਾਨ ਨਾਲ ਬਿਜ਼ਨਸ ਸੰਬੰਧ ਤੋੜੇ ਜਾਣ, ਉਹਦੇ ਨਾਲ ਕਾਰੋਬਾਰੀ ਸਾਰੇ ਸੰਬੰਧ ਤੋੜੇ ਜਾਣ ਜੀ। ਦਵਿੰਦਰ ਜੀ, ਕੁਲਵੀਰ ਜੀ ਔਰ ਹਰਪ੍ਰੀਤ ਜੀ, ਆਈ ਥਿੰਕ ਸ਼ਾਇਦ ਜੇ ਬਿਜ਼ਨਸ ਸੰਬੰਧ ਜਿਹੜੇ ਹੈਗੇ ਆ ਉਹ ਅਗਰ ਪਾਕਿਸਤਾਨ ਤੋਂ ਤੋੜੇ ਜਾਂਦੇ ਆ ਤਾਂ ਸ਼ਾਇਦ ਉਹਦਾ ਨੁਕਸਾਨ ਜਿਹੜਾ ਆ ਉਹ ਭਾਰਤ ਨੂੰ ਹੀ ਸਭ ਤੋਂ ਜ਼ਿਆਦਾ ਹੋਊਗਾ।
ਹੁਣ ਕਿਉਂ? ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਇੰਨੀ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਨਹੀਂ ਹੈਗੀ। ਸੋ ਇੰਡੀਆ ਤੋਂ ਹੀ ਜਿਹੜੇ ਜ਼ਿਆਦਾਤਰ ਜਿਹੜੀਆਂ ਸਪਲਾਈਜ਼ ਹੈਗੀਆਂ ਉਹ ਪਾਕਿਸਤਾਨ ਨੂੰ ਜਾਂਦੀਆਂ ਤੇ ਉਹਦਾ ਫਾਇਦਾ ਜੀ ਤੁਹਾਡੇ ਕਹਿਣ ਦਾ ਮਤਲਬ ਆ ਕਿ ਆਪਣੇ ਬਿਜ਼ਨਸ ਨੂੰ ਬਚਾਉਣ ਖਾਤਰ ਥੋੜੇ ਜਿਹਾ ਪ੍ਰੋਫਿਟ, ਪਾਕਿਸਤਾਨ ਨਾਲ ਕਿੰਨਾ ਕੁ ਬਿਜ਼ਨਸ ਇੰਡੀਆ ਜਿਹੜਾ ਹੈਗਾ ਕਿੰਨਾ ਕੁ ਵੱਡਾ ਬਿਜ਼ਨਸ ਹੈਗਾ ਜਿਹਦੇ ਤੇ ਇੰਡੀਆ ਸਰਵਾਈਵ ਕਰਦਾ ਪਿਆ। ਮੈਨੂੰ ਨਹੀਂ ਲੱਗਦਾ ਪਾਕਿਸਤਾਨ ਦੇ ਬਿਜ਼ਨਸ ਦੇ ਉੱਪਰ ਇੰਡੀਆ ਸਰਵਾਈਵ ਕਰਦਾ। ਇੰਡੀਆ ਕੋਲ ਸਰਵਾਈਵ ਕਰਨ ਲਈ ਆਪਣੇ ਹੋਰ ਬੜੇ ਸੋਰਸਿਸ ਹੈਗੇ ਨੇ, ਹੋਰ ਬਹੁਤ ਬਿਜ਼ਨਸ ਹੈਗਾ ਤੇ ਛੋਟੇ ਜਿਹੇ ਬਿਜ਼ਨਸ ਵਾਸਤੇ ਜੇ ਮੇਰਾ ਨਹੀਂ ਖਿਆਲ ਹੈਗਾ ਕਿ ਆਪਾਂ ਨੂੰ ਸਮਝਾ, ਇਹ ਤਾਂ ਬਿਲਕੁਲ ਨਜਾਇਜ਼ ਗੱਲ ਹੋਊਗੀ ਕਿ ਅਸੀਂ ਉਹਨਾਂ ਨੂੰ ਸਿਰਫ ਇਸ ਕਰਕੇ ਕਿ ਥੋੜਾ ਜਿਹਾ ਬਿਜ਼ਨਸ ਕਰਕੇ ਅਸੀਂ ਉਹਨਾਂ ਨੂੰ ਆਪਣੇ ਉੱਪਰ ਚੜ੍ਹਨ ਦਈਏ ਜੀ। ਇੱਕ ਮੈਨੂੰ ਗੱਲ ਦੱਸੋ, ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਹੜਾ ਮੇਨ ਮੁੱਦਾ, ਹਿੰਦੁਸਤਾਨ ਦੀ ਸਰਕਾਰ ਵੀ ਕਹਿ ਚੁੱਕੀ ਆ, ਪਾਕਿਸਤਾਨ ਦੀ ਵੀ ਸਰਕਾਰ ਕਹਿ ਚੁੱਕੀ ਆ ਕਿ ਗੱਲਬਾਤ ਤਾਂ ਹੀ ਸ਼ੁਰੂ ਕਰਾਂਗੇ, ਗੱਲਬਾਤ ਤਾਂ ਹੀ ਕਰਨ ਦਾ ਫਾਇਦਾ ਜੇ ਜੰਮੂ ਕਸ਼ਮੀਰ ਦਾ ਮੁੱਦਾ ਉਠਾਈਏ। ਕੈਨ ਯੂ ਟੈਲ ਮੀ ਕਿ ਇਸ ਸੈਂਚੁਰੀ ਦੇ ਵਿੱਚ, ਇਸ ਸਾਡੀ ਜਿੰਨੀ ਵੀ ਉਮਰ ਆ ਉਸ ਦੇ ਵਿੱਚ ਕਦੇ ਵੀ ਹਿੰਦੁਸਤਾਨ ਇਹ ਗੱਲ ਨੂੰ ਮੰਨੂਗਾ ਕਿ ਜੰਮੂ ਕਸ਼ਮੀਰ ਤੇ ਉਹਨਾਂ ਦਾ ਹਿੱਸਾ ਨਹੀਂ ਤੇ ਉਹ ਪਾਕਿਸਤਾਨ ਨੂੰ ਗੱਲਬਾਤ ਦੇ ਨਾਲ ਜੰਮੂ ਕਸ਼ਮੀਰ ਦੇ ਦੂਗਾ? ਦੂਜੇ ਪਾਸੇ ਜੇ ਨਹੀਂ ਦਊਗਾ ਕਿ ਪਾਕਿਸਤਾਨ ਇਸ ਗੱਲ ਨਾਲ ਐਗਰੀ ਹੋ ਜਾਊਗਾ ਕਿ ਜੰਮੂ ਕਸ਼ਮੀਰ ਜਿਹੜਾ ਅਸੀਂ ਜਿੱਥੇ ਆਪਣਾ ਹੱਕ ਜਤਾਉਂਦੇ ਆ ਉਸ ਦੇ ਮੁੱਦੇ ਨੂੰ ਅਸੀਂ ਛੱਡ ਕੇ ਪਾਕਿਸਤਾਨ ਨਾਲ ਕੋਈ ਸਮਝੌਤਾ ਕਰ ਲਵਾਂਗੇ? ਕਿਹੜੇ ਸਮਝੌਤੇ ਦੀ ਤੁਸੀਂ ਤਿੰਨੇ ਜਣੇ ਗੱਲ ਕਰਨਾ ਚਾਹੁੰਦੇ ਹੋ? ਇਜ਼ ਇਟ ਈਵਨ ਪੋਸੀਬਲ ਟੂ ਹੈਵ ਐਨੀ ਕਾਈਂਡ ਆਫ ਕੰਪਰੋਮਾਈਜ਼ ਬਿਟਵੀਨ ਪਾਕਿਸਤਾਨ ਐਂਡ ਇੰਡੀਆ? ਅਸੀਂ ਕਹਿੰਦੇ ਨੇ ਅਸੀਂ ਤਾਂ ਜੰਗ ਬੰਦ, ਅਸੀਂ ਤਾਂ ਜਿਹੜਾ ਰੋਜ਼ ਦੀ ਉੱਥੇ ਗੋਲੀਬਾਰੀ ਹੁੰਦੀ ਉਹ ਬੰਦ ਕਰਨ ਦੀ ਗੱਲ ਕਰਦੇ ਆ, ਬਾਕੀ ਤਾਂ ਮੈਂ ਤਾਂ ਗੱਲ ਹੀ ਨਹੀਂ ਕਰਦਾ ਜੀ। ਨਹੀਂ, ਪਰ ਗੋਲੀਬਾਰੀ ਵੀ ਉਹ ਕਸ਼ਮੀਰ ਦੇ ਮੁੱਦੇ ਤੇ ਹੀ ਹੋ ਰਹੀ ਹੈ ਨਾ। ਕਸ਼ਮੀਰ ਦੇ ਮੁੱਦੇ ਤੇ ਨਹੀਂ ਹੋ ਰਹੀ ਕੋਈ। ਕਸ਼ਮੀਰ ਦਾ ਉਹ ਜਿਹੜਾ ਦੱਬ ਕੇ ਬੈਠੇ ਨੇ ਜੀ, ਇੰਨੇ ਸਾਲਾਂ ਤੋਂ ਦੱਬੀ ਬੈਠੇ ਨੇ। ਇੰਡੀਆ ਵਾਲਿਆਂ ਨੇ ਜੇ ਲੜਨਾ ਸੀ, ਜੇ ਹੁਣ ਵੀ ਲੜਨਾ ਤੇ ਆਪਣਾ ਛਡਾਉਣਾ ਤੇ ਅਟੈਕ ਕਰਕੇ ਛਡਾ ਵੀ ਸਕਦੇ ਨੇ। ਮੰਨਿਆ ਕਿ ਇੰਟਰਨੈਸ਼ਨਲ ਤੌਰ ਤੇ ਬਹੁਤ ਸਾਰੀਆਂ ਮੁਸੀਬਤਾਂ ਹੁੰਦੀਆਂ ਇਹੋ ਜਿਹੇ ਕੰਮ ਲਈ। ਜੇ ਇਹ ਕੰਮ ਨਹੀਂ ਕਰਦੇ, ਜੇ ਉਦੋਂ ਜਿਹੜੀ ਹੈਗੀ ਜਿਹੜੀ ਆਪਣੇ LOC ਬਣ ਗਈ ਸੀ, ਲਾਈਨ ਆਫ ਕੰਟਰੋਲ ਬਣ ਗਈ ਸੀਗੀ, ਜਦੋਂ ਉਹਨਾਂ ਨੇ ਡਿਸਾਈਡ ਕਰ ਲਿਆ ਸੀ, ਫਿਰ ਸ਼ਾਂਤੀ ਨਾਲ ਕਿਉਂ ਨਹੀਂ ਬੈਠਦੇ ਜੀ ਉਹ? ਪਰ ਇੱਥੇ ਇੱਕ ਹੋਰ ਚੀਜ਼ ਹੈ, ਤੁਸੀਂ ਕਹਿ ਰਹੇ ਜੋ ਕਿ ਸਿਰਫ ਮੁੱਦਾ ਕਸ਼ਮੀਰ ਦਾ ਹੈ, ਪਰ ਮੇਰੇ ਖਿਆਲ ਮੁੱਦਾ ਕਸ਼ਮੀਰ ਦਾ ਨਹੀਂ ਹੈ। ਪਾਕਿਸਤਾਨ ਕਿਤੇ ਨਾ ਕਿਤੇ 65 ਤੇ 75 ਜੋ ਉਹਨਾਂ ਦੀ ਹਾਰ ਹੋਈ ਆ ਉਹ ਤੋਂ ਹਰਟਿਆ। ਬਿਲਕੁਲ ਸਹੀ, ਯੂ ਆਰ ਰਾਈਟ। ਉਹ ਕਹਿੰਦੇ ਨੇ ਹਾਰ ਨਹੀਂ ਹੋਈ। ਪਰ ਅੱਜ ਕਸ਼ਮੀਰ, ਪਰ ਤੁਸੀਂ ਥੋੜੇ ਦੇਰ ਪਿੱਛੇ ਚਲੇ ਜਾਓਗੇ, ਪੰਜਾਬ 'ਚ ਜੋ ਹੋਇਆ ਸੀ ਉਹ ਵੀ ਪਾਕਿਸਤਾਨ ਵਿੱਚ ਹੈਲਪ ਕਰਦਾ ਸੀ। ਬੇਸਿਕਲੀ ਪਾਕਿਸਤਾਨ ਨੀਡ ਸਮਥਿੰਗ ਕਿ ਜਿਹਦੇ ਨਾਲ ਕੰਟਰੋਵਰਸੀ ਕ੍ਰੀਏਟ ਹੋਵੇ। ਪਾਕਿਸਤਾਨ ਨੂੰ ਆਈ ਡੋਂਟ ਥਿੰਕ ਕਸ਼ਮੀਰ ਦੇ ਲੋਕਾਂ ਦਾ ਜਾਂ ਕਸ਼ਮੀਰ ਦੀ ਤਰੱਕੀ ਚਾਹੁੰਦਾ ਵਾ। ਪਾਕਿਸਤਾਨ ਨੀਡ ਏ ਇਸ਼ੂ। ਹੁਣ ਮੈਂ ਇਹਨਾਂ ਦੀ ਮਸੂਰੀ ਸਾਹਿਬ ਦਾ ਕਮੈਂਟ ਪੜ੍ਹ ਰਿਹਾ ਸੀ, ਉਹ ਕਹਿ ਰਹੇ ਕਿ ਜਦੋਂ ਨਵਾਜ਼ ਸ਼ਰੀਫ ਐਂਡ ਆਪਣੇ ਵਾਜਪਾਈ ਜੀ ਨਹੀਂ, ਨਰਿੰਦਰ ਮੋਦੀ ਜੀ ਦੀ ਹੁਣੇ ਮੀਟਿੰਗ ਹੋਈ ਸੀ ਉੱਥੇ, ਉਹਦੇ ਸਕਸੈਸਫੁਲ ਕਿਉਂ ਨਹੀਂ ਹੋਈ? ਕਿਉਂਕਿ ਉਹ 'ਚ ਅਸੀਂ ਕਸ਼ਮੀਰ ਦਾ ਮੁੱਦਾ ਨਹੀਂ ਪਾਇਆ ਸੀ। ਉਹਦੇ ਕਿ ਨਵਾਜ਼ ਸ਼ਰੀਫ ਤੇ ਜਦੋਂ ਆਪਣੇ ਮੋਦੀ ਜੀ ਦੀ ਹੁਣੇ ਮੀਟਿੰਗ ਹੋਈ ਸੀ ਦਵਿੰਦਰ ਜੀ ਥੋੜੇ ਚਿਰ ਪਹਿਲਾਂ ਹੀ, ਬੇਸਿਕਲੀ ਉਹ ਪਾਕਿਸਤਾਨ ਹੁੰਦਾ ਕਿ ਅਸੀਂ ਕਸ਼ਮੀਰ ਦੀ ਗੱਲ ਕਰਨੀ ਆ। ਪਰ ਇੰਡੀਆ ਦਾ ਰੁਖ ਹੁਣ ਥੋੜਾ ਜਿਹਾ ਮੈਨੂੰ ਲੱਗਦਾ, ਮੇਰੇ ਓਪੀਨੀਅਨ ਠੀਕ ਆ, ਇੰਡੀਆ ਆਂਦਾ ਕਿ ਅਸੀਂ ਪਾਕਿਸਤਾਨ ਕੌਣ ਹੁੰਦਾ ਵਾ ਸਾਡੀ ਕੇ ਟੈਰੀਟਰੀ ਦੇ, ਸਾਡੇ ਜਿਹੜਾ ਇੰਡੀਆ ਦੇ ਕੇ ਏਰੀਆ ਦੇ ਬਾਰੇ ਗੱਲ ਕਰਨਾ ਚਾਹੁੰਦਾ, ਇੰਡੀਆ ਆਂਦਾ ਕਿ ਅਸੀਂ ਨਹੀਂ ਗੱਲ ਕਰਨੀ। ਆਈ ਥਿੰਕ ਇੰਡੀਆ ਦਾ ਬਿਲਕੁਲ ਸਟੈਂਡ ਉਹਨਾਂ ਨੂੰ ਬਿਲਕੁਲ ਸਹੀ ਹੈ। ਇਹ ਗੱਲ ਕਰਦੇ ਨਾ, ਜਦ ਇੱਕ ਲਾਈਨ ਆਫ ਕੰਟਰੋਲ ਬਣ ਗਈ ਵੀ ਉਧਰਲਾ ਪਾਸਾ ਤੁਸੀਂ ਕੰਟਰੋਲ ਕਰੋਗੇ, ਉਧਰਲਾ ਤੁਸੀਂ ਕਰੋਗੇ, ਫਿਰ ਉਹ ਇੰਟਰਫੇਅਰ ਕਿਉਂ ਕਰਦਾ ਆ ਕੇ? ਪਰ ਮੈਨੂੰ ਇਹ ਕਹਿੰਦੇ ਨੇ ਵੀ ਉਹ ਲਾਈਨ ਆਫ ਕੰਟਰੋਲ ਟੈਂਪਰੇਰੀ ਆ। ਉਹਨੂੰ ਭਾਵੇਂ ਟੈਂਪਰੇਰੀ ਆ, ਪਰ ਸ਼ਾਂਤੀ ਹੈਗਾ ਬਣਾਈ ਜਾ ਸਕਦੀ ਨਾ। ਜਦੋਂ ਸਮਝੌਤਾ ਹੋਇਆ ਸੀ ਇਸੇ ਕਰਕੇ ਹੋਇਆ ਸੀਗਾ। ਦਵਿੰਦਰ ਜੀ, ਆਈ ਥਿੰਕ ਤੋਂ ਵੀ ਬਾਹਰ ਜਾਓ। ਹਾਂਜੀ, ਪਰ ਇਹ ਨਹੀਂ ਆਓ ਆਪਾਂ ਥੋੜਾ ਜਿਹਾ ਟੌਪਿਕ ਤੋਂ ਭਟਕਿਆ। ਪਰ ਜਿਵੇਂ ਮੈਂ ਹੁਣ ਹਰਪ੍ਰੀਤ ਜੀ ਨੇ ਗੱਲ ਕੀਤੀ ਸੀ, ਦੁਬਾਰਾ ਟੌਪਿਕ ਤੇ ਆਉਣਾ ਸ਼ੁਰੂ ਕਰੂੰਗਾ ਕਿ ਜਿਹਨਾਂ ਤਸਵੀਰ ਸਾਹਿਬ ਦੇ ਇਹ ਤੋਂ ਪਹਿਲਾਂ ਮੈਂ ਕਮੈਂਟ ਜ਼ਰੂਰ ਕਰਨਾ ਚਾਹੂੰਗਾ ਜੀ। ਮੈਨੂੰ ਮੌਕਾ ਨਹੀਂ ਮਿਲਿਆ। ਮੈਂ ਇਸ ਚੀਜ਼ ਤੇ ਕਮੈਂਟ ਇਹ ਕਰਨਾ ਚਾਹੂੰਗਾ ਕਿ ਪੋਲੀਟੀਕਲ ਤੌਰ ਦੇ ਉੱਤੇ ਨਾ ਪਾਕਿਸਤਾਨ ਚਾਹੁੰਦਾ ਕਿ ਜੰਮੂ ਕਸ਼ਮੀਰ ਦੇ ਮਸਲੇ ਦਾ ਹੱਲ ਹੋਵੇ, ਨਾ ਹਿੰਦੁਸਤਾਨ ਚਾਹੁੰਦਾ। ਚਾਹੇ ਹਿੰਦੁਸਤਾਨ ਦੇ ਵਿੱਚ ਜਿਹੜੀ ਮਰਜ਼ੀ ਪਾਰਟੀ ਆ ਜਾਵੇ, ਜੇ ਪਹਿਲਾਂ ਅਸੀਂ ਦੂਸਰੀ ਹੁਣ ਅਗਰ NDA ਦੀ ਸਰਕਾਰ ਹੈਗੀ, ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ, ਸੋ ਅਗਰ ਦੋਨੋਂ ਹੀ ਸਰਕਾਰਾਂ ਵਾਰੀ ਕੋਸ਼ਿਸ਼ਾਂ ਜੇ ਕਹਿ ਲਈਏ ਕੀਤੀਆਂ ਗਈਆਂ ਜਾਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ, ਉਹ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਆ ਕੇ ਉਹ ਜਿਹੜੀਆਂ ਕੋਸ਼ਿਸ਼ਾਂ ਆ ਉਹਨੂੰ ਬੈਕ ਖਿੱਚ ਲਿਆ ਜਾਂਦਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹ ਵੋਟ ਦੀ ਰਾਜਨੀਤੀ ਵੀ ਬਣਾਈ ਜਾ ਰਹੀ ਹੈ ਕਿ ਹਾਂਜੀ ਇੰਡੋ ਪਾਕ ਰਿਲੇਸ਼ਨਸ ਨੂੰ ਜਦੋਂ ਕਾਂਗਰਸ ਆਪੋਜੀਸ਼ਨ ਦੇ ਵਿੱਚ ਹੁੰਦੀ ਆ ਉਹ ਗਵਰਨਿੰਗ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੀ ਆ, ਜਦੋਂ ਕਾਂਗਰਸ ਸਰਕਾਰ ਦੇ ਵਿੱਚ ਹੁੰਦੀ ਆ ਉਦੋਂ BJP ਜਾਂ ਹੋਰ ਜਿਹੜੀਆਂ ਸਰਕਾਰਾਂ ਪਾਰਟੀਆਂ ਹੈਗੀਆਂ ਉਹ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ। ਸੋ ਸਿਰਫ ਤੇ ਸਿਰਫ ਇਹ ਰਾਜਨੀਤੀ ਆ। ਇਹ ਤੇ ਦੋਨੋਂ ਹੀ ਦੇਸ਼ਾਂ ਦੀਆਂ ਜਿਹੜੀਆਂ ਇੰਟਰਨਲ ਪਾਰਟੀਆਂ ਹੈਗੀਆਂ ਜਾਂ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਚੀਜ਼ ਦਾ ਸੋਲੂਸ਼ਨ ਚਾਹੁੰਦੀਆਂ ਹੀ ਨਹੀਂ ਹੈਗੀਆਂ। ਓਕੇ, ਜਦੋਂ ਗੱਲ ਕਸੂਰੀ ਸਾਹਿਬ ਦੀ ਹੀ ਕੀਤੀ ਜਾਵੇ, ਹਰਪ੍ਰੀਤ ਜੀ ਨੇ ਦੱਸਿਆ ਕਿ ਕਸੂਰੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਮੋਦੀ ਸਾਹਿਬ ਦੀ ਤੇ ਜਦੋਂ ਨਵਾਜ਼ ਸ਼ਰੀਫ ਦੀ
ਮੀਟਿੰਗ ਹੋਈ ਸੀ ਉਸ ਦੇ ਵਿੱਚ ਕਸ਼ਮੀਰ ਮੁੱਦਾ ਨਹੀਂ ਚੱਕਿਆ ਗਿਆ। ਮੈਂ ਉਸ ਤੋਂ ਵੀ ਪਿੱਛੇ ਜਾਣਾ ਚਾਹੂੰਗਾ ਕਿ ਉਹਨਾਂ ਨੇ ਗੱਲ ਕੀਤੀ ਸੀ ਕਿ ਜਦੋਂ ਵਾਜਪਾਈ ਜੀ ਨੇ ਦੌਰਾ ਕੀਤਾ ਸੀ, ਮੋਦੀ ਸਾਹਿਬ ਨੂੰ ਵਾਜਪਾਈ ਦੀ ਉਹ ਹਿੱਸੇ ਗੱਲ ਦਾ ਕਰਨਾ ਚਾਹੀਦਾ ਕਿ ਪਾਕਿਸਤਾਨ ਦੀ ਯਾਤਰਾ ਕਰਨੀ ਚਾਹੀਦੀ ਆ, ਜਿਵੇਂ ਸਮਝੌਤਾ ਐਕਸਪ੍ਰੈਸ ਚਲਾਈ ਸੀ ਜਾਂ ਬੱਸਾਂ ਚਲਾਉਂਦੇ ਆ, ਉਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਪਰ ਜੇ ਗੱਲ ਕਸ਼ਮੀਰ ਮੁੱਦੇ ਦੀ ਕਰਦੇ ਆ ਕਿ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਐਕਸ ਫੋਰਨ ਮਿਨਿਸਟਰ ਨੂੰ ਆਪਣੀ ਬੁੱਕ ਦੇ ਵਿੱਚ ਕਸ਼ਮੀਰ ਮੁੱਦੇ ਬਾਰੇ ਲਿਖੇ ਹੋਣ ਦੇ ਸੰਕੇਤ ਹੋਣ ਤਾਂ ਉਸ ਦਾ ਪ੍ਰਕਾਸ਼ਨ ਇੱਕ ਉਹ ਜਿਹੇ ਸ਼ਹਿਰ ਦੇ ਵਿੱਚ ਕਰਨਾ ਚਾਹੀਦਾ ਜਿੱਥੇ 26/11 ਵਰਗੀ ਘਿਨਾਉਣੀ ਹਰਕਤ ਪਾਕਿਸਤਾਨ ਦੇ ਵਿੱਚ ਰਹਿੰਦੇ ਅੱਤਵਾਦੀਆਂ ਨੇ ਕੀਤੀ ਹੋਵੇ। ਅੱਜ ਤੱਕ ਪਾਕਿਸਤਾਨ ਨੇ ਉਹਨਾਂ ਅੱਤਵਾਦੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਤਾਂ ਉਸ ਗੱਲ ਦੀ ਜ਼ਿੰਮੇਵਾਰੀ ਸੈਂਟਰ ਗਵਰਨਮੈਂਟ ਨੂੰ ਵੀ ਦੇਣੀ ਚਾਹੀਦੀ ਆ ਕਿ ਨਹੀਂ, ਕਿਉਂਕਿ ਉਹਨਾਂ ਨੇ ਹੀ ਕਸੂਰੀ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕਸ਼ਮੀਰ ਦਾ ਮੁੱਦਾ ਉਹਨਾਂ ਦੀ ਬੁੱਕ ਦੇ ਵਿੱਚ ਆ ਕੇ ਉੱਥੇ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਉਠਾਉਣ ਦੀ ਇਜਾਜ਼ਤ ਦਿੱਤੀ ਸੀ। ਕੁਲਬੀਰ ਸਿੰਘ ਜੀ, ਇਜਾਜ਼ਤ ਦੇਣੀ ਚਾਹੀਦੀ ਸੀ ਜਾਂ ਨਹੀਂ? ਬਿਲਕੁਲ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਨਹੀਂ ਦੇਣੀ ਚਾਹੀਦੀ ਸੀਗੀ। ਦੂਸਰੀ ਗੱਲ ਇਹ ਹੈ ਕਿ ਜਿੱਦਾਂ ਫਿਲਮਾਂ ਪਹਿਲਾਂ ਦੇਖੀਆਂ ਜਾਂਦੀਆਂ, ਉਹਨਾਂ ਨੂੰ ਪ੍ਰੀਵਿਊ ਵਿੱਚ ਉਹਨੂੰ ਸੈਂਸਰ ਕੀਤਾ ਜਾਂਦਾ, ਸਪੈਸ਼ਲੀ ਜਦੋਂ ਕਿ ਬੁੱਕ ਦੂਸਰੇ ਐਸੇ ਜਿਹੜਾ ਦੁਸ਼ਮਣ ਦੇਸ਼ ਹੈਗਾ ਉਹਦੇ ਚੋਂ ਆ ਰਹੀ ਆ, ਔਰ ਜਿਹੜਾ ਬੰਦਾ ਲਿਖ ਰਿਹਾ ਉਹਦੀ ਬੈਕਗਰਾਉਂਡ ਵੀ ਉਦਾਂ ਦੀ ਹੈਗੀ ਆ। ਇਸ ਬੁੱਕ ਨੂੰ ਉਸ ਤੋਂ ਪਹਿਲਾਂ ਪ੍ਰੀਵਿਊ ਕਰਨਾ ਬਣਦਾ ਸੀਗਾ, ਜਾਂ ਜੋ ਵੀ ਹੈ ਇਹਦੀ ਛਾਣਬੀਨ ਹੋਣੀ ਚਾਹੀਦੀ ਸੀਗੀ ਤੇ ਫਿਰ ਹੀ ਇਹਨੂੰ ਇਜਾਜ਼ਤ ਦੇਣੀ ਚਾਹੀਦੀ ਸੀ। ਔਰ ਉਸ ਤੋਂ ਬਾਅਦ ਸੈਕੰਡ ਥਿੰਕ ਜਦ ਪਤਾ ਹੈਗਾ ਕਿ ਬੰਬੇ ਵਿੱਚ ਇਹਨੂੰ ਰਿਲੀਜ਼ ਕਰਨਾ ਬਿਲਕੁਲ ਪੋਸੀਬਲ ਨਹੀਂ ਸੀਗਾ, ਇਹਨੂੰ ਉੱਥੇ ਰਿਲੀਜ਼ ਕਰਨ ਦੀ ਤਾਂ ਬਿਲਕੁਲ ਹੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਸੀ। ਪਰਮਿੰਦਰ ਸਿੰਘ ਜੀ। ਦਵਿੰਦਰ ਜੀ, ਬਿਲਕੁਲ ਮੈਂ ਆਲਰੇਡੀ ਪਹਿਲਾਂ ਵੀ ਇਹ ਗੱਲ ਕਰ ਚੁੱਕਾ ਕਿ ਜਿੱਦਾਂ ਅਸੀਂ ਬਾਕੀ ਮੂਵੀਜ਼ ਰਿਲੀਜ਼ ਕਰਦੇ ਆ ਉਹਨੂੰ ਪ੍ਰੀਵਿਊ ਕੀਤਾ ਜਾਂਦਾ ਆ, ਤੇ ਇਹ ਬੁੱਕ ਨੂੰ ਪ੍ਰੀਵਿਊ ਕਿਉਂ ਨਹੀਂ ਕੀਤਾ ਗਿਆ? ਬੁੱਕ ਦੇ ਉੱਤੇ ਵੀ ਹੋ ਵੀ ਸਕਦਾ ਕਿ ਕੀਤਾ ਵੀ ਗਿਆ ਹੋਵੇ ਔਰ ਸ਼ਾਇਦ ਉਹਦੇ ਵਿੱਚ ਕਮੈਂਟ ਨਾ ਵੀ ਹੋਣ। ਹੁਣ ਪਾਕਿਸਤਾਨ ਦੇ ਵਿੱਚ ਉਹ ਬੁੱਕ ਸੇਲ ਨਹੀਂ ਹੋਈ ਹੈਗੀ, ਜ਼ਿਆਦਾ ਵਧੀਆ ਉਹਦੀ ਹੋ ਸਕਦਾ ਕਿ ਇਹਦੇ ਵਿੱਚ ਕਸ਼ਮੀਰ ਦਾ ਮੁੱਦਾ ਨਾ ਹੋਵੇ ਤਾਂ ਕਰਕੇ ਸ਼ਾਇਦ ਸੇਲ ਨਹੀਂ ਹੋਈ। ਸੋ ਮਸਾਲਾ ਜਿਹੜਾ ਹੈਗਾ ਆ ਜੋ ਪਾਕਿਸਤਾਨੀ ਲੋਕ ਸੁਣਨਾ ਚਾਹੁੰਦੇ ਸੀਗੇ ਉਹ ਸ਼ਾਇਦ ਉਹ ਨਾ ਹੋਵੇ, ਜੋ ਇੱਥੇ ਹਿੰਦੁਸਤਾਨੀ ਲੋਕ ਸੁਣਨਾ ਚਾਹੁੰਦੇ ਸ਼ਾਇਦ ਉਹ ਹੋਵੇ ਇਹਦੇ ਵਿੱਚ। ਸੋ ਡਿਪੈਂਡ ਕਰਦਾ ਹੈ ਕਿ ਹੁਣ ਕੀ ਹੈਗਾ। ਔਰ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਹੈ ਕਿ 26/11 ਵਰਗਾ ਹਮਲਾ ਜਿਹੜਾ ਕਰਨ ਵਾਲੇ ਪਾਕਿਸਤਾਨ ਦੇ ਜਿਹੜੇ ਅੱਤਵਾਦੀ ਹੈਗੇ ਆ ਉਹਨਾਂ ਦੇ ਉੱਤੇ ਪਾਕਿਸਤਾਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਔਰ ਬਾਵਜੂਦ ਇਸ ਦੇ ਕਿ ਇੰਟਰਨੈਸ਼ਨਲ ਮੀਡੀਆ ਦੇ ਥਰੂ ਜਾਂ ਇੰਟਰਨੈਸ਼ਨਲ ਇੱਕ ਪਲੇਟਫਾਰਮ ਦੇ ਥਰੂ ਜਿਹੜੇ ਸਬੂਤ ਹੈਗੇ ਆ ਉਹ ਵੀ ਮੁਹੱਈਆ ਕਰਵਾਏ ਗਏ, ਫਿਰ ਵੀ ਕੋਈ ਪ੍ਰੋਪਰ ਕਾਰਵਾਈ ਨਹੀਂ ਕੀਤੀ ਗਈ। ਤੇ ਇੱਥੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਉਹਨਾਂ ਦੇ ਵਿਦੇਸ਼ ਮੰਤਰੀ ਐਕਸ ਵਿਦੇਸ਼ ਮੰਤਰੀ ਹੈਗੇ ਆ ਉਹਨਾਂ ਨੂੰ ਇਹ ਕਦਮ ਚੁੱਕਣਾ ਵੀ ਚਾਹੀਦਾ ਸੀਗਾ ਕਿ ਮੈਂ ਮੁੰਬਈ ਦੇ ਵਿੱਚ ਜਾ ਕੇ ਇਹ ਬੁੱਕ ਰਿਲੀਜ਼ ਕਰਾਂ। ਇੱਥੇ ਥੋੜਾ ਜਿਹਾ ਜੇ ਇਸ ਗੱਲ ਨੂੰ ਆਪਾਂ ਥੋੜਾ ਜਿਹਾ ਵੇਖਣ ਦੀ ਕੋਸ਼ਿਸ਼ ਕਰੀਏ ਦਵਿੰਦਰ ਜੀ, ਇੰਡੀਆ ਦੇ ਚੋਂ ਹੁਣ ਬੀਫ ਬੈਨ ਕਰਕੇ ਜੋ ਇੰਡੀਆ ਦੀ ਹੁਣ ਇੰਟਰਨੈਸ਼ਨਲ ਰੈਪੂਟੇਸ਼ਨ ਹਰਟ ਹੋਈ ਆ, ਹੋ ਸਕਦਾ ਹੈ ਬੀਜੇਪੀ ਨੇ ਇਹ ਸੋਚਿਆ ਹੋਵੇ ਕਿ ਜੇ ਪਾਕਿਸਤਾਨ ਦੇ ਇੱਥੇ ਐਕਸ ਫੋਰਨ ਮਿਨਿਸਟਰ ਦੀ ਬੁੱਕ ਰਿਲੀਜ਼ ਕਰਨ ਦਿੰਦੇ ਆ, ਸਾਡਾ ਇੱਕ ਮੈਸੇਜ ਜਾਂਦਾ ਕਿ ਅਸੀਂ ਪਾਕਿਸਤਾਨ ਨਾਲ ਸ਼ਾਂਤੀ ਚਾਹੁੰਦੇ ਆ, ਪਾਕਿਸਤਾਨ ਕੀ ਕਹਿੰਦੇ ਟੈਰੋਰਿਸਟ ਗਤੀਵਿਧੀਆਂ ਨੂੰ ਨਹੀਂ ਬੰਦ ਕਰ ਰਿਹਾ। ਬੀਜੇਪੀ ਨੇ ਇਹ ਮੈਸੇਜ ਕਰਕੇ ਉਹਨਾਂ ਨੂੰ ਅਨੁਮਤੀ ਦਿੱਤੀ ਹੋਵੇ, ਪਰ ਉਹਨਾਂ ਦੀ ਹੀ ਭਾਈਵਾਲ ਪਾਰਟੀ ਨੇ ਆਪਣਾ ਫਾਇਦਾ ਸੋਚਿਆ ਤੇ ਉਹਨਾਂ ਨੇ ਉਹਨਾਂ ਦਾ ਮੂੰਹ ਕਾਲਾ ਕਰਕੇ ਇੱਕ ਕੰਟਰੋਵਰਸੀ ਨੂੰ ਫਿਰ ਤੋਂ ਇੰਡੀਆ ਦੀ ਜਿਹੜੀ ਸਾਖ ਹੈ ਇੰਟਰਨੈਸ਼ਨਲ ਲੈਵਲ ਤੇ ਉਹ ਥੱਲੇ ਹੀ ਆਈ ਹੋਊਗੀ। ਆਈ ਡੋਂਟ ਥਿੰਕ ਸੋ ਹਰਪ੍ਰੀਤ ਜੀ ਹਿੰਦੁਸਤਾਨ ਨੂੰ ਇਦਾਂ ਦਾ ਕੋਈ ਸਟੈਪ ਚੱਕਣ ਦੀ ਜ਼ਰੂਰਤ ਪਊਗੀ ਕਿ ਹਾਂਜੀ ਉਹ ਇੱਕ ਸਿਰਫ ਬੁੱਕ ਰਿਲੀਜ਼ ਕਰਕੇ ਇੱਕ ਸਦਭਾਵਨਾ ਦਾ ਮੈਸੇਜ ਦੇ ਸਕੇ। ਆਈ ਥਿੰਕ ਉਸ ਤੋਂ ਪਹਿਲਾਂ ਹਿੰਦੁਸਤਾਨ ਨੇ ਬਹੁਤ ਸਾਰੇ ਮੈਸੇਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਦਿੱਤੇ ਆ, ਤੇ ਹੁਣ ਹਫ਼ਤੇ 2 ਦਿਨ ਆਉਂਦੀ ਹੈ ਜੀ ਜਿਹੜੀ ਉੱਥੋਂ ਸਮਝੌਤਾ ਐਕਸਪ੍ਰੈਸ ਆ ਜੀ ਪਾਕਿਸਤਾਨ ਤੋਂ ਪੰਜਾਬ ਵਿੱਚ ਦੀ ਦਿੱਲੀ ਨੂੰ। ਔਰ ਦੂਸਰੀ ਗੱਲ ਹੈਗੀ ਕਿ ਜਿਹੜੀ ਇਹ ਬੁੱਕ ਰਿਲੀਜ਼ ਇਕੱਲਾ ਜਿਹੜਾ ਹੈਗਾ ਇਹ ਇੱਕ ਮੌਕਾ ਨਹੀਂ ਹੋ ਸਕਦਾ, ਇਸ ਤੋਂ ਪਹਿਲਾਂ ਸ਼ਾਇਦ ਪਾਕਿਸਤਾਨ ਦਾ ਫਰਜ਼ ਬਣਦਾ ਹੈ ਕਿ ਜਿਹੜੇ 26/11 ਦੇ ਜ਼ਿੰਮੇਵਾਰ ਹੈਗੇ ਆ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। ਜਿੰਨੇ ਦੇਰ ਤੱਕ ਉਹ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਸਬੂਤ ਜਾਂ ਹੋਰ ਸਦਭਾਵਨਾ ਦਿਖਾਉਣ ਦੀ ਜ਼ਰੂਰਤ ਹੈਗੀ ਆ। ਥੋੜਾ ਤੁਸੀਂ ਤੇ ਪਰਮਿੰਦਰ ਸਿੰਘ ਜੀ ਤੁਸੀਂ ਕਹਿ ਰਹੇ ਹੋ ਸਦਭਾਵਨਾ ਵਿਖਾਉਣ ਦੀ ਜ਼ਰੂਰਤ ਨਹੀਂ ਹੈਗੀ, ਦੂਜੇ ਪਾਸੇ ਤੁਸੀਂ ਕਹਿ ਰਹੇ ਜੋ ਕਿ ਇੱਕ ਜਿਹੜੀ ਪਾਕਿਸਤਾਨ ਤੋਂ ਕਲਚਰ ਐਕਟੀਵਿਟੀਜ਼ ਜਾਂ ਇਹ ਸਭ ਜਾਂ ਬਾਲੀਵੁੱਡ ਐਕਟੀਵਿਟੀਜ਼ ਇਹ ਸਭ ਕੰਟੀਨਿਊ ਹੋਣੀਆਂ ਚਾਹੀਦੀਆਂ ਨੇ। ਹਰਪ੍ਰੀਤ ਜੀ, ਮੈਂ ਪਾਕਿਸਤਾਨ ਦੀ ਇੱਕ ਸਟ੍ਰੈਟੇਜਿਕ ਜਾਂ ਪੋਲੀਟੀਕਲ ਲੈਵਲ ਦੇ ਉੱਤੇ ਗੱਲ ਕਰ ਰਿਹਾ। ਮੈਂ ਆਮ ਲੋਕਾਂ ਦੀ ਆਮ ਜੋ ਲੋਕ ਚਾਹੁੰਦੇ ਆ ਮੈਂ ਉਸ ਚੀਜ਼ ਨੂੰ ਕੰਟੀਨਿਊ ਰੱਖਣਾ ਚਾਹੁੰਦਾ ਆ। ਜੋ ਆਮ ਲੋਕਾਂ ਦੀ ਆਵਾਜ਼ ਹੈਗੀ ਆ, ਜੇ ਸ਼ਾਇਦ ਅੱਜ ਦੀ ਡੇਟ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਵੋਟਿੰਗ ਇਸ ਮਾਮਲੇ ਨੂੰ ਲੈ ਕੇ ਹੋ ਜਾਵੇ ਕਿ ਹਾਂਜੀ ਸਾਨੂੰ ਵਿਦਆਊਟ ਵੀਜ਼ਾ ਇੱਕ ਦੂਜੇ ਕੰਟਰੀ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਸ਼ਾਇਦ
ਮੈਜੋਰਿਟੀ ਆਫ ਦੋਨੋਂ ਕੰਟਰੀਜ਼ ਦੇ ਇਹੀ ਚਾਹਣਗੇ ਕਿ ਇੱਥੇ ਵੀਜ਼ਾ ਰਿਸਟ੍ਰਿਕਸ਼ਨ ਜਿਹੜੀ ਉਹ ਖਤਮ ਕੀਤੀ ਜਾਵੇ। ਆਰ ਯੂ ਸ਼ੋਰ ਇੰਡੀਆ ਜ਼ਿਆਦਾਤਰ ਇੰਡੀਅਨ ਮੈਨੂੰ ਨਹੀਂ ਲੱਗਦਾ ਇੰਡੀਆ ਵਾਲੇ ਇੰਨੇ ਕੁ ਸਿਆਣੇ ਹੈਗੇ ਆ ਕਿ ਉਹਨਾਂ ਨੂੰ ਫ੍ਰੀ ਬੁਲਾ ਕੇ ਇੰਡੀਆ ਦੇ ਵਿੱਚ ਅਸੀਂ ਹੋਰ ਨਹੀਂ ਅਟੈਕ ਕਰਾਉਣੇ ਜਿੱਦਾਂ ਦੇ ਸਾਡੇ ਕਿਤਾਬ ਚ ਹੋਇਆ। ਅਸੀਂ ਨਹੀਂ ਅਫੋਰਡ ਕਰ ਸਕਦੇ ਜੀ। ਜਿਹੜੀਆਂ ਤੁਸੀਂ ਕਲਚਰ ਐਕਟੀਵਿਟੀਜ਼ ਬੰਦ ਕਰਨ ਦੀ ਗੱਲ ਕਰ ਰਹੇ ਹੋ, ਜੇ ਸਾਰੀਆਂ ਕਲਚਰ ਐਕਟੀਵਿਟੀ ਤੁਹਾਡਾ ਮੈਸੇਜ ਅਸੀਂ ਮੋਦੀ ਸਾਹਿਬ ਨੂੰ ਪਹੁੰਚਾ ਦਈਏ ਤੇ ਉਹ ਬੰਦ ਵੀ ਹੋ ਜਾਣ, ਕੀ ਪਾਕਿਸਤਾਨ ਕਸ਼ਮੀਰ ਦੇ ਉੱਤੇ ਆਪਣਾ ਹੱਕ ਜਤਾਉਣਾ ਬੰਦ ਕਰ ਦੂਗਾ? ਬਿਲਕੁਲ ਨਹੀਂ ਕਰਨਾ ਜੀ ਉਹਨੇ ਤਾਂ। ਪਾਕਿਸਤਾਨ ਕਸ਼ਮੀਰ ਉੱਤੇ ਹੱਕ ਜਤਾਉਣਾ ਬੰਦ ਕਰੇ ਜਾਂ ਪੋਸੀਬਲ ਹੀ ਨਹੀਂ ਹੈਗੀ ਜੀ, ਉਹ ਨਹੀਂ ਹਟ ਸਕਦਾ ਉਸ ਗੱਲ ਤੋਂ। ਆਈ ਥਿੰਕ ਜੇ ਦਵਿੰਦਰ ਜੀ ਆਪਾਂ USA ਕੈਨੇਡਾ ਜਾਂ ਹੋਰ ਦੇਸ਼ਾਂ ਦੇ ਐਗਜ਼ਾਮਪਲ ਲਈਏ, ਇਕਨੋਮਿਕ ਬੈਨ ਲਾਉਂਦੇ ਆ ਤੇ ਇੰਡੀਆ ਕਿਉਂ ਨਹੀਂ ਇਹ ਪਹਿਲ ਕਰਦਾ? ਜੇ ਪਾਕਿਸਤਾਨ ਨੂੰ ਨੁਕਸਾਨ ਹੋਊਗਾ, ਦੇਖੋ ਹੁਣ ਅੱਜ ਮੈਂ ਵੇਖਿਆ ਜੀ ਪਾਕਿਸਤਾਨ ਦੇ ਮੇਨ ਨਿਊਜ਼ਪੇਪਰ ਤੇ ਵੀ ਇਹੀ ਨਿਊਜ਼ ਸੀ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੇ ਆ ਕਾਰਾ ਕੀਤਾ, ਤੇ ਕਿਤੇ ਨਾ ਕਿਤੇ ਪਾਕਿਸਤਾਨ ਗਵਰਨਮੈਂਟ ਨੂੰ ਹੁਣ ਇਹ ਮੈਸੇਜ ਤੇ ਜਾਣ ਡਿਆ ਵਾ ਕਿ ਈਦਰ ਵੀ ਸ਼ੁੱਡ ਚੇਂਜ ਆਵਰ ਐਟੀਟਿਊਡ। ਪਰ ਹਾਂ ਹੁਣ ਇਹ ਹੈ ਕਿ this is not a proper message। ਪਰ ਜੇ ਇਹੀ ਮੈਸੇਜ ਇੰਡੀਅਨ ਗਵਰਨਮੈਂਟ ਤੋਂ ਜਾਵੇ ਤੇ ਪਾਕਿਸਤਾਨ ਵੀ ਗਵਰਨਮੈਂਟ ਵੀ ਅੰਡਰ ਪ੍ਰੈਸ਼ਰ ਆਊਗੀ। ਦਵਿੰਦਰ ਜੀ ਲੜਾਈਆਂ ਤੇ ਹੁਣ ਵਾਰ ਦੀਆਂ ਜਾਂ ਉਹਨਾਂ ਦੀਆਂ ਨਹੀਂ ਰਹੀਆਂ, ਲੜਾਈਆਂ ਤਾਂ ਇਕਨੋਮੀ ਦੀਆਂ ਨੇ, GDPs ਦੀਆਂ ਨੇ। ਜੇ ਗੱਲ ਕੀਤੀ ਜਾਵੇ, ਮੈਨੂੰ ਨਹੀਂ ਲੱਗਦਾ ਪਾਕਿਸਤਾਨ ਮੈਸੇਜ ਨੂੰ ਇਹਦਾ ਕੋਈ ਪੁੱਠਾ ਮੈਸੇਜ ਗਿਆ। ਉਹ ਤਾਂ ਖੁਸ਼ ਹੋ ਗਏ ਹੋਣਗੇ ਕਿ ਇੰਡੀਆ ਵਾਲੇ ਆਪਸ 'ਚ ਫਿਰ ਲੜਨ ਲਾਤੇ ਅਸੀਂ ਜੀ, ਉਹਨਾਂ ਦਾ ਤਾਂ ਕੰਮ ਹੀ ਇਹ ਹੈ। ਨਹੀਂ ਪਰ ਦੇਖੋ ਜਿਹੜੇ ਪਾਕਿਸਤਾਨ ਦੇ ਕਾਫੀ ਸਿੰਗਰਸ, ਕਾਫੀ ਹੋਰ ਵਰਗ ਜਿਹੜਾ ਇੰਡੀਆ ਤੇ ਬਿਜ਼ਨਸ ਕਰਦਾ ਵਾ, ਦੇ ਆਰ ਅਫੈਕਟਡ। ਪਰ ਹਰਪ੍ਰੀਤ ਜੀ ਉਹ ਪਾਕਿਸਤਾਨ ਦੀ ਇਕਨੋਮੀ ਦਾ ਕਿੰਨਾ ਕੁ ਪਰਸੈਂਟ? ਦੈਟ ਆਈ ਐਗਰੀ। ਮੈਂ ਤਾਂ ਹੀ ਆਖਣਾ ਕਿ ਮੈਸੇਜ ਸੈਂਟਰਲ ਗਵਰਨਮੈਂਟ ਤੋਂ ਜਾਣਾ ਚਾਹੀਦਾ। ਇੱਕ ਮਾਮੂਲੀ ਜਿਹਾ ਪਾਰਟ ਨੇ ਤੇ ਉਹਦੇ ਲਈ ਤੁਸੀਂ ਜਿਹੜੇ ਦੇਸ਼ ਜਿੱਥੋਂ ਦੀ ਤੁਹਾਡੀ 1947 ਤੋਂ ਪ੍ਰੋਬਲਮ ਚੱਲਦੀ ਆ ਰਹੀ ਆ, ਤੁਸੀਂ ਐਡੇ ਵੱਡੇ ਇਸ਼ੂਆਂ ਦੇ ਲਈ ਤੁਸੀਂ 1-2 ਲੱਖ 1-2 ਕਰੋੜ ਰੁਪਏ ਦੀ ਜਿਹੜੇ ਕੋਈ ਸੈਂਕਸ਼ਨਾਂ ਲਾ ਕੇ, ਆਈ ਡੋਂਟ ਥਿੰਕ ਐਨੀ। ਨਹੀਂ ਦਵਿੰਦਰ ਜੀ ਮੈਂ ਤਾਂ ਕਹਿੰਦਾ ਸੈਂਟਰਲ ਗਵਰਨਮੈਂਟ ਸ਼ੁੱਡ ਡੂ ਇਟ, ਤਾਂ ਕਿ ਉਹ ਸਿਰਫ ਬਾਲੀਵੁੱਡ ਨਹੀਂ ਹਰ ਮਾਮਲੇ ਤੇ ਜਿਹੜਾ ਬੈਨ ਲੱਗੇ, ਪ੍ਰੋਪਰ ਡਿਸੀਜਨ ਹੋਵੇ, ਤਾਂ ਕਿ ਪਾਕਿਸਤਾਨ ਨੂੰ ਇਕਨੋਮੀ ਹਰਟ ਵੀ ਹੋਵੇ ਨਾ, ਇਹ ਵੀ ਪਤਾ ਲੱਗੇ ਕਿ ਨੇਬਰਸ ਕੰਟਰੀ ਨਾਲ ਜੇ ਤੁਸੀਂ ਰਹਿਣਾ ਵਾ ਤੇ ਜੇ ਰਲ ਮਿਲ ਕੇ ਰਹੋਗੇ ਦੋਵਾਂ ਕੰਟਰੀਜ਼ ਦਾ ਫਾਇਦਾ ਹੋਊਗਾ। ਜੇ ਪਾਕਿਸਤਾਨ ਇੰਡੀਆ ਤੱਕ ਸ਼ਾਂਤੀ ਹੁੰਦੀ ਹੈ ਦਵਿੰਦਰ ਜੀ, ਆਈ ਥਿੰਕ ਦੋਵੇਂ ਕੰਟਰੀਆਂ ਜ਼ਿਆਦਾ ਛੇਤੀ ਗਰੋ ਕਰਨਗੀਆਂ ਇੰਸਟੈਡ ਆਫ ਜੋ ਹੁਣ ਹਾਲਾਤ ਨੇ। ਹਾਂਜੀ ਪਰਮਿੰਦਰ ਸਿੰਘ ਜੀ, ਜਿਹੜਾ ਇਕਨੋਮੀ ਦਾ ਬੈਨ ਲਾ ਰਿਹਾ GDP ਦੇ ਵਿੱਚ ਤਾਂ ਪਤਾ ਨਹੀਂ ਉਹਦੀ ਕਿੰਨੀਆਂ 0.0005 10% ਜੋ ਵੀ ਬਣਦੀ ਆ, ਉਸ ਦਾ ਕੋਈ ਫਰਕ ਹਿੰਦੁਸਤਾਨ ਦੀ ਜਾਂ ਪਾਕਿਸਤਾਨ ਦੀ ਗਵਰਨਮੈਂਟ ਤੇ ਪੈ ਸਕਦਾ ਜਾਂ ਨਹੀਂ? ਦਵਿੰਦਰ ਜੀ ਬਿਲਕੁਲ, ਸ਼ਾਇਦ ਇਕਨੋਮਿਕਲੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਕਨੋਮਿਕਲੀ ਆਪਸੀ ਜਿਹੜੇ ਬਿਜ਼ਨਸ ਹੈਗੇ ਆ ਉਹ ਸ਼ਾਇਦ ਪਾਕਿਸਤਾਨ ਨੂੰ ਉਹਨਾਂ ਹਰਟ ਨਾ ਕਰੇ ਜਿੰਨਾ ਹਿੰਦੁਸਤਾਨ ਨੂੰ ਹਰਟ ਕਰ ਸਕਦਾ ਆ। ਜੇ ਇਹ ਜਿਹੜਾ ਟ੍ਰੇਡ ਬੈਨ ਹੈਗਾ ਜਾਂ ਲਗਾਉਣਾ ਵੀ ਹੈਗਾ ਆ, ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾ ਕੇ ਤੁਸੀਂ ਬਾਕੀ ਜਿਹੜੇ ਕੰਟਰੀਜ਼ ਹੈਗੇ ਆ ਉਹਨਾਂ ਦੇ ਥਰੂ ਤੁਸੀਂ ਰਿਕੁਐਸਟ ਕਰੋ ਕਿ ਹਾਂਜੀ ਪਾਕਿਸਤਾਨ ਦੇ ਉੱਤੇ ਜਿਹੜਾ ਪ੍ਰੈਸ਼ਰ ਬਣਾਇਆ ਜਾਵੇ ਕਿ ਹਾਂਜੀ ਆਹ ਜਿਹੜੀ ਪ੍ਰੋਬਲਮ ਹੈਗੀ ਇਹਦਾ ਸੋਲੂਸ਼ਨ ਕੱਢਿਆ ਜਾਵੇ। ਪਰ ਹੁਣ ਪ੍ਰੋਬਲਮ ਇੱਥੇ ਇਹ ਆ ਕਿ ਹਰ ਕੋਈ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਵੀ ਕੰਟਰੀ ਆ ਉਹ ਇਹੀ ਗੱਲ ਕਹਿੰਦੇ ਪਏ ਵੀ ਕਸ਼ਮੀਰ ਜਿਹੜਾ ਮੁੱਦਾ ਹੈ ਉਹ ਤੁਹਾਡਾ ਆਪਸ ਦਾ ਮੁੱਦਾ ਹੈ, ਉਹ 'ਚ ਸਾਨੂੰ ਨਾ ਘਸੀਟੋ। ਸੋ ਜੋ ਮਰਜ਼ੀ ਅਸੀਂ ਕਰ ਲਈਏ, ਜੇ ਅਸੀਂ ਟ੍ਰੇਡ ਬੰਦ ਵੀ ਕਰਦੇ ਹਾਂ ਤੇ ਆਈ ਥਿੰਕ ਉਹਦਾ ਕੋਈ ਫਾਇਦਾ ਜਿਹੜਾ ਹੈਗਾ ਆ ਜਾਂ ਉਹਦਾ ਪੋਜ਼ਿਟਿਵ ਜਿਹੜਾ ਇੰਪੈਕਟ ਹੈਗਾ ਦੋਨਾਂ ਦੇਸ਼ਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਦੇਖਣ ਨੂੰ ਮਿਲੂਗਾ। ਜਦੋਂ ਘਟਨਾਵਾਂ ਕਾਫੀ ਛੋਟੀਆਂ ਹੁੰਦੀਆਂ ਨੇ ਪਰ ਉਸ ਤੇ ਜਿਹੜੇ ਕਹਿੰਦੇ ਹੁੰਦੇ ਨੇ ਸੰਕੇਤ ਜਾਂ ਜਿਹੜੇ ਉਹ ਇੱਕ ਪਛਾਣ ਛੱਡ ਜਾਂਦੀਆਂ ਨੇ, ਉਹ ਕਾਫੀ ਦੂਰ ਚਲੇ ਜਾਂਦੀਆਂ ਨੇ। ਹਾਲਾਂਕਿ ਜਿਹੜੀ ਅੱਜ ਘਟਨਾ ਹੋਈ ਹੈ ਕਿਤੇ ਨਾ ਕਿਤੇ ਸਾਰੇ ਹੀ ਜ਼ਿੰਮੇਵਾਰ ਨੇ। ਜੇ ਗੱਲ ਸਰਕਾਰ ਦੀ ਕੀਤੀ ਜਾਵੇ, ਕੇਂਦਰ ਸਰਕਾਰ ਦੀ ਜਾਂ ਮੌਜੂਦਾ ਰਾਜ ਸਰਕਾਰ ਜੋ ਕਿ ਫਡਨਾਵਿਸ ਜੀ ਉਹਨਾਂ ਦੇ ਦੇਵੇਂਦਰ ਫਡਨਾਵਿਸ ਉਹਨਾਂ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਸ਼ਿਵ ਸੈਨਾ ਦੀ ਸਪੋਰਟ ਵੀ ਹੈ। ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਜਾ ਕੇ ਇਹ ਕਾਰਾ ਕੀਤਾ ਗਿਆ। ਦ ਵੇ ਆਫ ਪ੍ਰੋਟੈਸਟ, ਆਈ ਥਿੰਕ ਸਾਡੇ 'ਚੋਂ ਕੋਈ ਵੀ ਇਹ ਚੱਲਦਾ ਇਸ ਤਾਂ ਨਹੀਂ, ਇਹਨੂੰ ਕੰਡੋਨ ਤਾਂ ਨਹੀਂ ਕਰਦੇ ਕਿ ਜਿਹੜਾ ਦ ਵੇ ਆਫ ਅਟੈਕ, ਦ ਵੇ ਆਫ ਪ੍ਰੋਟੈਸਟ ਵਾਜ਼ ਰਾਈਟ। ਪਰ ਪ੍ਰੋਟੈਸਟ ਕਰਨਾ ਸਭ ਦਾ ਫਰਜ਼ ਆ, ਪਰ ਪ੍ਰੋਟੈਸਟ ਵੀ ਉਸ ਬਾਰੇ ਕੀਤਾ ਗਿਆ ਕਿ ਕਿਸੇ ਦੂਜੇ ਮੁਲਕ ਦੇ ਵਿੱਚੋਂ ਜਿਸ ਨੂੰ ਹਿੰਦੁਸਤਾਨ ਦੇ ਆਮ ਨਾਗਰਿਕ ਇੱਕ ਐਨਮੀ ਸਟੇਟ ਦਾ ਨਾਂ ਦਿੰਦੇ ਹੋਣ, ਉਸ ਦੇ ਇੱਕ ਫੋਰਨ ਮਿਨਿਸਟਰ ਵੱਲੋਂ ਆ ਕੇ ਆਪਣੀ ਬੁੱਕ ਦਾ ਪ੍ਰਕਾਸ਼ਨ ਕਰਨਾ ਤੇ ਝੂਠੀ ਐਡਵਰਟਾਈਜ਼ਮੈਂਟ ਜਾਂ ਵਾਹਵਾਗਰੀ ਲੈਣ ਦੇ ਚੱਕਰ ਦੇ ਵਿੱਚ ਇੱਕ ਉਹ ਜਿਹੀਆਂ ਗੱਲਾਂ, ਉਹ ਜਿਹੇ ਜ਼ਖਮ ਫਿਰ ਪੁੱਟਣੇ ਜਿਨ੍ਹਾਂ ਦੇ ਨਾਲ ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਗੱਲ ਨੇੜੇ ਆਉਣ ਦੀ ਬਣਦੀ ਆ, ਓਡੇ ਵੱਡੇ ਹੀ ਪਾੜੇ ਪੈ ਜਾਂਦੇ ਨੇ। ਅਖੀਰ ਦੇ ਵਿੱਚ ਇਸ ਸੈਗਮੈਂਟ ਨੂੰ ਖਤਮ ਕਰਨ ਦੀ ਇਜਾਜ਼ਤ ਚਾਹਾਂਗਾ। ਮੇਰੇ ਵੱਲੋਂ, ਹਰਪ੍ਰੀਤ ਵੱਲੋਂ ਤੇ ਪਰਮਿੰਦਰ ਸਿੰਘ ਜੀ ਵੱਲੋਂ ਤੇ ਕੁਲਵੀਰ ਜੀ ਵੱਲੋਂ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ। ਇਸ ਪ੍ਰੋਗਰਾਮ ਸੰਬੰਧੀ ਆਪਣੇ ਵਿਚਾਰ ਤੇ ਸੁਝਾਅ ਜ਼ਰੂਰ ਭੇਜਿਆ ਕਰੋ। ਇਹਨਾਂ ਵਿਚਾਰਾਂ ਤੇ ਸੁਝਾਵਾਂ ਸਦਕਾ ਹੀ ਪ੍ਰੋਗਰਾਮ ਨੂੰ ਵਧੀਆ ਬਣਾਉਣ ਦੇ ਵਿੱਚ ਸਾਨੂੰ ਕਾਫੀ ਮਦਦ ਮਿਲਦੀ ਆ।
ਅਖੀਰ ਦੇ ਵਿੱਚ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ।